ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ। ਸਿਹਤ ਮਾਮਲਿਆਂ ਨੂੰ ਲੈ ਕੇ ਅੱਜ ਇੱਕ ਵਾਰ ਫੇਰ ਮੈਂ ਔਰ ਡਾਕਟਰ ਅਮਰ ਸਿੰਘ ਆਜ਼ਾਦ ਆਪਣੇ ਡਾਕਟਰ ਆਪ ਬਣੋ, ਬੀ ਯੋਰ ਓਨ ਡਾਕਟਰ ਐਪੀਸੋਡ ਨੰਬਰ 13 ਦੇ ਵਿੱਚ ਲੈ ਕੇ ਇੱਕ ਵਾਰੀ ਫੇਰ ਹਾਜ਼ਰ ਹੋਏ ਹਾਂ। ਅਤੇ ਅੱਜ ਦਾ ਜਿਹੜਾ ਐਪੀਸੋਡ ਦਾ ਵਿਸ਼ਾ ਜਿਹੜਾ ਰਹੇਗਾ ਉਹ ਵੀ ਇੱਕ ਵੱਡੇ ਲੈਵਲ ਦੀ ਸਮੱਸਿਆ ਜਿਹੜੀ ਹੈ, ਜੇਕਰ ਆਪਾਂ ਗੱਲ ਕਰੀਏ ਨਾਰਥ ਇੰਡੀਆ ਦੇ ਵਿੱਚ, ਤਾਂ ਉਹਦੇ ਵਿੱਚ ਕੋਈ ਝੂਠ ਨਹੀਂ ਹੋਏਗਾ ਕਿ ਵੱਡੇ ਲੈਵਲ ਦੀ ਸਮੱਸਿਆ ਬਣ ਕੇ ਉੱਭਰ ਰਹੀ ਹੈ। ਥਾਇਰਾਇਡ ਦੀ ਪ੍ਰੋਬਲਮ। ਥਾਇਰਾਇਡ ਗਲੈਂਡ ਇੱਕ ਅਜਿਹਾ ਗਲੈਂਡ ਹੈ ਜਿਹੜਾ ਕਿ ਬੋਡੀ ਲਈ ਬਹੁਤ ਜ਼ਰੂਰੀ ਹੈ। ਕਿਸ ਤਰੀਕੇ ਦੇ ਨਾਲ ਥਾਇਰਾਇਡ ਦੇ ਵਿੱਚ ਪ੍ਰੋਬਲਮ ਆਉਣ ਲੱਗ ਜਾਂਦੀ ਹੈ, ਜੇ ਹਾਈਪੋਥਾਇਰਾਇਡ ਹੋ ਜੇ ਤਾਂ ਕੀ ਪ੍ਰੋਬਲਮ ਆਉਂਦੀ ਹੈ, ਜੇ ਹਾਈਪਰ ਥਾਇਰਾਇਡ ਹੋ ਜੇ ਤਾਂ ਕੀ ਪ੍ਰੋਬਲਮ ਆਉਂਦੀ ਹੈ, ਥਾਇਰਾਇਡ ਦੇ ਨਾਲ ਕਿੱਦਾਂ ਵਜ਼ਨ ਵਧਣ ਲੱਗ ਜਾਂਦਾ ਹੈ, ਘਟਣ ਲੱਗ ਜਾਂਦਾ ਹੈ, ਥਾਇਰਾਇਡ ਵੱਧ ਜੇ ਤਾਂ ਕੀ ਪ੍ਰੋਬਲਮ ਆਉਂਦੀ ਹੈ, ਥਾਇਰਾਇਡ ਘਟ ਜੇ ਤਾਂ ਕੀ ਪ੍ਰੋਬਲਮ ਆਉਂਦੀ ਹੈ। ਆਪਾਂ ਡਾਕਟਰ ਅਮਰ ਸਿੰਘ ਆਜ਼ਾਦ ਤੋਂ ਜਾਣਦੇ ਹਾਂ ਕਿ ਥਾਇਰਾਇਡ ਜੇਕਰ ਸਮੱਸਿਆ ਆ ਵੀ ਜਾਵੇ ਤਾਂ ਇਹਦਾ ਆਪਾਂ ਨੇ ਹੱਲ ਕਿਵੇਂ ਕੱਢਣਾ। ਡਾਕਟਰ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ 'ਤੇ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤਾਂ ਨੂੰ। ਡਾਕਟਰ ਸਾਹਿਬ, ਥਾਇਰਾਇਡ ਗਲੈਂਡ ਤਾਂ ਵੈਸੇ ਸਾਰੀ ਬੋਡੀ, ਗ੍ਰੰਥੀਆਂ ਸਾਰੀਆਂ ਹੀ ਬੋਡੀ ਦੇ ਲਈ ਬਹੁਤ ਜ਼ਰੂਰੀ ਨੇ, ਪਰ ਬਹੁਤ ਸਾਰੇ ਕਾਰਨਾਂ ਕਰਕੇ ਜਿਹੜਾ ਉਹ ਥਾਇਰਾਇਡ ਗਲੈਂਡ ਲੋਕ ਕਢਵਾ ਵੀ ਦਿੰਦੇ ਨੇ, ਕਢਵਾਉਣਾ ਪੈ ਜਾਂਦਾ। ਇਹ ਇੱਕ ਅਜਿਹੀ ਪ੍ਰੋਬਲਮ ਹੈ ਜਿਹੜੀ ਕਿ ਬੋਡੀ ਦੇ ਅੰਦਰ ਜਿਹੜੀ ਆ ਮੋਟਾਪਾ ਵੀ ਲੈ ਜਾਂਦੀ ਹੈ, ਬੋਡੀ ਨੂੰ ਪਤਲਾ ਵੀ ਕਰ ਦਿੰਦੀ ਹੈ, ਅਤੇ ਬੱਚਾ ਨਾ ਹੋਣ ਤੱਕ ਦੀ ਵੀ ਨੌਬਤ ਆ ਜਾਂਦੀ ਹੈ। ਅੱਗੇ ਪੀੜ੍ਹੀ ਵੀ ਚੱਲਣੀ ਜਿਹੜੀ ਆ ਉਹ ਬੰਦ ਹੋ ਜਾਂਦੀ ਹੈ। ਚੰਗੇ ਭਲੇ ਇਨਸਾਨ ਦੇ ਅੰਦਰ ਇਹ ਪ੍ਰੋਬਲਮ ਆਉਂਦੀ ਕਿੱਥੋਂ? ਕੀ ਇਹ ਵੀ ਆਟੋਇਮਿਊਨ ਡਿਸਆਰਡਰ? ਹੁਣ ਜਿਹੜਾ ਥਾਇਰਾਇਡ ਹੈ ਇੱਕ ਹਾਰਮੋਨ ਹੈ। ਹਾਰਮੋਨ ਦਾ ਮਤਲਬ ਹੁੰਦਾ ਹੈ ਕਿ ਸਾਡੇ ਸਰੀਰ ਦੇ ਅੰਦਰ ਦੋ ਤਰ੍ਹਾਂ ਦੀਆਂ ਗ੍ਰੰਥੀਆਂ ਨੇ, ਯਾਨੀ ਕਿ ਜਿਹੜੇ ਰਸ ਬਣਾਉਂਦੀਆਂ ਨੇ। ਜੀਵਨ ਰਸ, ਜੀਵਨ ਨੂੰ ਚਲਾਉਣ ਲਈ, ਸਰੀਰ ਨੂੰ ਚੱਲਦਾ ਰੱਖਣ ਲਈ ਕੁਝ ਰਸ ਚਾਹੀਦੇ ਆ। ਉਹ ਰਸ ਬਣਾਉਣ ਲਈ ਦੋ ਤਰ੍ਹਾਂ ਦੀਆਂ ਗ੍ਰੰਥੀਆਂ ਹੁੰਦੀਆਂ ਨੇ, ਦੋ ਤਰ੍ਹਾਂ ਦੇ ਗਲੈਂਡ ਹੁੰਦੇ ਆ। ਇੱਕ ਹੁੰਦੇ ਆ ਜਿਹੜੇ ਸਿੱਧਾ ਖੂਨ 'ਚ ਆਪਣੇ ਰਸਾਂ ਨੂੰ ਸਿੱਟਦੇ ਆ, ਉਹਦੀ ਕੋਈ ਨਾਲੀ ਨਹੀਂ ਉਹਨੂੰ ਲੈ ਕੇ ਜਾਂਦੀ ਕਿਤੇ, ਉਹ ਸਿੱਧਾ ਖੂਨ 'ਚ ਸਿੱਟ ਦਿੰਦੇ ਆ। ਉਹਨਾਂ ਨੂੰ ਅਸੀਂ ਕਹਿੰਦੇ ਐਂਡੋਕਰਾਈਨ ਗਲੈਂਡਸ, ਯਾਨੀ ਕਿ ਉਹਨਾਂ ਦੇ ਵਿੱਚ ਕੋਈ ਜਿਹੜੀ ਨਾੜੀ ਹੈ ਉਹ ਲੈ ਕੇ ਅੱਗੇ ਤੱਕ ਖੂਨ ਉਹ ਨਹੀਂ ਜਾਂਦੀ ਰਸ ਨੂੰ, ਉਹ ਆਪਣਾ ਰਸ ਬਣਾਉਂਦੇ ਆ, ਖੂਨ 'ਚ ਸਿੱਟ ਦਿੰਦੇ ਆ। ਜਿੱਥੇ ਜਿੱਥੇ ਚਾਹੀਦਾ ਉੱਥੇ ਵਰਤਿਆ ਜਾਂਦਾ। ਹਾਂ, ਉਹ ਜਿੱਥੇ ਲੋੜ ਹੈ ਉੱਥੇ ਹੀ ਵਰਤਿਆ ਜਾਏਗਾ, ਜਿੱਥੇ ਨਹੀਂ ਲੋੜ ਉੱਥੇ ਨਹੀਂ ਵਰਤਿਆ ਜਾਏਗਾ। ਉਹ ਕੁਦਰਤ ਦਾ ਸਿਸਟਮ ਇਹੋ ਜਿਹਾ ਕਮਾਲ ਦਾ ਬਣਿਆ ਹੋਇਆ। ਤਾਂ ਉਹਨੂੰ ਅਸੀਂ ਕਹਿੰਦੇ ਐਂਡੋਕਰਾਈਨ ਗਲੈਂਡਸ। ਅਤੇ ਜਿਹੜੇ ਐਂਡੋਕਰਾਈਨ ਗਲੈਂਡ ਦੇ ਰਸ ਹੁੰਦੇ ਆ ਉਹਨਾਂ ਨੂੰ ਕਹਿੰਦੇ ਹਾਰਮੋਨਸ। 5-6 ਹਾਰਮੋਨਸ ਬੇਸਿਕਲੀ ਸਰੀਰ 'ਚ ਹੈਗੇ ਆ, ਜਿਹੜੇ ਬਹੁਤ ਜ਼ਿਆਦਾ ਇੰਪੋਰਟੈਂਟ ਨੇ। ਵੈਸੇ ਤਾਂ ਹੋਰ ਵੀ ਹੈਗੇ ਆ, ਲੇਕਿਨ ਬਹੁਤ ਜ਼ਿਆਦਾ ਨੇ। ਇੱਕ ਤਾਂ ਪਿਚੂਟਰੀ ਦਾ, ਉਹਦੇ ਦਿਮਾਗ 'ਚ ਹੁੰਦਾ ਉਹ ਪਿਚੂਟਰੀ ਗਲੈਂਡ, ਉਹ ਮਾਸਟਰ ਗਲੈਂਡ ਹੈ। ਉਹ ਬਾਕੀ ਸਾਰੇ ਹਾਰਮੋਨਸ ਨੂੰ, ਬਾਕੀ ਸਾਰੇ ਐਂਡੋਕਰਾਈਨ ਗਲੈਂਡ ਨੂੰ ਕੰਟਰੋਲ ਵੀ ਕਰਦਾ। ਉਹ ਕੁਛ ਆਪਣੀਆਂ ਉਹਦੇ ਰਸ ਸਿੱਧੇ ਵਰਤੇ ਜਾਂਦੇ ਆ, ਜਿਹੜਾ ਕਿ ਜਿਵੇਂ ਗਰੋਥ ਹਾਰਮੋਨ ਹੈ। ਗਰੋਥ ਹਾਰਮੋਨ ਜਿਹੜਾ ਸਾਰੀ ਬਾਡੀ ਨੂੰ ਗਰੋ ਕਰਦਾ, ਕਿਉਂਕਿ ਦੇਖੋ ਇੱਕ ਸਟੇਜ ਤੋਂ ਬਾਅਦ ਗਰੋਥ ਰੁਕ ਜਾਂਦੀ ਨਾ। ਤਾਂ ਉਹ ਕਿਉਂ ਰੁਕ ਜਾਂਦੀ ਹੈ? ਕਿਉਂਕਿ ਜਿਹੜਾ ਗਰੋਥ ਹਾਰਮੋਨ ਹੁੰਦਾ ਉਹ ਇੱਕ ਖਾਸ ਉਮਰ 'ਤੇ ਜਾ ਕੇ ਇੱਕਦਮ ਗਰੋਥ ਕਰਦਾ, ਆਪਣਾ ਰਸ ਸਿੱਟਦਾ, ਅਤੇ ਬੱਚਾ ਬਚਪਨ ਤੋਂ ਜਵਾਨੀ 'ਚ ਆ ਜਾਂਦਾ ਅਤੇ ਵੱਡਾ ਹੁੰਦਾ। ਫਿਰ ਜਦੋਂ ਸਰੀਰ ਪੂਰਾ ਵੱਧ ਜਾਂਦਾ ਤਾਂ ਫਿਰ ਉਹਦੇ ਜਿਹੜੇ ਰਸ ਹੁੰਦੇ ਆ ਉਹ ਓਨੇ ਕੁ ਬਣਦੇ ਆ, ਜਿਹਦੇ ਨਾਲ ਕਿ ਜਿਹੜਾ ਸਰੀਰ ਹੈ ਉਹ ਘੱਸਦਾ ਨਹੀਂ ਹੈ, ਛੋਟਾ ਨਹੀਂ ਹੁੰਦਾ, ਉਹਦੀ ਮੇਨਟੇਨੈਂਸ ਹੋ ਜਾਂਦੀ ਹੈ, ਯਾਨੀ ਕਿ ਉੱਥੇ ਰਹਿ ਜਾਂਦਾ ਫਿਰ ਉਹ। ਤਾਂ ਉਹ ਪਿਚੂਟਰੀ ਗਲੈਂਡ ਹੈ। ਉਸ ਤੋਂ ਬਾਅਦ ਪਿਚੂਟਰੀ ਗਲੈਂਡ ਤੋਂ ਬਾਅਦ ਜਿਹੜਾ ਗਲੈਂਡਸ ਆਉਂਦੇ ਆ, ਥਾਇਰਾਇਡ ਗਲੈਂਡ ਉਹ 'ਚੋਂ ਇੱਕ ਹੈ। ਉਹ ਥੈਲਮਸ ਅਤੇ ਹਾਈਪੋਥੈਲਮਸ ਤਾਂ ਉਹ ਬ੍ਰੇਨ ਦਾ ਪਾਰਟ ਨੇ ਨਾ। ਉਹ ਬ੍ਰੇਨ ਦਾ ਪਾਰਟ ਨੇ ਜਿਹੜਾ ਕਿ ਪਿਚੂਟਰੀ ਨੂੰ ਬ੍ਰੇਨ ਨਾਲ ਕਨੈਕਟ ਕਰਦਾ, ਹਾਈਪੋਥੈਲਮਸ ਜਿਹੜਾ ਹੈ ਉਹ ਬ੍ਰੇਨ ਨਾਲ ਕਨੈਕਟ ਕਰਦਾ, ਯਾਨੀ ਕਿ ਬ੍ਰੇਨ ਕੰਟਰੋਲ ਕਰਦਾ ਨਾ। ਬ੍ਰੇਨ ਦਾ ਅਤੇ ਪਿਚੂਟਰੀ ਦਾ ਕਨੈਕਸ਼ਨ ਹੈ ਉਹ ਹਾਈਪੋਥੈਲਮਸ ਦੇ ਥਰੂ ਹੈ। ਤਾਂ ਉਹ ਜਿਹੜਾ ਪਿਚੂਟਰੀ ਜਿਹੜਾ ਕੰਟਰੋਲ ਕਰਦਾ ਥਾਇਰਾਇਡ ਨੂੰ ਕਰਦਾ। ਥਾਇਰਾਇਡ ਗਲੈਂਡ ਆ ਗਰਦਨ 'ਤੇ ਇੱਥੇ ਆ, ਇੱਕ ਐਚ ਸ਼ੇਪਡ ਗਲੈਂਡ ਹੈ, ਛੋਟਾ ਜਿਹਾ। ਅਤੇ ਉਹ ਹੁੰਦਾ। ਇੱਕ ਹੁੰਦਾ ਐਡਰੀਨਲ ਗਲੈਂਡਸ, ਦੋਨਾਂ ਗੁਰਦਿਆਂ ਦੇ ਉੱਪਰਲੇ ਪਾਸੇ ਛੋਟੇ ਗਲੈਂਡਸ ਹੁੰਦੇ ਆ, ਉਹਨੂੰ ਪਤੰਗ ਵਾਂਗੂ ਐਡਰੀਨਲ ਗਲੈਂਡ ਹੁੰਦਾ, ਉਹਨੂੰ ਐਡਰੀਨਲ ਗਲੈਂਡ ਕਹਿੰਦੇ ਆਪਾਂ। ਸੋ ਇਹ ਹੋ ਗਿਆ। ਬਾਕੀ ਟੈਸਟੀਕਲਸ ਤੁਹਾਡੇ ਰਿਪਰੋਡਕਟਿਵ ਔਰਗਨ ਹੋ ਗਏ, ਉਹ ਹੋ ਗਏ। ਪੈਂਕਰੀਆਜ਼ ਹੋ ਗਿਆ ਜਿਹੜਾ ਇੰਸੂਲਿਨ ਬਣਾਉਂਦਾ, ਪੈਂਕਰੀਆਜ਼ ਹੋ ਗਿਆ ਪੇਟ 'ਚ ਹੁੰਦਾ ਉਹ। ਜਿਹੜੇ ਤੁਹਾਡੇ ਬੰਦੇ 'ਚ ਪਤਾਲੂ ਅਤੇ ਲੇਡੀ 'ਚ ਓਵਰੀਜ਼, ਇਹ ਤੁਹਾਡੇ ਰਿਪਰੋਡਕਸ਼ਨ ਦੇ ਅੰਗ ਹੋ ਗਏ। ਸੋ ਇਹ ਮੋਟਾ ਜਿਹੜਾ ਇਹਦਾ ਕੰਟਰੋਲ ਜਿਹੜਾ ਉਹ ਪਿਚੂਟਰੀ ਕੋਲ ਹੁੰਦਾ। ਹੁਣ ਥਾਇਰਾਇਡ ਜਿਹੜਾ ਹੈ ਇਹ ਕੁਛ ਸਕ੍ਰੀਸ਼ਨ ਬਣਾਉਂਦਾ, ਜਿਹਨੂੰ ਆਪਾਂ ਆਮ ਭਾਸ਼ਾ T3 T4 ਕਹਿੰਦੇ ਹਾਂ। T3 T4 ਇਹ T3 T4 ਉਹਦਾ ਹਾਰਮੋਨ ਹੈ। ਅਤੇ TSH ਦੇ ਰਾਹੀਂ ਪਿਚੂਟਰੀ ਤੋਂ TSH ਬਣਦਾ। TSH
ਉਹਨੂੰ ਮੈਸੇਜ ਦਿੰਦਾ ਥਾਇਰਾਇਡ ਦੇ ਗਲੈਂਡ ਨੂੰ ਕਿ ਤੂੰ ਇੰਨਾ T3 T4 ਬਣਾਉਣਾ। ਕੀ ਕੰਮ ਕੀ ਕਰਦਾ? T3 T4 ਜਿਹੜਾ ਉਹ ਤਾਂ ਇਕੱਲੇ ਸੈੱਲ ਨੂੰ ਚਾਹੀਦਾ। ਇਕੱਲੇ ਸੈੱਲ ਦੀ ਫੰਕਸ਼ਨਿੰਗ ਵਾਸਤੇ ਉਹਨੂੰ ਚੱਲਦਾ ਰੱਖਣ ਲਈ T3 T4 ਚਾਹੀਦਾ। ਉਹਦੀ ਹਰ ਸਰਗਰਮੀ ਨੂੰ ਚੱਲਦਾ ਰੱਖਣ ਲਈ ਉਹਦੀ ਜਿਹੜੀ ਆਕਸੀਜਨ ਹੈ, ਯਾਨੀ ਕਿ ਸਾਹ ਲੈ ਰਿਹਾ ਸੈੱਲ, ਉਹ ਕੋਈ ਹੋਰ ਜਿੰਨੇ ਵੀ ਕੰਮ ਕਰਦਾ ਉਹ ਉਸ ਕੰਮਾਂ ਦੇ ਅੰਦਰ ਉਹਦਾ T3 T4 ਜਿਹੜਾ ਉਹਦੇ ਬਿਨਾਂ ਕੰਮ ਨਹੀਂ ਹੋ ਸਕਦਾ। T3 T4 ਅਗਰ ਖੜ੍ਹ ਜਾਣ ਤਾਂ ਕੰਮ ਰੁਕ ਜਾਂਦਾ। TSH ਦਾ ਕੰਮ ਹੈ ਕਿ ਉਹ TSH ਦੇ ਰਾਹੀਂ ਪਿਚੂਟਰੀ ਗਲੈਂਡ ਥਾਇਰਾਇਡ ਨੂੰ ਕੰਟਰੋਲ ਕਰਦਾ। ਉਹਨੂੰ ਹੁਕਮ ਦਿੰਦਾ ਕਿ ਤੂੰ ਵੱਧ ਬਣਾਉਣਾ ਕਿ ਘੱਟ ਬਣਾਉਣਾ। ਜੇ T3 T4 ਘੱਟ ਰਿਹਾ ਤਾਂ TSH ਵੱਧ ਭੇਜੇਗਾ, ਉਹਨੂੰ ਕਹੇਗਾ ਹੋਰ ਬਣਾ। TSH ਵੱਧ ਆਉਣ ਦਾ ਮਤਲਬ ਹੈ ਕਿ ਤੂੰ ਘੱਟ ਬਣਾ ਰਿਹਾ, ਜ਼ਿਆਦਾ ਬਣਾ। ਅਤੇ ਜੇ ਉਹ ਜ਼ਿਆਦਾ ਬਣਾ ਦੇਗਾ ਤਾਂ ਫਿਰ ਉਹ TSH ਘਟਾ ਦੇਗਾ, ਫਿਰ ਉਹਨੂੰ ਮੈਸੇਜ ਚਲਾ ਜਾਏਗਾ ਵੀ ਤੂੰ ਹੁਣ ਘੱਟ ਬਣਾ। ਤਾਂ ਉਹਨੂੰ ਕਹਿੰਦੇ ਉਹਦਾ ਕੰਟਰੋਲ ਆ ਉਹਦਾ ਵਾਇਆ TSH। ਮੈਂ ਤੁਹਾਨੂੰ ਰੋਕਾਂਗਾ, ਜੇ TSH ਵੱਧ ਬਣ ਰਿਹਾ ਅਤੇ T3 ਜਿਹੜਾ T3 T4 ਜਿਹੜਾ ਉਹ ਫਿਰ ਵੀ ਮੈਸੇਜ ਦੇ ਦਿੰਦਾ ਵੀ ਹੋਰ ਬਣਾ, ਤਾਂ ਕੀ ਗੜਬੜ ਹੈ? ਅਤੇ ਉਹ ਗੜਬੜ ਹੋ ਜਾਂਦੀ ਹੈ ਹੋਰ ਅੱਗੇ ਚੱਲ? ਨਹੀਂ, ਜਦੋਂ T3 T4 ਪ੍ਰੋਪਰ ਨਹੀਂ ਬਣੇਗਾ ਤਾਂ ਉਦੋਂ ਮੈਸੇਜ ਜਾਏਗਾ ਉੱਥੋਂ ਬਾਡੀ ਵੱਲੋਂ ਉਹਨੂੰ ਪਿਚੂਟਰੀ ਨੂੰ ਕਿ ਤੁਸੀਂ TSH ਜ਼ਿਆਦਾ ਬਣਾ ਕੇ ਭੇਜ। ਉਹ TSH ਜ਼ਿਆਦਾ ਬਣਾ ਕੇ ਭੇਜੇਗੀ ਤਾਂ ਫਿਰ ਉਹਨੂੰ ਥਾਇਰਾਇਡ ਨੂੰ ਮੈਸੇਜ ਆਏਗਾ ਕਿ T3 T4 ਹੋਰ ਬਣਾ। ਅਤੇ ਜੇ T3 T4 ਜ਼ਿਆਦਾ ਹੋ ਗਿਆ ਤਾਂ ਉਹਨੂੰ ਮੈਸੇਜ ਆਏਗਾ ਕਿ TSH ਘਟਾ ਦੇ। ਇਹ ਹੁੰਦਾ, ਯਾਨੀ ਕਿ ਦੋਨੇ ਬਰਾਬਰ ਦੇ ਹੋਣ ਦੇ ਬਾਵਜੂਦ ਵੀ ਗੜਬੜ ਹੋ ਜਾਏਗਾ। ਨਹੀਂ ਉਲਟ ਹੁੰਦਾ ਨਾ। ਇੱਕ ਘਟੇਗਾ ਤਾਂ ਮੈਸੇਜ ਆਏਗਾ ਕਿ ਉਹ ਹੋਰ ਜੋ ਤਾਂ ਕਿ ਉਹ ਪੂਰਾ ਕਰੇ, ਉਹਦੀ ਪ੍ਰੋਡਕਸ਼ਨ ਵਧੇ। ਅਤੇ ਜੇ ਉਹ ਜ਼ਿਆਦਾ ਵੱਧ ਗਈ, ਉਹਦੀ ਪ੍ਰੋਡਕਸ਼ਨ ਹੋ ਗਈ T3 T4 ਦੀ, ਤਾਂ ਫਿਰ ਮੈਸੇਜ ਆਏਗਾ ਵੀ ਉਹਦੀ ਪ੍ਰੋਡਕਸ਼ਨ ਜ਼ਿਆਦਾ ਹੋ ਰਹੀ ਹੈ, ਸਰੀਰ ਨੂੰ ਨੁਕਸਾਨ ਹੋਊਗਾ, ਉਹਦੀ ਘਟਾਓ। ਤਾਂ ਉਹ ਫਿਰ TSH ਇੱਥੇ ਜਿਹੜਾ ਬਣਦਾ ਉਹ ਘੱਟ ਕਰ ਦੇਗਾ। ਜੇ ਹੁਣ ਇਹ ਵੱਧ ਰਹੇ ਨੇ ਘਟ ਰਹੇ ਨੇ, ਕੀ ਨੁਕਸਾਨ ਹੋਏਗਾ? ਹਾਂ, ਵਧਣ ਨਾਲ ਘਟਣ ਨਾਲ ਤਾਂ ਸਾਰਾ ਸਰੀਰ ਦੀ ਫੰਕਸ਼ਨਿੰਗ ਘੱਟ ਜਾਂਦੀ ਹੈ, ਅਤੇ ਵਧਣ ਨਾਲ ਮਸ਼ੀਨਰੀ ਓਵਰ ਚੱਲਣ ਲੱਗ ਜਾਂਦੀ ਸਾਰੀ। ਕੋਈ ਸੈੱਲ, ਕੋਈ ਬਾਡੀ, ਹਰ ਲਿਵਿੰਗ ਬਾਡੀ ਹੈ ਨਾ, ਉਹਦੇ ਅੰਦਰ ਉਹਨੇ ਭੋਜਨ ਵੀ ਹਜ਼ਮ ਕਰਨਾ ਹੈ, ਉਹਨੇ ਸਾਹ ਵੀ ਲੈਣਾ ਹੈ, ਉਹਨੇ ਪ੍ਰੋਟੀਨ ਵੀ ਬਣਾਉਣੇ ਹੈ, ਉਹਨੇ ਹੋਰ ਮਤਲਬ ਹਜ਼ਾਰਾਂ ਐਕਟੀਵਿਟੀ ਨੇ ਸੈੱਲ ਦੀਆਂ ਜਿਹਦੇ ਰਾਹੀਂ ਕਿ ਸਰੀਰ ਨੂੰ ਚੱਲਦਾ ਰੱਖਦੀਆਂ ਨੇ। ਦਿਮਾਗ ਨੇ ਸੋਚਣਾ ਹੈ, ਦਿਮਾਗ ਨੇ ਚੁਸਤ ਰਹਿਣਾ ਹੈ, ਕੰਮ ਕਰਨਾ ਹੈ। ਤੁਸੀਂ ਤੁਹਾਡੇ ਅੰਦਰ ਪਾਵਰ ਚਾਹੀਦੀ ਹੈ, ਸਟੈਮਿਨਾ ਚਾਹੀਦਾ। ਹਰ ਚੀਜ਼ ਦੇ ਵਿੱਚ ਹਰ ਚੀਜ਼ ਜਿਹੜੀ ਸੈੱਲਾਂ ਦੀ ਹੈਲਥ ਦੇ ਉੱਪਰ ਨਿਰਭਰ ਹੈ। ਅਤੇ ਸੈੱਲ ਕਿਵੇਂ ਕੰਮ ਕਰ ਰਿਹਾ, ਉਹਦੀ ਕਲੈਕਟਿਵ 1 ਕਰੋੜ ਸੈੱਲ ਦੀ ਕਲੈਕਟਿਵ ਫੰਕਸ਼ਨਿੰਗ ਸਰੀਰ ਹੈ। ਉਹ 1 ਕਰੋੜ ਸੈੱਲ ਜਦੋਂ ਕੰਮ ਕਰਦੇ ਆ ਤਾਂ ਉਹ ਜਿਹੜੇ ਕਰੋੜ ਕੰਮ ਕਰਨਾ, ਉਹਨਾਂ ਨੇ ਉਹਦੇ ਲਈ ਥਾਇਰਾਇਡ ਚਾਹੀਦਾ, ਥਾਇਰਾਇਡ T3 T4 ਚਾਹੀਦੇ ਆ। ਅਤੇ ਜੇ T3 T4 ਜ਼ਿਆਦਾ ਹੋ ਜਾਣ ਤਾਂ ਉਹ ਫਿਰ ਉਹ ਕਾਲੀ ਮਚਾਉਣ ਲੱਗ ਜਾਂਦੇ ਆ ਲੋੜ ਤੋਂ ਵੱਧ। ਹਾਂ, ਭੱਜਣਾ ਹਾਰਟ ਬੀਟ ਵੀ ਤੇਜ਼ ਹੋ ਜਾਏਗੀ, ਸਾਹ ਵੀ ਤੇਜ਼ ਹੋ ਜਾਏਗਾ, ਉੱਧਰੋਂ ਟੱਟੀਆਂ ਲੱਗ ਜਾਣਗੀਆਂ। ਤਾਂ ਉਹ ਓਵਰ ਹੋ ਜਾਂਦਾ, ਹਾਈਪਰ ਹੋ ਜਾਂਦਾ। ਫਿਰ ਉਹ ਬੰਦਾ ਘਬਰਾਹਟ ਮੰਨਣ ਲੱਗ ਜਾਏਗਾ, ਜ਼ਿਆਦਾ ਓਵਰ ਟਾਕਟਿਵ ਹੋ ਜਾਏਗਾ। ਅੱਖਾਂ ਵੀ ਜਿਹੜੀਆਂ ਉਹਦੀਆਂ ਫੁੱਲੀਆਂ ਜਿਹੀ ਹੋ ਜਾਣਗੀਆਂ। ਤਾਂ ਉਹ ਕਈ ਅਨੇਕਾਂ ਸਾਰੇ ਫੀਚਰ ਨੇ ਉਹਦੇ, ਜਿਵੇਂ ਡਾਇਰੀਆ ਹੋ ਗਿਆ, ਪੈਲਪੀਟੇਸ਼ਨ ਹੋ ਗਈ, ਯਾਨੀ ਕਿ ਹਾਰਟ ਬੀਟ ਉਹਨੂੰ ਸੁਣਨ ਲੱਗ ਜਾਏਗੀ, ਫੀਲ ਹੋਣ ਲੱਗ ਜਾਏਗੀ, ਤੇਜ਼ ਚੱਲਣ ਲੱਗ ਜਾਏਗਾ ਹਾਰਟ। ਤਾਂ ਇਹ ਕਈ ਕਿਸਮ ਦੇ ਜਿਹੜੇ ਫੀਚਰ ਨੇ ਉਹ ਹਾਈਪਰ 'ਚ ਆ ਜਾਂਦੇ ਆ। ਇੱਕ ਚੀਜ਼ ਹੋਰ ਦੱਸੋ, ਇੱਕ ਸਾਡੀ ਭੈਣ ਹੈ ਸੁਖਬੀਰ ਕੌਰ ਮਠਾੜੂ, ਉਹ ਕੈਨੇਡਾ ਦੇ ਵਿੱਚ ਹੈ। ਉਹਨਾਂ ਦਾ ਹੇਠਲਾ ਜਿਹੜਾ ਥਾਇਰਾਇਡ ਆ ਉਹ ਵੱਧ ਗਿਆ, ਅਤੇ ਉਹਨਾਂ ਨੂੰ ਡਾਕਟਰ ਨੇ ਕਹਿ ਤਾ ਵੀ ਤੁਹਾਡਾ ਵੱਧ ਗਿਆ ਜੀ, 137 'ਤੇ ਆ ਗਿਆ, ਅਤੇ ਤੁਹਾਨੂੰ ਜਿਹੜਾ ਉਹ ਤੁਹਾਡਾ ਕੋਮਾ 'ਚ ਵੀ ਜਾ ਸਕਦੇ ਹੋ। ਇਹ ਕੀ ਸੱਚਾਈ ਇਹਦੇ ਵਿੱਚ? ਕਿਹੜਾ ਵੱਧ ਗਿਆ? ਕੁਛ ਹੁੰਦਾ ਵੀ ਹੇਠਲਾ ਜਿਹੜਾ ਉਹ ਘੱਟ ਹੁੰਦਾ ਜਾਂ ਉੱਪਰਲਾ ਵੱਧ ਹੁੰਦਾ, ਕੋਈ ਇਸ ਤਰ੍ਹਾਂ ਦਾ ਹੁੰਦਾ? ਨਹੀਂ, ਉਹ ਤਾਂ TSH ਜਾਂ T3 T4 ਹੇਠਲਾ ਬਦਲਣ ਦੀ ਗੱਲ ਨਹੀਂ ਹੈ। TSH ਵਧਿਆ ਹੋਇਆ ਤਾਂ ਉਹ ਮੋਟਾਪੇ ਵੱਲ ਹੈ, ਮੋਟੀ ਹੈ। ਨਹੀਂ, ਫਿਰ ਉੱਪਰ ਦੇ ਥੱਲੇ ਨਾਲ ਨਹੀਂ ਗੱਲ ਸਮਝ ਆਉਣੀ। ਉਹ ਤਾਂ ਚਾਹੀਦਾ ਤਾਂ ਇਹ ਆ ਵੀ T3 T4 ਜ਼ਿਆਦਾ, ਥਾਇਰਾਇਡ ਜ਼ਿਆਦਾ ਬਣ ਰਿਹਾ ਕਿ ਥਾਇਰਾਇਡ ਘੱਟ ਬਣ ਰਿਹਾ। ਵੱਧ ਘੱਟ ਚਾਹੀਦਾ, ਪਤਾ ਹੋਣਾ ਚਾਹੀਦਾ। ਵੱਧ ਹੋਏਗਾ ਤਾਂ ਫਿਰ ਉਹੀ ਹੈ ਨਾ, ਜਿਵੇਂ ਕੋਈ ਗੱਡੀ ਆਪਾਂ ਬੰਦਾ ਕਾਲਾ ਪੈ ਰਿਹਾ, ਕੋਮਾ ਤਾਂ ਇਹਨੇ 'ਚ ਕਿਸੇ 'ਚ ਵੀ ਜਾਂਦਾ। ਨਹੀਂ, ਕੋਈ ਹੋਰ ਕਾਰਨ ਹੋਏਗਾ ਨਾ, ਕੋਈ ਹੋਰ ਕਾਰਨ ਹੋਏਗਾ। ਉਹ ਤੁਹਾਨੂੰ ਗੱਲ ਸਮਝ ਨਹੀਂ ਆਈ ਹੋਣੀ ਨਾ, ਤਾਂ ਉਹ ਗੱਲ ਰੀਜ਼ਨ ਉਹਦਾ ਡਿਫਰੈਂਟ ਹੋਏਗਾ। ਹੁਣ ਇਹ ਦੱਸੋ ਕਿ ਜਦੋਂ ਇਸ ਤਰ੍ਹਾਂ ਦੀ ਕੰਡੀਸ਼ਨ ਹੋ ਜਾਂਦੀ ਹੈ, ਜੇ ਘੱਟ ਜਾਵੇ ਤਾਂ ਫੰਕਸ਼ਨ ਘੱਟ ਜਾਏਗਾ, ਬਾਡੀ ਦੇ ਫੰਕਸ਼ਨ ਘੱਟ ਜਾਣਗੇ। ਜੇ ਵੱਧ ਜਾਏਗਾ ਤਾਂ ਬਾਡੀ ਦੇ ਫੰਕਸ਼ਨ ਜਿਹੜੇ ਨੇ ਉਹ ਵਧਣ ਲੱਗ ਜਾਂਦੇ ਨੇ। ਉਹਦੇ 'ਚ ਬੰਦੇ ਦੀ ਜਿਹੜੀ ਆ ਹਾਰਟ ਬੀਟ ਵੱਧ ਸਕਦੀ, ਹਾਰਟ ਅਟੈਕ ਵੀ ਹੋ ਸਕਦਾ ਹੈ ਜੇ ਬੰਦਾ। ਐਕਚੁਅਲੀ ਹਾਰਟ ਅਟੈਕ ਹੋਣ ਦੇ ਚਾਂਸਿਸ ਵੱਧ ਜਾਣਗੇ ਦੋਨਾਂ 'ਚ ਹੀ, ਹਾਈਪੋ 'ਚ ਵੀ ਹਾਈਪਰ 'ਚ ਵੀ। ਹਾਈਪੋ 'ਚ ਹੋ ਜਾਣਗੇ ਕਿਉਂਕਿ BP ਵਧਣ ਲੱਗ ਜਾਏਗਾ, ਉਹਦੀ ਕੋਲੈਸਟਰੋਲ ਵਧਣ ਲੱਗ ਜਾਏਗੀ। ਉਹ ਚੇਨ ਆਫ ਇਵੈਂਟਸ ਹਾਈਪੋ 'ਚ ਵੀ
ਸਾਰੀਆਂ ਬਿਮਾਰੀਆਂ ਵੱਧ ਹੋਣ ਦੇ ਚਾਂਸ ਹੋ ਜਾਣਗੇ। ਇਕੱਲੇ ਹਾਰਟ ਅਟੈਕ ਕਿਉਂ, ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਕਿਉਂਕਿ ਉਹਨੇ ਸਾਰੇ ਅੰਗਾਂ ਨੂੰ ਜਿਹੜਾ ਚੱਲਦਾ ਰੱਖਣਾ। ਜਿਹੜਾ ਵੀ ਅੰਗ ਪਹਿਲਾਂ ਘੱਟ ਕੰਮ ਕਰਨ ਲੱਗ ਗਿਆ, ਜ਼ਿਆਦਾ ਘੱਟ ਕੰਮ ਕਰਨ ਲੱਗਾ, ਉਹੀ ਖਰਾਬ ਹੋ ਜਾਏਗਾ। ਉਹਦੇ 'ਚ ਹਾਰਟ ਅਟੈਕ ਦੀ ਵੀ ਪੋਸੀਬਿਲਿਟੀ ਹੈ ਬਿਲਕੁਲ। BP ਕਿੰਨਾ ਜਿਹੜਾ ਉਹ ਡੇਂਜਰ ਮਾਰਕ ਤੇ ਹੁੰਦਾ ਵੀ ਡੇਂਜਰ, ਇਸ ਤੋਂ ਬਾਅਦ ਤਾਂ ਬਹੁਤ ਖਤਰਨਾਕ। ਉਹ ਨਹੀਂ, ਇੱਦਾਂ ਨਹੀਂ, ਇੰਡੀਵਿਜੂਅਲ ਗੱਲਾਂ ਹੁੰਦੀਆਂ ਨੇ। ਇਹਦੇ ਡੇਂਜਰ ਮਾਰਕ ਦੀ ਕੋਈ ਗੱਲ ਨਹੀਂ ਹੈ। ਡੇਂਜਰ ਮਾਰਕ ਹਰ ਬੰਦੇ ਦਾ ਅਲੱਗ-ਅਲੱਗ ਹੈ। ਉਹ ਤਾਂ ਉਸ ਤੋਂ ਪਹਿਲਾਂ ਬੜਾ ਕੁਛ ਹੋ ਜਾਂਦਾ, ਫਿਰ ਉਹ ਪਹੁੰਚ ਜਾਂਦਾ ਬੰਦਾ ਡਾਕਟਰ ਕੋਲ। ਅੱਜ ਕੱਲ੍ਹ ਉਹ ਜ਼ਮਾਨਾ ਤਾਂ ਹੈ ਨਹੀਂ ਹੁਣ ਵੀ ਬੰਦਾ ਡਾਕਟਰ ਕੋਲ ਨਹੀਂ ਜਾਊਗਾ। ਡੇਂਜਰ ਮਾਰਕ ਤੱਕ ਪਹੁੰਚਣ ਤੋਂ ਪਹਿਲਾਂ ਬੰਦਾ ਡਾਕਟਰ ਕੋਲ ਪਹੁੰਚ ਜਾਂਦਾ। ਇਸ ਕਰਕੇ ਉਹਦੀ ਗੱਲ ਆਪਾਂ ਨੂੰ ਕਰਨੀ ਚਾਹੀਦੀ, ਉਹ ਕਰਨੀ ਚਾਹੀਦੀ ਕਿ ਹਾਈਪੋ ਅਤੇ ਹਾਈਪਰ। ਆਮ ਜਿਹੜਾ ਜਿਹਨੂੰ ਆਪਾਂ ਥਾਇਰਾਇਡ ਕਹਿੰਦੇ ਉਹ ਹਾਈਪੋ ਹੈ, ਯਾਨੀ ਕਿ ਘੱਟ ਬਣਦਾ। ਜ਼ਿਆਦਾ ਬਣਨ ਵਾਲੇ ਬੰਦੇ ਬਹੁਤ ਘੱਟ ਨੇ। ਮੋਟਾਪਾ ਘੱਟ ਵਾਲਾ ਹੁੰਦਾ। ਜੇ ਥਾਇਰਾਇਡ ਘੱਟ ਬਣ ਰਿਹਾ, T3 T4 ਘੱਟ ਬਣ ਰਿਹਾ, ਤਾਂ ਉਹ ਬੰਦਾ ਮੋਟਾ ਹੋਣ ਲੱਗ ਜਾਏਗਾ। ਤਾਂ ਉਹ ਜਿਹੜਾ ਘੱਟ ਬਣਨ ਵਾਲਾ ਕੰਮ ਹੈ, ਜਿਹਦੀ ਐਪੀਡੈਮਿਕ ਫਾਰਮ 'ਚ ਹੈ, ਉਹ ਹੈਗੀ ਆ ਘੱਟ ਬਣਨ ਵਾਲਾ ਵਰਤਾਰਾ। ਕਿ ਥਾਇਰਾਇਡ ਹਾਰਮੋਨ ਜਿਹੜੇ ਨੇ, ਥਾਇਰਾਇਡ ਦੇ ਹਾਰਮੋਨਸ ਨੇ T3 T4, ਉਹ ਘੱਟ ਬਣ ਰਹੇ ਆ। ਘੱਟ ਬਣਨਗੇ ਤਾਂ ਉਹ ਸਾਰਾ ਮੋਟਾਪਾ ਵੀ ਹੋਏਗਾ, ਕੋਲੈਸਟਰੋਲ ਵੱਧ ਬਣੇਗੀ, BP ਵੀ ਵੱਧ ਜਾਏਗਾ, ਅਤੇ ਉਹਦੇ ਅੰਦਰ ਜਿਹੜਾ ਤੁਹਾਡਾ ਇੱਥੇ ਗਰਦਨ 'ਤੇ ਦਿਖਣ ਵੀ ਲੱਗ ਜਾਏਗਾ, ਵੱਡਾ ਹੋ ਜਾਂਦਾ ਗਲੈਂਡ ਉਹ। ਕਿਉਂਕਿ ਉਧਰੋਂ ਮੈਸੇਜ ਆਈ ਜਾਂਦਾ ਕਿ ਹੋਰ ਪੈਦਾ ਕਰੋ, ਹੋਰ ਪੈਦਾ ਕਰੋ, ਹੋਰ ਪੈਦਾ ਕਰੋ। ਹੋਰ ਪੈਦਾ ਕਰਦੇ ਕਰਦੇ ਉਹ ਵੱਡਾ ਹੋ ਜਾਂਦਾ। ਉਹਨੂੰ ਗਵਾਟਰ ਕਹਿ ਦਿੰਦੇ ਆ, ਗਿੱਲੜ। ਜਿਵੇਂ ਉਹ ਮੈਂ ਹਿਮਸ 'ਚ ਇੱਕ ਪੇਸ਼ੈਂਟ ਦੇਖੀ ਸੀ, ਲੇਡੀ, ਉਹਦਾ ਐਡਾ ਬੜਾ ਹੋਇਆ ਭਾਈ ਬਾਹਰ। ਗਿੱਲੜ ਕਹਿੰਦੇ ਉਹਨੂੰ, ਗਿੱਲੜ ਕਹਿੰਦੇ। ਗਿੱਲੜ ਸਬ ਹਿਮਾਲੀਅਨ ਬੈਲਟ ਦੀ ਬਹੁਤ ਪੁਰਾਣੀ ਬਿਮਾਰੀ ਹੈ। ਉਹ ਗਿੱਲੜ ਯਾਨੀ ਕਿ ਉਹਨੂੰ ਵੱਡਾ ਕਰਕੇ ਸਰੀਰ ਦਾ ਕੰਮ ਚੱਲਦਾ ਰੱਖਣ ਵਾਸਤੇ ਜਿਹੜਾ ਸਰੀਰ ਹੁੰਦਾ ਉਹ ਗਲੈਂਡ ਨੂੰ ਵੱਡਾ ਕਰ ਲੈਂਦਾ ਅਤੇ ਉਹਦਾ ਆਪਣਾ ਕੰਮ ਚਲਾਈ ਜਾਂਦਾ ਉਹ, ਤਾਂ ਉਹਨੂੰ ਗਿੱਲੜ ਕਹਿ ਦਿੰਦੇ ਆ। ਅਤੇ ਲੇਕਿਨ ਜੇਕਰ ਫੰਕਸ਼ਨ ਡਿਸਟਰਬ ਹੁੰਦਾ ਤਾਂ ਫਿਰ ਉਹ ਇਕੱਲਾ ਗਿੱਲੜ ਤੱਕ ਨਹੀਂ ਸੀਮਿਤ ਨਹੀਂ ਰਹੇਗਾ, ਫਿਰ ਪੂਰੀ ਬਾਡੀ ਇਫੈਕਟ ਹੋਏਗੀ। ਉਹ ਜਿਹੜਾ ਘੱਟ ਬਣਨ ਵਾਲਾ ਕੰਮ ਹੈ ਉਹ ਜ਼ਿਆਦਾ। ਉਹਦੇ ਨਾਲ ਹੀ ਆਪਾਂ ਨੂੰ ਇੱਕ ਗੱਲ ਜਿਹੜੀ ਪਹਿਲਾਂ ਸ਼ੁਰੂ 'ਚ ਹੀ ਕਰਨੀ ਚਾਹੀਦੀ ਹੈ ਕਿ ਜਿਹੜੀ ਇਹ ਹਾਰਮੋਨਸ ਡਿਸਟਰਬ ਹੋ ਰਹੇ ਆ, ਇਕੱਲਾ ਥਾਇਰਾਇਡ ਨਹੀਂ ਡਿਸਟਰਬ ਹੋ ਰਿਹਾ, ਇਹ ਸਰੀਰ ਦੇ ਸਾਰੇ ਹਾਰਮੋਨ ਡਿਸਟਰਬ ਹੋ ਰਹੇ ਆ। ਇਸ ਕਰਕੇ ਕੋਈ ਸਾਂਝਾ ਕਾਰਨ ਹੈ ਜਾਂ ਸਾਂਝੇ ਕਾਰਨ ਨੇ, ਇੱਕ ਤੋਂ ਵੱਧ ਵੀ ਹੋ ਸਕਦੇ ਆ, ਜਿਹੜੇ ਕਿ ਸਾਡੇ ਥਾਇਰਾਇਡ ਨੂੰ ਵੀ ਡਿਸਟਰਬ ਕਰ ਰਹੇ ਆ, ਸਾਡੇ ਪਿਚੂਟਰੀ ਗਲੈਂਡ ਨੂੰ, ਪਿਚੂਟਰੀ ਨੂੰ ਵੀ ਡਿਸਟਰਬ ਕਰ ਰਹੇ ਆ, ਸਾਡੇ ਸੈਕਸ ਹਾਰਮੋਨ ਨੂੰ ਵੀ ਡਿਸਟਰਬ ਕਰ ਰਹੇ ਆ, ਸਾਡੇ ਐਡਰੀਨਲਸ ਨੂੰ ਵੀ ਇਫੈਕਟ ਕਰ ਰਹੇ ਆ। ਤਾਂ ਇਹ ਕਿਤੇ ਨਾ ਕਿਤੇ ਜਿਹੜਾ ਵਰਤਾਰਾ ਆ ਰਿਹਾ ਹਾਰਮੋਨਸ ਵਾਲਾ, ਇਹ ਇਕੱਲੇ ਥਾਇਰਾਇਡ 'ਤੇ ਨਹੀਂ ਆ ਰਿਹਾ। ਥਾਇਰਾਇਡ ਦਾ ਵਰਤਾਰਾ ਠੀਕ ਹੈ ਵੀ ਐਪੀਡੈਮਿਕ ਫਾਰਮ 'ਚ ਹੈ, ਲੇਕਿਨ ਉਹਦੀ ਜਿਹੜੇ ਸਿੱਟੇ ਨੇ, ਉਹਦੇ ਸਿੱਟੇ ਦੂਸਰਿਆਂ ਦੇ ਮੁਕਾਬਲੇ ਜਲਦੀ ਦਿਖਦੇ ਆ ਅਤੇ ਖਤਰਨਾਕ ਵੀ ਹੁੰਦੇ ਆ। ਮਹਾਂਮਾਰੀ ਦੀ ਸ਼ਕਲ ਬਦਲ ਰਿਹਾ। ਬਿਲਕੁਲ ਮਹਾਂਮਾਰੀ ਵਰਗੀ ਸ਼ਕਲ ਲੈ ਲਈ ਹੋਈ ਉਹਨੇ ਥਾਇਰਾਇਡ ਨੇ। ਥਾਇਰਾਇਡ ਜਿਹੜਾ ਅੱਜ ਤੋਂ 50 ਸਾਲ ਪਹਿਲਾਂ ਵਿਰਲੇ ਬੰਦੇ ਨੂੰ ਹੁੰਦਾ ਸੀਗਾ। ਹਾਲਾਂਕਿ ਗਿੱਲੜ ਸੀਗੇ, ਲੇਕਿਨ ਗਿੱਲੜ ਹੁੰਦੇ ਹੋਏ ਵੀ ਸਰੀਰ ਉਹਨੂੰ ਗਲੈਂਡ ਨੂੰ ਵੱਡਾ ਕਰਕੇ ਆਪਣਾ ਕੰਮ ਚਲਾ ਲੈਂਦਾ ਸੀ। ਗਵਾਟਰ ਵੀ ਹੈਗਾ ਬੰਦੇ ਨੂੰ, ਪਰ ਉਹਨਾਂ ਦਾ ਫੰਕਸ਼ਨ ਡਿਸਟਰਬ ਨਹੀਂ ਹੋਇਆ। ਕਿਉਂ? ਵੱਡਾ ਕਰਕੇ ਸਰੀਰ ਨੇ ਲੋੜ ਜੋਗਾ ਬਣਾ ਲਿਆ। ਮਤਲਬ ਸਰੀਰ ਨੇ ਉਹਨੂੰ ਭਲਵਾਨ ਕਰ ਲਿਆ, ਇੱਕ ਗਲੈਂਡ ਨੂੰ ਉਹਨੂੰ ਵੱਡਾ ਸਾਰਾ ਭਲਵਾਨ ਬਣਾ ਲਿਆ, ਅਤੇ ਭਲਵਾਨ ਬਣਾ ਕੇ ਸਰੀਰ ਦਾ ਕੰਮ ਚੱਲਦਾ ਰੱਖਿਆ, ਕਿਉਂਕਿ ਸਰੀਰ ਜਾਣ ਹੁੰਦੀ ਸੀ। ਹੁਣ ਗਿੱਲੜ ਦਾ ਘੱਟ ਬਣਦਾ, ਫੰਕਸ਼ਨ ਪਹਿਲਾਂ ਡਿਸਟਰਬ ਹੋ ਜਾਂਦਾ। ਇਹ ਵੀ ਇੱਕ ਵਰਤਾਰਾ ਹੈ। ਗਿੱਲੜ ਹੁੰਦਾ ਨੂੰ ਗਿੱਲੜ ਵਾਲੇ ਬੰਦੇ ਘੱਟ ਮਿਲਣਗੇ, ਲੇਕਿਨ ਫੰਕਸ਼ਨ ਡਿਸਟਰਬ ਵਾਲੇ ਬੰਦੇ ਬਹੁਤ ਮਿਲਣਗੇ। ਇਸ ਕਰਕੇ ਜੇ ਅਗਰ ਬੱਚੇ 'ਚ ਡਿਸਟਰਬ ਹੋ ਜਾਏ ਤਾਂ ਉਹ ਬੱਚਾ ਉਹ ਰਹਿ ਜਾਂਦਾ, ਬੌਣਾ ਰਹਿ ਜਾਂਦਾ। ਜੇ ਛੋਟੇ ਬੱਚੇ 'ਚ ਕਿਤੇ ਡਿਸਟਰਬ ਹੋ ਗਿਆ ਥਾਇਰਾਇਡ ਤਾਂ ਉਹ ਬੌਣਾ ਰਹਿ ਜਾਂਦਾ। ਅਤੇ ਬੌਣੇ ਆਪਣੇ ਦੋ ਤਰ੍ਹਾਂ ਦੇ ਹੁੰਦੇ ਸੀਗੇ। ਇੱਕ ਜਿਹੜੇ ਤੁਸੀਂ ਸਰਕਸਾਂ 'ਚ ਬੌਣੇ ਦੇਖੇ ਹੋਣੇ ਆ, ਜਿਹੜੇ ਬੜੇ ਇੰਟੈਲੀਜੈਂਟ ਬੌਣੇ ਹੁੰਦੇ ਸੀਗੇ, ਉਹ ਤਾਂ ਹੁੰਦੀ ਸੀ ਪਿਚੂਟਰੀ ਡਵਾਰਫ ਕਹਿੰਦੇ ਸੀ ਉਹਨੂੰ। ਪਿਚੂਟਰੀ ਗਲੈਂਡ ਦੀ ਫੰਕਸ਼ਨਿੰਗ ਘੱਟ ਹੋ ਗਈ ਅਤੇ ਉਹ ਬੰਦੇ ਦਾ ਸਰੀਰ ਗਰੋ ਨਹੀਂ ਕੀਤਾ, ਮਾਈਂਡ ਗਰੋ ਕਰ ਗਿਆ, ਦਿਮਾਗ ਗਰੋ ਕਰ ਗਿਆ, ਪਰ ਮਾਈਂਡ ਜਿਹੜਾ ਹੈ ਸਰੀਰ ਨਹੀਂ ਗਰੋ ਕੀਤਾ, ਅਤੇ ਉਹ ਬੌਣੇ ਰਹਿ ਜਾਂਦੇ ਸੀ। ਲੇਕਿਨ ਬੜੇ ਸ਼ਰਾਰਤੀ ਔਰ ਇੰਟੈਲੀਜੈਂਟ ਹੁੰਦੇ ਸੀਗੇ। ਤੁਸੀਂ ਸਰਕਸਾਂ 'ਚ ਜੋਕਰ ਦਾ ਕੰਮ ਉਹਨਾਂ ਤੋਂ ਅਕਸਰ ਲੈਂਦੇ ਹੁੰਦੇ ਸੀ। ਲੇਕਿਨ ਜਿਹੜਾ ਥਾਇਰਾਇਡ ਵਾਲਾ ਡਵਾਰਫ ਹੁੰਦਾ, ਥਾਇਰਾਇਡ ਦਾ ਵਾਲਾ ਜਿਹੜਾ ਠਿਗਣਾ ਬੰਦਾ ਹੁੰਦਾ, ਉਹ ਡਫਰ ਹੁੰਦਾ, ਕਿਉਂਕਿ ਉਹਦਾ ਥਾਇਰਾਇਡ ਬ੍ਰੇਨ ਨੂੰ ਕੰਮ ਕਰਨ ਲਈ ਬਹੁਤ ਜ਼ਰੂਰੀ ਚਾਹੀਦਾ। ਜੇ ਥਾਇਰਾਇਡ ਘੱਟ ਹੈ ਤਾਂ ਉਹਦਾ ਸਰੀਰ ਵੀ ਠਿਗਣਾ ਰਹਿ ਗਿਆ ਅਤੇ ਬ੍ਰੇਨ ਵੀ ਕੰਮ ਨਹੀਂ ਕਰ ਰਿਹਾ। ਪਿਚੂਟਰੀ ਦਾ ਗੁਣ ਇਹ ਹੈ ਕਿ ਪਿਚੂਟਰੀ ਬ੍ਰੇਨ ਨੂੰ ਨਹੀਂ ਚਾਹੀਦੀ, ਬ੍ਰੇਨ ਨੇ ਕੰਮ ਵਧੀਆ ਕਰੀ ਜਾਣਾ, ਲੇਕਿਨ ਪਿਚੂਟਰੀ ਸਰੀਰ ਨੂੰ ਚਾਹੀਦੀ ਸੀ, ਸਰੀਰ ਉਹਦਾ ਠਿਗਣਾ ਰਹਿ ਗਿਆ। ਜੇ ਬੰਦੇ ਦੇ ਥਾਇਰਾਇਡ ਡਿਸਟਰਬ ਹੋ ਗਿਆ, ਇਹਦਾ ਮਤਲਬ ਉਹਦਾ ਦਿਮਾਗ ਕੰਮ ਵੀ ਕਰਨਾ ਘੱਟ ਗਿਆ ਬੰਦੇ ਦਾ? ਨਹੀਂ, ਉਹ ਬਿਲਕੁਲ ਸੁਸਤ ਹੋ ਜਾਂਦੇ ਬੰਦੇ। ਉਹ ਸੁਸਤ 'ਚ ਉਹ ਗੱਲ ਕਰਨਗੇ ਤਾਂ ਹੌਲੀ ਕਰਨਗੇ, ਜੇ ਕੰਮ ਕਰਨਗੇ ਤਾਂ ਵੀ ਹੌਲੀ ਕਰਨਗੇ। ਜੇ ਉਹਨੂੰ ਤੂੰ ਕਹਿ ਦਿੱਤਾ ਵੀ ਭੱਜ ਕੇ ਕੰਮ ਕਰ ਤਾਂ ਨਹੀਂ ਕਰ ਸਕੇਗਾ, ਉਹ ਬਿਲਕੁਲ ਸਲੋ ਹੋ ਜਾਂਦੇ ਬੰਦੇ। ਸਲੱਗਿਸ਼ਨੈਸ ਉਹਦਾ ਪਾਰਟ ਹੈ। ਜ਼ਿਆਦਾ ਸੌਣਗੇ
ਜ਼ਿਆਦਾ ਸੌਣਗੇ, ਚੁਸਤ ਨਹੀਂ ਰਹਿਣਗੇ, ਮਤਲਬ ਦਿਨ 'ਚ ਵੀ ਸੌਣ ਦੀ ਕੋਸ਼ਿਸ਼ ਕਰਨਗੇ। ਹਾਂ, ਬਸ ਲੱਛਣ ਤਾਂ ਉਹਦੇ ਬਹੁਤ ਸਾਰੇ ਨੇ, ਜਿਵੇਂ ਸੋਜਾ ਰਹੇਗਾ, ਹੱਥਾਂ ਪੈਰਾਂ 'ਤੇ ਸੋਜਾ ਰਹੇਗਾ, ਪੇਟ ਦੀ ਕਬਜੀ ਹੋ ਜਾਏਗੀ, ਹਾਰਟ ਰੇਟ ਸਲੋ ਹੋ ਜਾਏਗਾ, ਹਾਰਟ ਰੇਟ ਦਾ ਫਲੋ ਵੀ ਘਟ ਜਾਏਗਾ। ਫਿਰ ਤੁਹਾਡਾ ਉਧਰੋਂ ਬੀਪੀ ਵੱਧ ਜਾਂਦਾ, ਉਹਦੇ 'ਚ ਕੋਲੈਸਟਰੋਲ ਵੱਧ ਜਾਂਦੀ ਹੈ, ਕੋਲੈਸਟਰੋਲ ਦਾ ਮੈਟਾਬੋਲਿਜ਼ਮ ਘਟ ਜਾਂਦਾ, ਫੈਟ ਦਾ ਤਾਂ ਕੋਲੈਸਟਰੋਲ ਵੱਧ ਜਾਏਗੀ। ਤਾਂ ਇਸ ਕਰਕੇ ਤਕਰੀਬਨ ਸਾਰੀ ਬਾਡੀ ਜਿਹੜੀ ਹੈ ਇਹਦੇ ਨਾਲ ਡਿਸਟਰਬ ਹੁੰਦੀ ਹੈ। ਬਿਲਕੁਲ, ਇਨਫਰਟੀਲਿਟੀ ਵੀ ਪਾਰਟ ਹੈ, ਥਾਇਰਾਇਡ ਇਨਫਰਟੀਲਿਟੀ ਨੂੰ ਵੀ ਕੰਟਰੀਬਿਊਟ ਕਰ ਸਕਦਾ। ਸੋ ਇਹ ਹਾਂ, ਬਿਲਕੁਲ ਇਹ ਸਾਰੇ ਇਕੱਲੇ ਅੰਗ ਨੂੰ ਅਫੈਕਟ ਕਰਦਾ, ਇਕੱਲੇ ਅੰਗ ਨੂੰ ਅਫੈਕਟ ਕਰਦਾ। ਸੋ ਇਸ ਕਰਕੇ ਥਾਇਰਾਇਡ ਗਲੈਂਡ ਦਾ ਜਿਹੜਾ ਪ੍ਰੋਪਰਲੀ ਫੰਕਸ਼ਨ ਕਰਨਾ ਬੇਹੱਦ ਜ਼ਰੂਰੀ ਹੁੰਦਾ ਠੀਕ ਫੰਕਸ਼ਨਿੰਗ ਕਰਨ ਲਈ। ਅਤੇ ਇੱਦਾਂ ਜਿਹੜੀ ਆਪਾਂ ਗੱਲ ਕਰ ਰਹੇ ਸੀ ਕਿ ਬਾਕੀ ਗਲੈਂਡ ਵੀ ਡਿਸਟਰਬ ਹੋ ਰਹੇ ਆ, ਅਤੇ ਉਹਦੇ ਜਿਹੜੇ ਕਾਰਨ ਜਿਹੜੇ ਨੇ ਕਾਮਨ ਜਿਹੇ ਕਾਰਨ ਜਿਹੜੇ ਨੇ ਨਿਕਲ ਕੇ ਸਾਹਮਣੇ ਆ ਰਹੇ ਆ, ਉਹ ਆ ਰਹੇ ਆ ਕਿ ਸਾਡੇ ਜਿਹੜੀ ਹਾਰਮੋਨਸ ਸਾਡੇ ਐਨਵਾਇਰਨਮੈਂਟ ਦੇ ਅੰਦਰ ਹਾਰਮੋਨਲ ਡਿਸਰਪਟਰਸ ਬਹੁਤ ਜ਼ਿਆਦਾ ਨੇ, ਜਿਹੜੇ ਸਾਡੇ ਹਾਰਮੋਨ ਨੂੰ ਕੰਮ ਨਹੀਂ ਕਰਨ ਦੇ ਰਹੇ, ਉਹਨੂੰ ਅਸੀਂ ਕਹਿੰਦੇ ਹਾਰਮੋਨਲ ਡਿਸਰਪਟਰਸ। ਹਾਰਮੋਨਲ ਡਿਸਰਪਟਰ ਹਵਾ ਵਿੱਚ ਵੀ ਹੈਗੇ ਆ ਪੋਲਿਊਸ਼ਨ ਕਰਕੇ, ਉਹ ਪਾਣੀ ਵਿੱਚ ਵੀ ਹੈਗੇ, ਹੈਵੀ ਮੈਟਲਸ ਆ ਰਹੇ ਆ ਥੱਲੇ ਗਰਾਊਂਡ ਵਾਟਰ ਦੇ ਅੰਦਰ, ਹੈਵੀ ਮੈਟਲ ਨੇ, ਉਹ ਵੀ ਡਿਸਟਰਪਟਰਸ ਨੇ। ਔਰ ਜਿਹੜੇ ਖੇਤੀ ਦੇ ਅੰਦਰ ਕੈਮੀਕਲ ਯੂਜ਼ ਹੋ ਰਹੇ ਆ, ਉਹ ਵੀ ਡਿਸਟਰਪਟਰ ਨੇ। ਅਤੇ ਜਿਹੜੀ ਇੰਡਸਟਰੀ 'ਚ ਬਹੁਤ ਸਾਰੇ ਕੈਮੀਕਲ ਯੂਜ਼ ਹੋ ਰਹੇ ਆ, ਉਹ ਵੀ ਕਿਤੇ ਨਾ ਕਿਤੇ ਡਿਸਟਰਪਟਰ ਨੇ। ਔਰ ਜਿਹੜੀ ਫੂਡ ਸਨਅਤ ਹੈ, ਬਹੁਤ ਸਾਰੇ ਐਡੀਟਿਵ ਜਿਹੜੇ ਫੂਡ 'ਚ ਪਾ ਰਹੀ ਉਹ ਵੀ ਨੇ। ਤਾਂ ਇਹ ਪੂਰੀ ਦੀ ਪੂਰੀ ਹਨੇਰੀ ਛਾਈ ਹੋਈ ਹੈ ਇਹਨਾਂ ਸਾਰੇ ਕੈਮੀਕਲ ਦੀ। ਤੁਸੀਂ ਦੇਖੋ ਸਾਰਿਆਂ ਪਾਸੇ ਹੀ ਹੈ। ਜੇ ਤਾਂ ਆਪਾਂ ਇਕੱਲੇ ਹਵਾ ਦੀ ਮਾਰ 'ਚ ਹੁੰਦੇ ਤਾਂ ਮੰਨ ਲੈਂਦੇ, ਜੇ ਪਾਣੀ ਦੀ ਮਾਰ 'ਚ ਹੁੰਦੇ ਤਾਂ ਵੀ, ਫੂਡ ਦੀ ਮਾਰ 'ਚ ਹੁੰਦੇ ਤਾਂ ਖੇਤੀ ਵਾਲੇ ਕੈਮੀਕਲ ਹੋ ਗਏ। ਫਿਰ ਅੱਗੇ ਸਨਅਤਾਂ ਨੇ ਹੋਰ ਤੁਹਾਡੇ ਉੱਪਰ ਵਿਛਾੜ ਕਰਤੀ ਕੈਮੀਕਲ ਦੀ। ਫਿਰ ਤੁਹਾਡਾ ਖਾਣਾ ਪੀਣਾ ਤੁਸੀਂ ਗਲਤ ਕਰ ਲਿਆ, ਆਪਣਾ ਖਾਣ ਪੀਣ ਤਾਂ ਸਿਹਤਮੰਦ ਨਹੀਂ ਰਹੇ। ਤਾਂ ਅਸੀਂ ਇੰਨੇ ਜ਼ਿਆਦਾ ਫੈਕਟਰ ਆਪਣੇ ਆਪ ਨੂੰ ਬਿਮਾਰ ਕਰਨ ਵਾਲੇ ਕਰ ਲਏ ਹੋਏ ਕਿ ਸਾਡੇ ਸਾਰੇ ਜਿਹੜੇ ਨੇ ਹਾਰਮੋਨਸ ਨੇ ਉਹ ਡਿਸਟਰਬ ਹੋ ਰਹੇ ਆ। ਅਤੇ ਉਹਦਾ ਜਿਹੜਾ ਥਾਇਰਾਇਡ ਦੀ ਆਪਾਂ ਜਿਹੜੀ ਅੱਜ ਦਾ ਵਿਸ਼ਾ ਜਿਹੜਾ ਆਪਣਾ ਥਾਇਰਾਇਡ ਦਾ, ਤਾਂ ਥਾਇਰਾਇਡ ਦੀ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਉਹ ਹੈਗੀ ਆ ਹਾਈਪੋਥਾਇਰਾਇਡਿਜ਼ਮ। ਜਿਹੜਾ ਜਾਣੀ ਕਿ ਥਾਇਰਾਇਡ ਘੱਟ ਬਣ ਰਿਹਾ, ਉਹ ਇੱਕ ਬਹੁਤ ਭਿਅੰਕਰ ਬਿਮਾਰੀ ਹੈ ਔਰ ਬਹੁਤ ਹੀ ਜ਼ਿਆਦਾ ਹੈ। ਜਿਹੜਾ ਹਾਈਪਰ ਹੈ ਉਹ ਵੀ ਭਿਅੰਕਰ ਬਿਮਾਰੀ ਹੈ, ਲੇਕਿਨ ਉਹਦੀ ਜਿਹੜੀ ਮਰੀਜ਼ਾਂ ਦੀ ਗਿਣਤੀ ਜਿਹੜੀ ਹੈ ਬਹੁਤ ਥੋੜ੍ਹੀ ਹੈ। ਬਹੁਤ ਥੋੜ੍ਹੇ ਜਿਹੇ ਮਰੀਜ਼ਾਂ 'ਚ ਉਹ ਜਿਹੜਾ ਉਹ ਹਾਈਪਰ ਹੁੰਦਾ। ਹਾਈਪਰ ਅਤੇ ਹਾਈਪੋ ਦੋਨਾਂ ਦੇ ਵਿੱਚ ਜਿਹੜਾ ਇੱਕ ਤਾਂ ਹੁੰਦਾ ਤੁਸੀਂ ਦੱਸਦਾ ਵੀ ਜੇ ਘੱਟ ਬਣ ਰਿਹਾ ਤਾਂ ਉਹਦੇ 'ਚ ਬੰਦਾ ਮੋਟਾ ਹੋਣ ਲੱਗ ਜਾਂਦਾ, ਅਤੇ ਜੇ ਵੱਧ ਬਣ ਰਿਹਾ ਤਾਂ ਉਹਦੇ 'ਚ ਬੰਦਾ ਪਤਲਾ ਹੋਣ ਲੱਗ ਜਾਂਦਾ। ਪਤਲਾ ਕਿੱਦਾਂ ਹੋਣ ਲੱਗ ਜਾਂਦਾ? ਮਤਲਬ ਭਾਰ ਘਟ ਗਿਆ, ਭਾਰ ਘਟਣ ਲੱਗ ਜਾਂਦਾ, ਭਾਰ ਘਟੀ ਜਾਊਗਾ, ਉਹਦੇ ਚਮੜੀ ਥੱਲੇ ਫੈਟ ਹੋਊਗਾ ਨਹੀਂ, ਫੈਟ ਜੰਮਦਾ ਹੀ ਨਹੀਂ ਹੈ। ਉਹਦੇ ਜਿਹੜਾ ਹਾਈਪਰ ਵਾਲਾ ਬੰਦਾ ਹੁੰਦਾ ਉਹਦੇ ਫੈਟ ਜੰਮਣਾ ਔਖਾ ਹੁੰਦਾ। ਅਤੇ ਉਹਦੇ 'ਚ ਇੱਕ ਤਾਂ ਅੱਖਾਂ ਮੋਟੀਆਂ ਹੋ ਜਾਂਦੀਆਂ ਨੇ, ਡਰਾਉਣੀਆਂ ਜਿਹੀ ਹੋ ਜਾਂਦੀਆਂ ਅੱਖਾਂ, ਨਹੀਂ ਜਿਹੜੇ ਤੁਹਾਡੇ ਹੁੰਦੀ ਨਾ, ਜਿਵੇਂ ਪੁਤਲੀ ਹੈ ਜਿਹੜੀਆਂ ਤੁਹਾਡੀਆਂ ਆਈ ਲੈਸ਼ਿਜ਼ ਨੇ ਤੁਹਾਡੇ ਜਿਹੜੇ, ਇਹ ਨਹੀਂ, ਉਹ ਹੁੰਦੀਆਂ ਜਸਟ ਮਾਰਜਨ 'ਤੇ। ਤੁਸੀਂ ਮੇਰੀਆਂ ਅੱਖਾਂ ਵੱਲ ਦੇਖੋ, ਮੇਰੇ ਜਿਹੜੀ ਅੱਖਾਂ ਨੇ ਉਹ ਸਿਰਫ ਉੱਥੋਂ ਤੱਕ ਨੇ ਕਾਲਾ ਜਾਂ ਥੱਲੇ ਕਾਲਾ, ਲੇਕਿਨ ਉਹਨਾਂ ਦੇ ਵਿੱਚ ਕੀ ਹੋਗਾ, ਉੱਪਰਲਾ ਚਿੱਟਾ ਵੀ ਦਿਖਦਾ ਹੋਊਗਾ, ਥੱਲੜਾ ਚਿੱਟਾ ਵੀ ਦਿਖੇਗਾ। ਸੋ ਬੜਾ ਡਰਾਉਣੀ ਜਿਹੀ ਅੱਖ ਹੋ ਜਾਂਦੀ ਹੈ। ਮਤਲਬ ਉਹਨਾਂ ਦੇ ਉਸ ਡੇਲੇ ਦੇ ਜਿਹੜਾ ਕਾਲਾਪਨ ਹੈ ਉਸ ਤੋਂ ਉੱਪਰ ਚਿੱਟਾ ਹੁੰਦਾ ਨਾ, ਉੱਪਰਲਾ ਚਿੱਟਾ ਵੀ ਦਿਖਦਾ ਹੋਊਗਾ ਅਤੇ ਥੱਲੜਾ ਚਿੱਟਾ ਵੀ ਦਿਖਦਾ ਹੋਊਗਾ। ਸੋ ਉਹਦੀ ਅੱਖ ਐ ਮੋਟਾ ਹੋ ਜਾਊਗੀ, ਭਾਰੀ ਜੀ। ਹਾਂ, ਬਿਲਕੁਲ ਇੱਦਾਂ ਜਿਹੜਾ ਬਹੁਤ ਕੰਟਰਾਸਟ ਵਿੱਚ ਹੁੰਦਾ। ਦੂਜੀ ਗੱਲ ਫਿਰ ਹੁੰਦਾ ਮੂੰਹ ਜਿਹੜੇ ਨੇ ਉਹਦੇ, ਜੇ ਮੰਨ ਲਓ ਉਹ ਮੂੰਹ ਆਹ ਜਿਹੜਾ ਗੱਲਾਂ ਦਾ ਫੈਟ ਹੁੰਦਾ ਇਹ ਬਿਲਕੁਲ ਖਤਮ ਹੋ ਜਾਏਗਾ, ਮੂੰਹ ਦਾ ਫਲੈਟ ਜਿਹਾ ਹੋ ਜਾਏਗਾ। ਜਿਹੜੇ ਹੱਥ ਨੇ ਪਤਲੇ ਹੋ ਜਾਣਗੇ, ਹੱਥਾਂ 'ਚ ਟਰੈਮਰਸ ਆ ਜਾਣਗੇ ਥੋੜ੍ਹੇ, ਉਹ ਕੰਬਣ ਲੱਗ ਜਾਣਗੇ, ਅਤੇ ਉਹ ਕਹਿਣਗੇ ਵੀ ਮੈਨੂੰ ਉਹ ਹੁੰਦਾ। ਤੁਸੀਂ ਲਾ ਕੇ ਦੇਖੋਗੇ, ਪਲਸ ਗਿਣ ਕੇ ਦੇਖੋਗੇ, ਪਲਸ ਜ਼ਿਆਦਾ ਹੋਏਗੀ ਉਹਨਾਂ ਦੀ, ਹਾਰਟ ਰੇਟ ਵੱਧ ਹੋਏਗਾ, ਰੈਸਪੀਰੇਟਰੀ ਰੇਟ ਵੱਧ ਹੋਏਗਾ। ਸੋ ਇਹ ਸਾਰੀ ਗਰਮੀ ਜ਼ਿਆਦਾ ਲੱਗੇਗੀ ਉਹਨਾਂ ਨੂੰ, ਪਸੀਨਾ ਜ਼ਿਆਦਾ ਆਏਗਾ, ਟੱਟੀਆਂ ਜ਼ਿਆਦਾ ਆਉਣਗੀਆਂ, 1 2 3 4 ਵਾਰੀ ਲੈਟਰਨ ਜਾਣਗੇ, ਉਹ ਪਤਲੀ ਲੈਟਰਨ ਆਏਗੀ। BP ਵੀ ਜ਼ਿਆਦਾ ਹੋ ਸਕਦਾ, ਲੇਕਿਨ ਜੇ ਹਾਰਟ ਰੇਟ ਜ਼ਿਆਦਾ ਵੱਧਦਾ, ਫਰਟੀਲਿਟੀ ਇੰਪੋਰਟੈਂਸੀ ਉਹਦੇ 'ਚ ਹੋਣਾ। ਇਨਫਰਟੀਲਿਟੀ ਇੰਪੋਰਟੈਂਸੀ ਸ਼ਾਇਦ ਉਹਨਾਂ 'ਚ ਮੇਰੇ ਖਿਆਲ ਨਹੀਂ ਜ਼ਿਆਦਾ ਬਹੁਤੀ ਹੁੰਦੀ, ਹਾਈਪੋ ਵਾਲਿਆਂ 'ਚ ਜ਼ਿਆਦਾ ਹੁੰਦੀ ਹੈ। ਹਾਈਪਰ ਵਾਲਿਆਂ 'ਚ ਇਨਫਰਟੀਲਿਟੀ ਹੋ ਸਕਦਾ ਥੋੜ੍ਹੀ ਬਹੁਤੀ ਕਰਦੇ ਹੋਵੇ, ਤਾਂ ਉਹ ਦੇਖਣਾ ਪਏਗਾ ਮੈਨੂੰ। ਤਾਂ ਇਹ ਜਿਹੜੀ ਹਾਈਪੋ ਵਾਲਿਆਂ 'ਚ ਜ਼ਿਆਦਾ ਸੰਭਾਵਨਾ ਹੈ। ਤਾਂ ਉਹ ਜਿਹੜੀ ਹਾਈਪਰ ਵਾਲੇ ਬੰਦੇ ਨੇ ਉਹ ਥੋੜ੍ਹੇ ਹੁੰਦੇ ਆ, ਉਹ ਜ਼ਿਆਦਾ ਨਹੀਂ ਹੁੰਦੇ। ਹੁਣ ਇਹਦੇ 'ਚ ਦੱਸੋ ਵੀ ਹਾਈਪੋ ਕਿਹਨਾਂ ਲੋਕਾਂ ਨੂੰ ਹੋ ਜਾਂਦਾ ਅਤੇ ਹਾਈਪਰ ਕਿਹਨਾਂ ਲੋਕਾਂ ਨੂੰ? ਨਹੀਂ, ਕੁਛ ਨਹੀਂ, ਇਹਦਾ ਕੋਈ ਕ੍ਰਾਈਟੇਰੀਆ ਨਹੀਂ ਹੈ, ਕੁਛ ਨਹੀਂ ਪਤਾ ਇਹਦਾ ਵੀ ਇਹ ਹਾਈਪਰ ਕਿਉਂ ਹੁੰਦਾ ਅਤੇ ਹਾਈਪੋ ਕਿਉਂ ਹੁੰਦਾ। ਨਹੀਂ, ਕੋਈ ਐਸਾ ਕੋਈ ਨਹੀਂ ਵੀ ਹਾਈਪਰ ਕਿਉਂ ਹੋਇਆ ਅਤੇ ਹਾਈਪੋ ਕਿਉਂ ਹੋਇਆ। ਜਨਰਲ ਜੇ ਕਾਰਨ ਹੈਗੇ ਆ
ਕਿ ਵੀ ਜਿਹੜੇ ਥਾਇਰਾਇਡ ਨੂੰ ਡਿਸਟਰਬ ਕਰ ਰਹੀ ਚੀਜ਼ ਹੈ, ਉਹ ਕੋਈ ਚੀਜ਼ ਡਿਸਟਰਬ ਕਰ ਰਹੀ ਹੈ ਜਿਹੜੀ ਤੁਹਾਡੇ T3 T4 ਨੂੰ ਬਣਨ ਨਹੀਂ ਦੇ ਰਹੀ, ਜਾਂ ਜੇ ਬਣ ਰਿਹਾ ਤਾਂ ਉਹਨੂੰ ਕੰਮ ਨਹੀਂ ਕਰਨ ਦੇ ਰਹੀ, ਤਾਂ ਤੁਹਾਡੀ ਬਾਡੀ ਉਹ ਮੈਸੇਜ ਦਿੰਦੀ ਹੈ ਉਹਨੂੰ ਜਿਹੜਾ ਪਿਚੂਟਰੀ ਨੂੰ, ਕਿ ਤੂੰ ਹੋਰ ਬਣਾ T3 T4, ਫਿਰ T3 TSH ਵੱਧ ਗਿਆ, T3 T4 ਵੱਧ ਗਿਆ, ਨਾ ਘਟ ਗਿਆ, T3 T4 ਘਟ ਗਿਆ, TSH ਵੱਧ ਗਿਆ, ਤਾਂ ਆਪਾਂ ਕਹਿੰਦੇ ਮੈਂ ਹਾਈਪੋਥਾਇਰਾਇਡਿਜ਼ਮ ਹੋ ਗਿਆ। ਅਤੇ ਉਹਦੇ ਜਿਹੜੇ ਫੀਚਰਸ ਨੇ ਆਹੀ ਨੇ ਵੀ ਸੋਜਾ ਜਾਈ ਜਾਊਗਾ ਪੈਰਾਂ 'ਤੇ ਮੋਟਾਪਾ ਆ ਜਾਊਗਾ, BP ਵੱਧ ਜਾਏਗਾ, ਕੋਲੈਸਟਰੋਲ ਵੱਧ ਜਾਏਗਾ, ਹਾਰਟ ਰੇਟ ਸਲੋ ਹੋ ਜਾਏਗਾ, ਕੰਮ ਨਹੀਂ ਕਰੇਗਾ ਬੰਦਾ, ਸੁਸਤ ਹੋਏਗਾ, ਬਿਹੇਵੀਅਰ ਉਹਦਾ ਸੁਸਤ ਜਿਹਾ ਹੋ ਜਾਏਗਾ, ਖਿਜੇ ਨਹੀਂ, ਜ਼ਿਆਦਾ ਡਿਪਰੈਸ਼ਨ 'ਚ ਰਹਿੰਦੇ ਆ, ਖਿਜੇ ਹਾਈਪਰ ਵਾਲਾ ਖਿਜਿਆ ਰਹੇਗਾ, ਹਾਈਪਰ ਵਾਲਾ ਜ਼ਿਆਦਾ ਖਿਜਿਆ ਹੁੰਦਾ, ਉਹਨੂੰ ਗੁੱਸਾ ਜ਼ਿਆਦਾ ਹੁੰਦਾ, ਹਾਂ ਇਹਨੂੰ ਹਾਈਪੋ ਵਾਲੇ ਨੂੰ ਡਿਪਰੈਸ਼ਨ ਟਾਈਪ ਸਿੰਪਟਮ ਹੋਣਗੇ, ਅਤੇ ਉਹ ਜੀ ਨਹੀਂ ਕਰਦਾ। ਹਾਂ ਨਹੀਂ, ਮਾਈਗ੍ਰੇਨ ਦਾ ਕੋਈ ਦਾ ਸਿੱਧਾ ਤਾਲੁਕ ਨਹੀਂ ਹੈ ਥਾਇਰਾਇਡ ਨਾਲ। ਅਤੇ ਜਿਹੜਾ ਹੈਗਾ ਅੱਖਾਂ 'ਤੇ ਉੱਦਾਂ ਅੱਖਾਂ ਦੇ ਵਿਜ਼ਨ 'ਤੇ ਤਾਂ ਨਹੀਂ ਅਸਰ ਪੈਂਦਾ ਕੋਈ ਪਤਾ, ਤਾਂ ਲੇਕਿਨ ਦਿਖਣ ਨੂੰ ਅੱਖਾਂ ਜਿਹੜੀਆਂ ਨੇ ਉਹ ਹਾਈਪਰ ਵਾਲੇ ਦੀਆਂ ਜਿਹੜੀਆਂ ਨੇ ਡਰਾਉਣੀਆਂ ਜਿਹੀ ਹੋ ਜਾਂਦੀਆਂ। ਠੀਕ ਹੈ, ਇਹ ਹੋ ਗਿਆ ਵੀ ਇਹ ਕਿਉਂ ਹੁੰਦਾ, ਕੀ ਕਾਰਨ ਹੁੰਦੇ ਨੇ ਇਹਦੇ ਪਿੱਛੇ ਦੇ, ਅਤੇ ਬੰਦਾ ਜਦੋਂ ਹੁੰਦਾ ਤਾਂ ਉਹਨੂੰ ਕੀ ਲੱਛਣ ਹੋਣ ਲੱਗ ਜਾਂਦੇ ਨੇ, ਅਤੇ ਹੁਣ ਇਹ ਦੱਸੋ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਇਲਾਜ ਜਿਹੜੇ ਨੇ ਲੋਕੀ ਕਰਵਾ ਰਹੇ ਨੇ, ਅਤੇ ਕੀ ਉਹ ਇਲਾਜ ਕਾਰਗਰ ਹੈਗੇ ਨੇ? ਜਿਹੜਾ ਹਾਈਪੋਥਾਇਰਾਇਡਿਜ਼ਮ ਹੈ, ਥਾਇਰਾਇਡ ਘੱਟ ਹੈ, ਇਹਦੀ ਤਾਂ ਦਵਾਈ ਆ ਗਈ ਹੋਈ ਹੈ, ਥਾਇਰੋਕਸਿਨ ਉਹਦਾ ਨਾਂ ਹੈ, ਹਾਰਮੋਨਸ ਦਾ। ਅਤੇ ਥਾਇਰੋਕਸਿਨ ਜਿਹੜੀ ਹੈ ਮੈਨ ਮੇਡ ਥਾਇਰੋਕਸਿਨ ਦਿੰਦੇ ਅਸੀਂ, ਕਿਉਂਕਿ ਦੂਜੀ ਥਾਇਰੋਕਸਿਨ ਘੱਟ ਗਈ ਹੋਈ ਹੈ, ਤਾਂ ਮੈਨ ਮੇਡ ਥਾਇਰੋਕਸਿਨ ਦੇ ਕੇ ਆਪਾਂ ਕੰਮ ਚਲਾ ਲੈਂਦੇ ਉਹਦਾ। ਹਾਂ ਕੈਮੀਕਲ ਫਾਰਮ 'ਚ ਹੈ, ਉਹ ਕੈਮੀਕਲ ਉਹਦਾ ਬਣਾ ਲਿਆ ਹੋਇਆ, ਉਹਦੇ ਨਾਲ ਮਿਲਦਾ ਜੁਲਦਾ, ਤਾਂ ਉਹ ਦਿੰਦੇ ਆਪਾਂ ਉਹਨੂੰ, ਫਿਰ ਦੇ ਕੇ ਅਤੇ ਉਹ ਕੰਮ ਚੱਲੀ ਜਾਂਦਾ, ਕੁਛ ਫੀਚਰਸ ਠੀਕ ਹੋ ਜਾਂਦੇ ਆ, ਲੇਕਿਨ ਉਹਦਾ ਕਿੰਨੇ ਕੁ ਲੌਂਗ ਟਰਮ ਸਾਈਡ ਇਫੈਕਟ ਨੇ ਜਾਂ ਨਹੀਂ ਹੈ। ਉਹਦੇ ਸਾਈਡ ਇਫੈਕਟ ਇੱਦਾਂ ਦਾ ਕੋਈ ਬਹੁਤੇ ਜ਼ਿਆਦਾ ਨਹੀਂ ਹੈਗੇ, ਪਰ ਕੀ ਉਹ ਬਾਡੀ ਨੂੰ ਪੂਰੀ ਤਰ੍ਹਾਂ ਠੀਕ ਕਰਦਾ ਨਹੀਂ ਕਰਦਾ, ਇਹਦੇ ਬਾਰੇ ਕੁਛ ਨਹੀਂ ਕਿਹਾ ਜਾ ਸਕਦਾ ਕਿ ਲੇਕਿਨ ਉਹਦੀ ਡੋਜ਼ ਜ਼ਰੂਰ ਵੱਧ ਜਾਂਦੀ ਹੈ ਹੌਲੀ ਹੌਲੀ। ਹਾਂ, ਤਾਂ ਹਮੇਸ਼ਾ ਲਈ ਖਾਣ ਨੂੰ ਜ਼ਿਆਦਾਤਰ ਕਹਿੰਦੇ ਆ, ਘੱਟ ਹੀ ਲੋਕ ਨੇ ਜਿਹੜੇ ਛੱਡ ਪਾਉਂਦੇ ਆ। ਅਤੇ ਉਹਦੇ 'ਚ ਜਿਹੜਾ ਹਾਈਪਰ ਵਾਲਾ, ਉਹਦੀ ਵੀ ਦਵਾਈ ਹੈਗੀ ਹੈ ਉਹਨੂੰ ਦਬਾਉਣ ਦੀ, ਉਹ ਨਿਓਮਰਕਾਜ਼ੋਲ ਹੈ, ਤਾਂ ਉਹ ਨਿਓਮਰਕਾਜ਼ੋਲ ਜਿਹੜੀ ਹੈ ਉਹ ਦਵਾਈ ਹਾਈਪਰ ਵਾਸਤੇ ਹੈ, ਅਤੇ ਥਾਇਰੋਕਸਿਨ ਜਿਹੜੀ ਹੈ ਉਹ ਹਾਈਪੋ ਵਾਸਤੇ ਹੈ। ਇਹ ਦੋ ਦਵਾਈਆਂ ਜਿਹੜੀਆਂ ਨਾਲ ਕੀ ਹੁੰਦਾ ਕਿ ਕੰਟਰੋਲ 'ਚ ਇੱਕ ਵਾਰੀ ਆ ਜਾਂਦਾ। ਬਾਡੀ ਟੂ ਬਾਡੀ ਵੇਅਰ ਕਰਦਾ ਹੋਣਾ ਵੀ ਕਿਹਨੂੰ ਕਿਵੇਂ ਦੇਣੀ ਹੈਗੀ ਨਾ, ਜਿਹੜਾ ਹਾਈਪਰ ਵਾਲਾ ਹੋਊਗਾ ਉਹਦੇ 'ਚ ਉਲਟ ਹੋਊਗਾ ਨਾ, ਹਾਈਪਰ ਵਾਲੇ T3 T4 ਬਹੁਤ ਜ਼ਿਆਦਾ ਹੋਣਗੇ ਅਤੇ TSH ਘੱਟ ਹੋਏਗਾ, ਹਾਈਪੋ ਵਾਲੇ 'ਚ T3 T4 ਘੱਟ ਹੋਣਗੇ ਅਤੇ TSH ਜ਼ਿਆਦਾ ਹੋਏਗਾ। ਮੈਂ ਇਹ ਕਹਿ ਰਿਹਾ ਕਿ ਬਾਡੀ ਟੂ ਬਾਡੀ ਵੇਅਰ ਕਰਦਾ ਹੋਵੇ, ਕਿੰਨੀ ਮਾਤਰਾ 'ਚ ਕਿੰਨੀ ਮਾਤਰਾ ਜਿਹੜੀ ਉਹ ਲੈਵਲ 'ਤੇ ਨਿਰਭਰ ਕਰਦੀ ਹੈ, ਘੱਟ ਤੋਂ ਸ਼ੁਰੂ ਕਰਦੇ ਆਮ ਤੌਰ 'ਤੇ, ਫਿਰ ਵਧਾਈ ਜਾਂਦੇ ਹੌਲੀ ਹੌਲੀ ਵਧਾਈ ਜਾਂਦੇ ਆ, ਤਾਂ ਉਹ ਵਧਾ ਕੇ ਜਿਹੜਾ ਦਵਾਈਆਂ ਦੇ ਨਾਲ ਕੰਟਰੋਲ 'ਚ ਆ ਜਾਂਦੇ ਆ। ਅਤੇ ਬਹੁਤੇ ਜਿਹੜੇ ਲੋਕ ਨੇ ਅੱਜ ਦੇਖੋਗੇ ਥਾਇਰਾਇਡ ਦੇ, ਉਹ ਦਵਾਈਆਂ ਸ਼ੀਸ਼ੀ ਕੋਲੇ ਰੱਖਦੇ ਆ, ਤਾਂ ਕੋਈ ਦਵਾਈਆਂ ਮਹਿੰਗੀ ਵੀ ਨਹੀਂ ਹੈ ਬਹੁਤੀ, ਤਾਂ ਉਹ ਲੋਕ ਖਾਈ ਜਾਂਦੇ ਆ ਆਰਾਮ ਨਾਲ ਖਾਈ ਜਾਂਦੇ ਆ। ਪਰ ਜਿਹੜੇ ਲੋਕਾਂ ਨੂੰ ਉਹ ਫਿਰ ਕਈ ਵਾਰੀ ਹੁੰਦਾ ਕਿ ਪ੍ਰੋਪਰਲੀ ਕੰਟਰੋਲ ਨਹੀਂ ਹੋਇਆ, ਜਾਂ ਅਪ ਡਾਊਨ ਬਹੁਤ ਜ਼ਿਆਦਾ ਹੋਣ ਲੱਗ ਗਿਆ, ਕਦੀ ਦਵਾਈ ਵੱਧ ਗਈ ਕਦੀ ਘੱਟ ਗਈ, ਤਾਂ ਉਹ ਧਿਆਨ ਜਿਹਾ ਰੱਖਣਾ ਪੈਂਦਾ, ਟੈਸਟ ਟੁਸਟ ਜਿਹਾ ਕਰਾ ਕੇ ਹਰ ਵਾਰੀ ਕਿ ਉਹ ਨਾ ਹੋਵੇ ਵੀ ਦਵਾਈ ਖਾਓ ਉਲਟ ਹੋ ਜਾਏ, ਵੀ ਹਾਈਪੋ ਵਾਲਾ ਬੰਦਾ ਦਵਾਈ ਖਾ ਰਿਹਾ ਤਾਂ ਹੋ ਜਾਏ ਅੱਗੇ ਹਾਈਪਰ ਹੋ ਜਾਏ, ਹਾਈਪਰ ਵਾਲੀ ਦਵਾਈ ਖਾਂਦੇ ਜਾਂ ਹਾਈਪਰ ਵਾਲਾ ਬੰਦਾ ਖਾ ਰਿਹਾ ਤਾਂ ਹਾਈਪੋ ਹੋ ਜਾਏ, ਦੋਨੋਂ ਪਾਸੇ ਰਿਸਕ ਰਹਿੰਦਾ। ਤਾਂ ਉਹ ਅਟੈਕ ਵੀ ਹੁੰਦਾ ਵੀ ਕਿਸੇ ਨੂੰ ਵੀ ਤੇਜ਼ ਹੋ ਗਿਆ, ਘਟ ਗਿਆ, ਇੱਦਾਂ ਨਹੀਂ, ਅਟੈਕ ਵਾਲੀ ਨਹੀਂ ਕੋਈ ਗੱਲ ਹੁੰਦੀ, ਕਰੋਨਿਕ ਡਿਜ਼ੀਜ਼ ਹੈ ਬੇਸਿਕਲੀ, ਕਰੋਨਿਕ ਡਿਜ਼ੀਜ਼ ਹੈ, ਇਹਦੇ ਅਟੈਕ ਵਾਲਾ ਕੁਛ ਨਹੀਂ ਹੁੰਦਾ, ਨਾ ਤੀਬਰ ਰੋਗ ਨਹੀਂ ਹੈ, ਇਹ ਕਰੋਨਿਕ ਡਿਜ਼ੀਜ਼ ਹੈ। ਅਤੇ ਇਹਦੇ 'ਚ ਬਸ ਉਹੀ ਵੀ ਧਿਆਨ ਜਿਹਾ ਰੱਖਣਾ ਪੈਂਦਾ। ਅਤੇ ਦੂਜੀ ਗੱਲ ਇਹ ਹੈ ਵੀ ਇਸ ਗੱਲ ਦੀ ਸੰਭਾਵਨਾ ਹੈ ਕਿ ਪੇਸ਼ੈਂਟ ਵੀ ਖੁਦ ਕੌਨਸ਼ੀਅਸ ਹੁੰਦਾ ਕਿ ਡਰੱਗਸ ਹੈ ਤਾਂ ਕੈਮੀਕਲ ਹੈ ਨਾ, ਉਹਦੀ ਡੋਜ਼ ਵਧੇਗੀ ਸਮੇਂ ਨਾਲ, ਕਿਉਂਕਿ ਬਾਡੀ ਨੇ ਉਹਨੂੰ ਡਿਸਟਰੋਏ ਕਰਨਾ ਸ਼ੁਰੂ ਕਰ ਦੇਣਾ, ਅਤੇ ਡੋਜ਼ ਵਧੇਗੀ ਤਾਂ ਉਹਦੇ ਫਿਰ ਸਾਈਡ ਇਫੈਕਟਸ ਹੋਣਗੇ। ਸੋ ਹਰ ਦਵਾਈ ਦੇ ਆਪਣੇ ਸਾਈਡ ਇਫੈਕਟਸ ਨੇ, ਸਾਈਡ ਇਫੈਕਟ ਹਾਈਪੋ ਵਾਲੀ ਦਵਾਈ ਦੇ ਵੀ ਨੇ, ਹਾਈਪਰ ਵਾਲੇ ਦੇ ਵੀ ਹੈਗੇ ਨੇ। ਸੋ ਇਸ ਕਰਕੇ ਉਹ ਕੋਈ ਵਧੀਆ ਇਲਾਜ ਨਹੀਂ ਹੈ, ਮਤਲਬ ਜੜ੍ਹ ਤੋਂ ਨਹੀਂ ਇਲਾਜ ਹੋਇਆ, ਉਹ ਆਪਣੇ ਉਹਨੂੰ ਦਬਾ ਲਿਆ ਇੱਕ ਕਿਸਮ ਦਾ ਉਸ ਬਿਮਾਰੀ ਨੂੰ, ਅਤੇ ਉਹ ਦਬਾ ਕੇ ਉਹ ਦਬਾਉਣਾ ਦਾ ਇਸ ਕਰਕੇ ਵੀ ਮਤਲਬ ਸਪਸ਼ਟ ਹੈ ਕਿ ਦਬਾਉਣ ਵਾਲੀ ਗੱਲ ਜਿਹੜੀ ਹੈ ਕਿ ਆਪਾਂ ਨੂੰ ਸਾਰੀ ਉਮਰ ਖਾਣਾ ਪੈ ਰਿਹਾ। ਜੇ ਤਾਂ ਇਲਾਜ ਹੋ ਜਾਂਦਾ ਤਾਂ ਫਿਰ ਤਾਂ ਇਹਦਾ ਮਤਲਬ ਸੀ ਉਹ ਆਰਜੀ ਖਾ ਕੇ ਮਹੀਨਾ 2 ਮਹੀਨੇ 3 ਮਹੀਨੇ ਖਾ ਕੇ ਠੀਕ ਹੋ ਜਾਣਾ ਚਾਹੀਦਾ ਸੀਗਾ, ਲੇਕਿਨ ਉਹਦਾ ਪਰਮਾਨੈਂਟ ਖਾਣਾ ਪੈਂਦਾ। ਤਾਂ ਉਹ ਮਤਲਬ ਜਿਹਨੂੰ ਕਹਿੰਦੇ ਇੱਕ ਵਾਰੀ ਕੰਮ ਚਲਾਊ ਕੰਮ ਹੈ,
ਵੀ ਇਹ ਤੁਸੀਂ ਇੱਕ ਵਾਰੀ ਖਾ ਕੇ ਆਪਣਾ ਡੰਗ ਟਪਾਓ ਜਾਂ ਕਰੀ ਜਾਓ। ਹੁਣ ਆਈਏ ਆਪਾਂ ਕਿ ਨੈਚੁਰੋਪੈਥੀ ਇਸ ਸੰਬੰਧ ਵਿੱਚ ਕੀ ਕਹਿੰਦੀ ਹੈ। ਆਪਣੀ ਰਸੋਈ ਜਿਹੜੀ ਆ ਉਹ ਇੱਕ ਫਾਰਮੇਸੀ ਹੈਗੀ ਆ, ਆਪਾਂ ਹਰ ਵਾਰੀ ਜ਼ਿਕਰ ਕਰਦੇ ਹੈਗੇ ਆ, ਅਤੇ ਆਪਣਾ ਆਲਾ ਦੁਆਲਾ ਜਿਹੜਾ ਉਹ ਵੀ ਮੈਡੀਸਨਲ ਪਲਾਂਟ ਨਾਲ ਵੀ ਭਰਿਆ ਹੋਇਆ। ਘਰਾਂ ਦੇ ਵਿੱਚ ਵੀ ਆਪਾਂ ਨੇ ਬਹੁਤ ਸਾਰੇ ਮੈਡੀਸਨਲ ਪਲਾਂਟ ਲਾਏ ਹੋਏ ਨੇ, ਰਸੋਈ, ਵਿਹੜਾ ਅਤੇ ਆਲਾ ਦੁਆਲਾ। ਕੀ ਇਹਨਾਂ ਦੇ ਵਿੱਚੋਂ ਆਪਾਂ ਕੁਛ ਲੈ ਕੇ ਕੀ ਆਪਾਂ ਥਾਇਰਾਇਡ, ਹਾਈਪੋ ਜਾਂ ਹਾਈਪਰ ਨੂੰ ਠੀਕ ਕਰ ਸਕਦੇ? ਹਾਂ ਕੁਲਵੰਤ ਜੀ, ਬੜੀ ਖੁਸ਼ੀ ਦੀ ਗੱਲ ਇਹ ਹੈ ਕਿ ਹਾਈਪੋ ਅਤੇ ਹਾਈਪਰ ਦੋਨਾਂ ਥਾਇਰਾਇਡਸ ਨੂੰ, ਕਿਉਂਕਿ ਹਾਈਪੋ ਦੇ ਜ਼ਿਆਦਾ ਮਰੀਜ਼ ਨੇ, ਇਸ ਕਰਕੇ ਆਪਾਂ ਹਾਈਪੋ ਦੀ ਗੱਲ ਜ਼ਿਆਦਾ ਕਰਦੇ ਹਾਂ। ਤਾਂ ਹਾਈਪੋ ਜਿਹੜਾ ਹੈ ਇਹ ਨੈਚੁਰਲ ਡਾਈਟ ਨਾਲ, ਅਤੇ ਜਿਹੜਾ ਆਪਾਂ ਹੋਲਿਸਟਿਕ ਹੈਲਥ ਕੇਅਰ ਕਹਿੰਦੇ ਹਾਂ, ਜਿਹਨੂੰ ਆਪਾਂ ਨੇਚਰ ਕਿਉਰ ਕਹਿੰਦੇ ਹਾਂ, ਨੇਚਰ ਕਿਉਰ ਦੇ ਨਾਲ ਜੜ ਤੋਂ ਠੀਕ ਹੋ ਜਾਂਦਾ ਅਤੇ ਦਵਾਈ ਛੁੱਟ ਜਾਂਦੀ ਹੈ। ਉਹਦੀ ਆਪਾਂ ਡਿਟੇਲ 'ਚ ਗੱਲ ਕਰਦੇ ਹਾਂ ਕਿ ਦਵਾਈ ਕੀ ਕਰਨਾ ਹੈ ਅਤੇ ਕਿਵੇਂ ਦਵਾਈ ਛੁੱਟੇਗੀ। ਪਹਿਲੀ ਗੱਲ ਤਾਂ ਆਪਾਂ ਦਵਾਈ ਛੁੱਟਣ ਦੀ ਗੱਲ ਕਰ ਲੈਂ, ਕਿਉਂਕਿ ਇਹ ਆਪਾਂ ਡਾਈਟ ਖਾਵਾਂਗੇ ਨਾਲ ਦੀ ਨਾਲ ਥਾਇਰਾਇਡ ਠੀਕ ਹੋਣਾ ਸ਼ੁਰੂ ਹੋ ਜਾਂਦਾ। ਔਰ ਦੂਜੀ ਗੱਲ ਇੱਕ ਜਿਹੜਾ ਇਹਨੂੰ ਕਿਹਾ ਜਾ ਰਿਹਾ ਕਿ ਇਹ ਕਿਤੇ ਨਾ ਕਿਤੇ ਆਟੋ ਇਮਿਊਨ ਪ੍ਰੋਸੈਸ ਵੀ ਆ। ਆਟੋ ਇਮਿਊਨ ਪ੍ਰੋਸੈਸ ਹੈ, ਕਿਉਂਕਿ ਆਟੋ ਇਮਿਊਨ ਪ੍ਰੋਸੈਸ ਹੋਣ ਦਾ ਮਤਲਬ ਕੀ ਹੈ ਕਿ ਆਟੋ ਇਮਿਊਨ ਦਾ ਮਤਲਬ ਹੈ ਕਿ ਕੋਈ ਚੀਜ਼ ਤੁਹਾਨੂੰ ਇਹੋ ਜਿਹੀ ਹੈ ਜਿਹੜੀ ਬਾਡੀ ਐਕਸੈਪਟ ਨਹੀਂ ਕਰ ਰਹੀ, ਅਤੇ ਬਾਡੀ ਦੇ ਅੰਦਰ ਕੋਈ ਪ੍ਰੋਟੀਨ, ਪਾਰਟੀਕੂਲਰਲੀ ਪ੍ਰੋਟੀਨਸ ਹੁੰਦੇ ਆ ਜਿਹੜੇ ਜਾ ਕੇ ਤੁਹਾਡੇ ਜਿਹੜਾ ਇਮਿਊਨ ਸਿਸਟਮ ਹੈ ਉਹਨੂੰ ਕਨफ्यूज़ कर रहे हैं। मैं दर्शकों को बताना चाहूँगा, डॉक्टर अमर सिंह आज़ाद जो MBBS MD हैं, मैं आचार्य मनीष, हमारे साथ डॉक्टर अवधेश पांडे वो भी MBBS MD हैं, डॉक्टर बिस्वरूप राय चौधरी, डॉक्टर खादर वली, और हमारे पास 250 डॉक्टर्स की टीम, हमारी पूरी टीम ने मिल के पूरे भारत से शुगर को, BP को, जो गोलियां खिलाकर कंट्रोल करने का जो साइंस चल रही है, जिसको मेडिकल माफिया बोलते हैं, जो ये बोलता है कि गोली खा के कंट्रोल होती है, हम बिना दवाइयां शुगर को भी, BP को भी रिवर्स करना सिखा रहे हैं। तो आप हिम्स हॉस्पिटल चंडीगढ़ में संपर्क करो। ये यहाँ पे ये हिम्स हॉस्पिटल एंड इंस्टीट्यूट ऑफ इंटीग्रेटेड मेडिकल साइंसेस जो कि डेराबस्सी चंडीगढ़ में है। तो जब आप यहाँ पे आ रहे हैं तो क्या आपकी एक्सपेक्टेशन होनी चाहिए, वो एक्सपेक्टेशन हमारे थेरेपी से मैच हो रही कि नहीं, ये आपके लिए जानना ज़रूरी है बिफोर यू स्टार्ट थिंकिंग अबाउट कमिंग हेयर। यहाँ आने से पहले कुछ बातें आपके दिमाग में क्लियर होनी चाहिए। तो उनमें एक काम हमारा होता है कि ड्रग्स, दवाइयाँ जो नशीली दवाइयाँ मिलती हैं, दी जाती हैं, जो एक वजह होती है पेशेंट की किडनी के ख़राब होने का, तो उन ड्रग्स को हम ड्रास्टिकली टेपर डाउन करते हैं, ड्रास्टिक टेपर डाउन। तो पहले तो मेंटल सेटअप ये करके आना है कि यहाँ आएंगे तो दवाइयाँ ड्रास्टिक टेपर डाउन हो सकती हैं। अगर आप उसके लिए तैयार हैं तो यहाँ पे आइए। इनका डायलिसिस पे है तो डायलिसिस का नेचुरल डायलिसिस पे आ जाएगा। हम तो बड़े सिंपली पेशेंट को ये समझाते हैं कि दुनिया में कोई भी बीमारी ज़ुबान पे लगाम नहीं है इसलिए आई है। अगर ज़ुबान पे लगाम खाने के लिए है तो डॉक्टर से वास्ता नहीं पड़ेगा। दूसरा, जो हमारे कैंसर के पेशेंट्स हैं, कैंसर के पेशेंट्स ये पहले ही जैसे डायग्नोसिस होता है उम्मीद छोड़ देते हैं कि अब तो टिकट कट गया, अब तो जाने की तैयारी हो गई, और साइकोलॉजिकली बहुत लो हो जाते हैं। तो छोटी छोटी चीज़ें भी उनके लिए बड़ा घातक हो जाती हैं। हम सबसे पहले उनको ये समझाते हैं कि ये जो कैंसर है ये आपका अपना सेल है जो इस स्थिति में आया है। क्या कोई स्थिति ऐसी है जिससे हम इसको रिवर्स कर पाएँ, और हम वही ये करते हैं। ये जितने भी आप पेशेंट देख रहे हैं ये सभी कैंसर के पेशेंट हैं। हिम्स हॉस्पिटल में हम लोग आयुर्वेद की अम्ब्रेला के नीचे हम लोग काम करते हैं, और यहाँ पे बिना किसी दवाई के, बिना किसी सर्जरी के बीमारियों का इलाज करते हैं। लीवर रोग, किडनी रोग, हार्ट, सोराइसिस, कैंसर, ल्यूकोडर्मा, BP, शुगर, थायराइड, मोटापा, घुटनों का दर्द, या आप भी हैं इन जैसी किसी भी लाइलाज बीमारी से परेशान, तो अब आपको चिंता करने की कोई आवश्यकता नहीं है, क्योंकि हम लेकर आए हैं हिम्स के नाम से दिल्ली व चंडीगढ़ के अंदर 2 बड़े हॉस्पिटल हैं, जहां पर आपके खाने पीने रहने की सुविधा के साथ साथ एक ही छत के नीचे आयुर्वेद, पंचकर्मा, नेचुरोपैथी, होम्योपैथी, एलोपैथी व आहारीय चिकित्सा के माध्यम से आपकी बीमारी का सही समय पर सही समाधान किया जाता है। अगर आप भी चाहते हैं अपनी बीमारी का सही समाधान सही समय पर पाना, तो आप हमारे हिम्स हॉस्पिटल में आकर भी
अपनी बीमारी का इलाज करवा सकते हैं। ਯਾਨੀ ਕਿ ਤੁਹਾਡੇ ਇਮਿਊਨ ਸਿਸਟਮ ਨੂੰ ਕੋਈ ਪ੍ਰੋਟੀਨ ਜਦੋਂ ਜਾਂਦਾ ਹੈ ਤੁਹਾਡੇ ਅੰਦਰ, ਤਾਂ ਉਹ ਤੁਹਾਡਾ ਇਮਿਊਨ ਸਿਸਟਮ ਉਹਨੂੰ ਇਹ ਨਹੀਂ ਫੈਸਲਾ ਕਰ ਪਾਉਂਦਾ ਵੀ ਇਹ ਦੁਸ਼ਮਣ ਪ੍ਰੋਟੀਨ ਹੈ ਕਿ ਦੋਸਤ ਪ੍ਰੋਟੀਨ ਹੈ। ਦੋਸਤ ਤੇ ਦੁਸ਼ਮਣ ਦੀ ਕੀ ਡੈਫੀਨੇਸ਼ਨ ਹੈ, ਆਪਾਂ ਅੱਗੇ ਵੀ ਗੱਲ ਕੀਤੀ ਹੈ, ਉਹਦੀ ਫਿਰ ਕਰ ਦਿੰਦੇ ਹਾਂ ਇੱਕ ਵਾਰੀ, ਕਿ ਪ੍ਰੋਟੀਨ ਦੇ ਮਾਮਲੇ 'ਚ ਇਸ ਕਰਕੇ ਵੀ ਕਰਨੀ ਜ਼ਰੂਰੀ ਹੈ ਕਿਉਂਕਿ ਇਹ ਮਸਲਾ ਅੱਜ ਕੱਲ੍ਹ ਬਹੁਤ ਵੱਧ ਰਿਹਾ ਆਟੋਇਮਿਊਨ ਡਿਸਆਰਡਰ ਵਾਲਾ। ਤਾਂ ਆਪਾਂ ਬਰੀਫਲੀ ਜੇ ਦੁਬਾਰਾ ਰਿਪੀਟ ਕਰ ਦਿੰਦੇ ਹਾਂ ਕਿ ਜਿਹੜੇ ਪ੍ਰੋਟੀਨਸ ਹੁੰਦੇ ਹੈ, ਕਿਸੇ ਵੀ ਫੂਡ ਦੇ ਪ੍ਰੋਟੀਨ ਸਾਡੀ ਬਾਡੀ 'ਚ ਜਾ ਕੇ ਨਹੀਂ ਲੱਗਦੇ। ਆਪਾਂ ਕਹਿੰਦੇ ਪ੍ਰੋਟੀਨ ਖਾ ਲਿਆ ਮੈਂ, ਪ੍ਰੋਟੀਨ ਪਟਾਨ ਖਾਣ ਦਾ ਕੋਈ ਮਤਲਬ ਨਹੀਂ ਹੈ ਕਿਉਂਕਿ ਹਰ ਪ੍ਰੋਟੀਨ ਜਿਹੜਾ ਹੈ ਉਹ ਪਹਿਲਾਂ ਟੁੱਟ ਕੇ ਅਮਾਈਨੋ ਐਸਿਡ ਵਿੱਚ ਬਦਲਣਾ ਹੁੰਦਾ। ਅਮਾਈਨੋ ਐਸਿਡ ਸਾਰੇ ਪ੍ਰੋਟੀਨ ਫੂਡ ਦਾ ਇੱਕੋ ਹੀ ਨੇ। ਤੁਸੀਂ ਪੱਤੇ ਖਾ ਲਓ, ਤੁਸੀਂ ਫਲੀਆਂ ਖਾ ਲਓ, ਤੁਸੀਂ ਦਾਣੇ ਖਾ ਲਓ, ਤੁਸੀਂ ਮੀਟ ਖਾ ਲਓ, ਚਾਹੇ ਅੰਡਾ ਖਾ ਲਓ, ਚਾਹੇ ਦੁੱਧ ਪੀ ਲਓ। ਯਾਨੀ ਧਰਤੀ ਤੇ ਜਿਹੜਾ ਵੀ ਪ੍ਰਾਣੀ ਜਾਂ ਜਿਹੜਾ ਵੀ ਪੌਦਾ ਜਾਂ ਜੋ ਕੁਝ ਵੀ ਹੈਗਾ, ਉਹਦੇ ਪ੍ਰੋਟੀਨ ਜਿਹੜੇ ਨੇ ਉਹ ਇੱਕੋ ਜਿਹੇ ਨੇ, ਪਰ ਉਹਨਾਂ ਦੀ ਜਿਹੜੀ ਉਹ ਬਣਤਰ ਅਲੱਗ। ਅਮਾਈਨੋ ਐਸਿਡ ਸੇਮ ਨੇ। ਅਮਾਈਨੋ ਐਸਿਡ ਦਾ ਮਤਲਬ ਹੈ ਕਿ ਜੇ ਪ੍ਰੋਟੀਨ ਇੱਕ ਮਾਲਾ ਨੇ ਤਾਂ ਅਮਾਈਨੋ ਐਸਿਡ ਮਣਕੇ ਨੇ। ਤਾਂ ਜਿਨ੍ਹਾਂ ਮਣਕਿਆਂ ਦੀ ਉਹ ਮਾਲਾ ਬਣਨੀ ਹੈ ਉਹ ਹਰ ਜੀਵ ਦੇ ਅਲੱਗ-ਅਲੱਗ ਨੇ। ਉਹ ਪੌਦਿਆਂ ਦੇ ਹਰ ਪੌਦੇ ਦੇ ਅਲੱਗ ਨੇ, ਹਰ ਜਾਨਵਰ ਦੇ ਅਲੱਗ ਨੇ। ਉਹ ਮੁਰਗਾ ਖਾਵਾਂਗੇ ਮੁਰਗੇ ਦੇ ਅਲੱਗ ਨੇ, ਅੰਡਾ ਖਾਵਾਂਗੇ ਅੰਡੇ ਦੇ ਅਲੱਗ ਨੇ, ਦੁੱਧ ਪੀਵਾਂਗੇ ਦੁੱਧ ਦਾ ਅਲੱਗ ਨੇ, ਕਣਕ ਖਾਵਾਂਗੇ ਕਣਕ ਦੇ ਅਲੱਗ ਨੇ। ਹਰ ਪ੍ਰਜਾਤੀ ਦੇ ਇਸ ਧਰਤੀ ਦੇ ਉੱਪਰ ਜਿੰਨੀਆਂ ਵੀ ਲੱਖਾਂ ਪ੍ਰਜਾਤੀਆਂ ਨੇ, ਸਭ ਦੇ ਪ੍ਰੋਟੀਨਸ ਅਲੱਗ-ਅਲੱਗ ਨੇ, ਲੇਕਿਨ ਅਮਾਈਨੋ ਐਸਿਡ ਸੇਮ ਨੇ ਜਿਨ੍ਹਾਂ ਤੋਂ ਬਣਦੇ ਆ। ਉਹੀ 24-25 ਅਮਾਈਨੋ ਐਸਿਡ ਨੇ ਟੋਟਲ ਸਾਰੇ। 24-25 ਦੇ ਵਿੱਚ ਕੋਈ 1 ਨੰਬਰ 'ਤੇ ਹੈ, ਦੂਜੀ ਪ੍ਰਜਾਤੀ 'ਚ 3 ਨੰਬਰ 'ਤੇ ਹੈ, ਤੀਜੀ ਪ੍ਰਜਾਤੀ 'ਚ 5 ਨੰਬਰ 'ਤੇ ਹੈ। ਉਹ ਸਿਰਫ ਉਹਦੀ ਅਰੇਂਜਮੈਂਟ ਦਾ ਫਰਕ ਹੈ। ਹਾਂ, ਬਸ ਕੁਦਰਤ ਨੇ ਉਹ 24-25 ਅਮਾਈਨੋ ਐਸਿਡ ਦਾ ਸਾਰਾ ਖੇਲ ਰਚ ਕੇ ਉਹਦੇ ਸਾਰਾ ਜੀਵਨ ਰਚਤਾ। ਸਾਰਾ ਜੀਵਨ ਦੀ ਜਿਹੜੀ ਰਚਨਾ ਹੈ ਉਹਨਾਂ ਅਮਾਈਨੋ ਐਸਿਡ 'ਤੇ ਹੋਈ ਹੈ ਕਿਉਂਕਿ ਬੇਸਿਕ ਬਿਲਡਿੰਗ ਬਲਾਕ ਲਾਈਫ ਦਾ ਪ੍ਰੋਟੀਨ ਹੈ। ਜਿਹੜਾ ਬੇਸਿਕ ਬਿਲਡਿੰਗ ਬਲਾਕ ਹੈ ਉਹ ਪ੍ਰੋਟੀਨ ਹੈ ਜਿੱਥੋਂ ਜੀਵਨ ਬਣਦਾ। ਅਤੇ ਉਹੀ 24-25 ਜਿਹੜੇ ਅਮਾਈਨੋ ਐਸਿਡ ਨੇ ਉਹਨਾਂ ਦੀ ਅਰੇਂਜਮੈਂਟ ਅਲੱਗ ਕਰਕੇ, ਜਿਵੇਂ ਮੰਨ ਲਓ ਮਾਲਾ ਦੇ ਵਿੱਚ ਕੋਈ ਜਾਮਣੀ ਮਣਕਾ ਹੈ, ਕੋਈ ਨੀਲਾ ਹੈ, ਕੋਈ ਪੀਲਾ ਹੈ, ਕੋਈ ਲਾਲ ਹੈ, ਕੋਈ ਤਾਂ ਉਹ ਮਣਕੇ ਅਤੇ ਕਿਤੇ ਪੀਲਾ ਉੱਪਰ ਹੈ, ਕਿਤੇ ਜਾਮਣੀ ਉੱਪਰ ਹੈ, ਕਿਤੇ ਉਦੋਂ ਬਸ ਇੰਨਾ ਕੀ ਫਰਕ ਹੈ। ਤਾਂ ਪ੍ਰੋਟੀਨ ਹਰ ਇੱਕ ਪ੍ਰਜਾਤੀ, ਮੰਨ ਲਓ ਮੈਂ ਕੋਈ ਪ੍ਰੋਟੀਨ ਖਾਧਾ, ਮੈਂ ਚਾਹੇ ਕਣਕ ਦਾ ਪ੍ਰੋਟੀਨ ਖਾ ਲਿਆ, ਚਾਹੇ ਮੈਂ ਮੁਰਗੇ ਦਾ ਪ੍ਰੋਟੀਨ ਖਾ ਲਿਆ, ਚਾਹੇ ਮੈਂ ਅੰਡੇ ਦਾ ਖਾ ਲਿਆ, ਉਹਨਾਂ ਸਾਰਿਆਂ ਨੇ ਇੱਕ ਵਾਰੀ ਇੰਟੈਸਟਾਈਨ ਚਲੇ ਜਾਣਾ, ਅੰਤੜੀਆਂ 'ਚ ਉਹਨੇ ਅਮਾਈਨੋ ਐਸਿਡ ਟੁੱਟ ਜਾਣਾ। ਬਸ ਅੰਤੜੀਆਂ ਤੱਕ ਹੀ ਸੀਮਿਤ ਹੈ ਉਹ, ਵੀ ਉਹ ਮੁਰਗਾ ਕਿ ਪੱਤੇ ਨੇ, ਉਦੋਂ ਗਾਂ ਸਭ ਇੱਕੋ ਹੀ ਹੈ। ਅੰਤੜੀਆਂ ਤੱਕ ਜਿੱਥੇ ਜਾ ਕੇ ਹਜਮ ਹੋਣਾ ਉਹਨੇ, ਜਾਂ ਜੀਭ ਤੋਂ ਸਵਾਦ ਲੈ ਲਓ ਅਤੇ ਜਾਂ ਅੰਤੜੀਆਂ ਤੱਕ ਲੈ ਲਓ। ਅੰਤੜੀਆਂ 'ਚੋਂ ਉਹਨੇ ਅਮਾਈਨੋ ਐਸਿਡ ਵੱਖਰੇ ਹੋ ਜਾਣੇ ਆ, ਉਹ ਅਮਾਈਨੋ ਐਸਿਡ ਖੂਨ ਚਲੇ ਜਾਣੇ ਆ, ਅਤੇ ਫਿਰ ਤੁਹਾਡੇ ਆਪਣੇ ਪ੍ਰੋਟੀਨ ਬਣਨੇ ਆ। ਬਾਡੀ ਕਿਸੇ ਵੀ ਬਾਹਰਲੇ ਪ੍ਰੋਟੀਨ ਨੂੰ ਤੁਹਾਡੇ ਪ੍ਰੋਟੀਨ 'ਚ ਜਾ ਕੇ ਲੱਗਣ ਨਹੀਂ ਦਿੰਦੀ। ਇਹ ਬਾਡੀ ਇਹਦੇ ਬਾਰੇ ਬਹੁਤ ਸਖਤ ਹੈ, 100% ਸਖਤ ਹੈ। ਇਹਦੇ 'ਚ ਕੋਈ ਉਹ ਲਿਹਾਜ਼ ਨਹੀਂ ਕਰਦੀ। ਕਿਉਂ ਲਿਹਾਜ਼ ਨਹੀਂ ਕਰਦੀ? ਆਪਾਂ ਪਿਛਲੀ ਵਾਰੀ ਵੀ ਗੱਲ ਕੀਤੀ ਸੀ, ਜੇ ਉਹ ਲਿਹਾਜ਼ ਕਰ ਦੇਵੇ ਤਾਂ ਸਾਰੀ ਦੀ ਸਾਰਾ ਜੀਵਨ ਡਿਸਟਰਬ ਹੋ ਜਾਏਗਾ ਕਿਉਂਕਿ ਤੁਹਾਡੇ ਪ੍ਰਜਨਨ ਅੰਗਾਂ 'ਚ ਜਾ ਕੇ ਮੰਨ ਲਓ ਕੋਈ ਹੋਰ ਪ੍ਰੋਟੀਨ ਲੱਗ ਗਿਆ ਜਿਹੜਾ ਕਿ ਤੁਹਾਡੀ ਪ੍ਰਜਾਤੀ ਦਾ ਨਹੀਂ ਸੀਗਾ, ਤਾਂ ਤੁਹਾਡੇ ਅਗਲੇ ਬੱਚਾ ਕਿੱਦਾਂ ਦਾ ਪੈਦਾ ਹੋਏਗਾ ਤੁਸੀਂ ਇਮੈਜਿਨ ਕਰੋ, ਕਿਉਂਕਿ ਬਿਲਡਿੰਗ ਬਲਾਕ ਆ ਉਹ। ਤੁਸੀਂ ਤਾਂ ਕੋਈ ਹੋਰ ਹੀ ਕੁਛ ਪੈਦਾ ਕਰ ਦੋਗੇ। ਤਾਂ ਇਸ ਕਰਕੇ ਕੁਦਰਤ ਜਿਹੜੀ ਹੈ ਉਸ ਮਾਮਲੇ 'ਚ ਕਿਉਰ ਨਹੀਂ ਕਰਦੀ, ਉਹਨੂੰ ਕਹਿੰਦੇ ਪਿਓਰਿਟੀ ਆਫ ਸਪੀਸੀਜ਼, ਕਿ ਪ੍ਰਜਾਤੀ ਦੇ ਪ੍ਰੋਟੀਨ ਦੀ ਪਿਓਰਿਟੀ ਰੱਖਦੀ ਹੈ ਕੁਦਰਤ, ਕਿ ਉਹ ਤੁਹਾਡਾ ਪ੍ਰੋਟੀਨ ਆਪਣਾ ਤੁਹਾਡੇ ਬਾਡੀ 'ਚ ਲੱਗ ਸਕਦਾ, ਤੁਹਾਡਾ ਬਾਹਰਲਾ ਪ੍ਰੋਟੀਨ ਨਹੀਂ ਲੱਗ ਸਕਦਾ। ਤਾਂ ਇਹ ਹੈ ਪ੍ਰੋਟੀਨ ਦਾ ਮਸਲਾ ਸਮਝਣ ਵਾਲਾ, ਕਿ ਜੇ ਕੋਈ ਵੀ ਪ੍ਰੋਟੀਨ ਸਾਡੇ ਖੂਨ 'ਚ ਬਿਨਾਂ ਅਮਾਈਨੋ ਐਸਿਡ ਟੁੱਟੇ ਚਲਾ ਗਿਆ ਤਾਂ ਉਹ ਸਾਡੇ ਵਾਸਤੇ ਅਲਰਟ ਆ ਜਾਂਦਾ ਬਾਡੀ 'ਚ, ਕਿ ਵੀ ਇਹ ਕੋਈ ਵਿਦੇਸ਼ੀ ਆ ਗਿਆ, ਕੋਈ ਵਿਦੇਸ਼ੀ ਫੌਜੀ ਆ ਗਿਆ, ਇਹ ਜਸੂਸ ਆ ਗਿਆ ਕਿਸੇ ਦਾ ਦੁਸ਼ਮਣ ਮੁਲਕ ਦਾ, ਤਾਂ ਫਿਰ ਸਾਰਾ ਇਮਿਊਨ ਸਿਸਟਮ ਨੂੰ ਟੁੱਟ ਕੇ ਪੈ ਜਾਂਦਾ ਵੀ ਇਹਨੂੰ ਦੱਬ ਲਓ, ਇੱਥੇ ਦੱਬ ਲਓ, ਨਹੀਂ ਤਾਂ ਇਹ ਤਬਾਹੀ ਮਚਾਏਗਾ। ਤਾਂ ਜਦੋਂ ਉਹਨੂੰ ਦੱਬਦਾ ਤਾਂ ਜੇ ਉਹ ਪ੍ਰੋਟੀਨ ਕਿਤੇ ਸਾਡੇ ਪ੍ਰੋਟੀਨ ਨਾਲ ਮਿਲਦਾ ਜੁਲਦਾ ਤਾਂ ਬਾਡੀ ਕਨਫਿਊਜ਼ ਹੋ ਜਾਂਦੀ ਹੈ। ਜੇ ਉਹ ਸਾਡੇ ਪ੍ਰੋਟੀਨ ਨਾਲ ਮਿਲਦਾ ਜੁਲਦਾ ਹੋਏਗਾ ਤਾਂ ਕਿਉਂਕਿ ਟੁੱਟ ਭੱਜ ਕੇ ਗਿਆ ਨਾ, ਉਹ ਇੱਦਾਂ ਤਾਂ ਗਿਆ ਨਹੀਂ ਹੈ ਕਿ ਮੰਨ ਲਓ ਮੁਰਗੇ ਦਾ ਪ੍ਰੋਟੀਨ ਐ ਸੱਚ ਪੂਰੇ ਦਾ ਪੂਰਾ ਤਾਂ ਲੰਘ ਹੀ ਨਹੀਂ ਸਕਦਾ, ਕਿਉਂਕਿ ਅੰਦਰ ਫਿਲਟਰ ਲੱਗਿਆ ਹੋਇਆ। ਅੰਤੜੀਆਂ 'ਚ ਇੱਕ ਫਿਲਟਰ ਹੈ ਜਿਹੜਾ ਪੂਰਾ ਨਹੀਂ ਲੰਘਣ ਦਿੰਦਾ ਉਹਨੂੰ, ਲੇਕਿਨ ਜਦੋਂ ਟੁੱਟ ਕੇ ਟੋਟੇ ਹੋ ਜਾਂਦਾ, ਯਾਨੀ ਕਿ ਮੰਨ ਲਓ
100 ਮਣਕੇ ਦੀ ਮਾਲਾ ਸੀਗੀ, ਤੇ ਜਦੋਂ ਉਹ 10 ਗੁੱਛੇ ਟੁੱਟ ਗਏ ਤਾਂ ਉਹ ਇਕੱਲੇ ਹੋਣ ਤੋਂ ਪਹਿਲਾਂ 10 ਦਾ ਗੁੱਛਾ ਲੰਘ ਜਾਂਦਾ ਕਈ ਵਾਰੀ ਖੂਨ 'ਚ। ਉਹਦਾ ਗੁੱਛਾ ਲੰਘ ਗਿਆ, ਹੁਣ ਨੇਚਰ ਨੂੰ ਸਮਝ ਨਹੀਂ ਆਉਂਦੀ ਕੋਈ ਸਰੀਰ ਨੂੰ ਜਾ ਕੇ ਵੀ ਇਹ ਕੀ ਆ ਗਿਆ, ਤਾਂ ਉਹ ਫਿਰ ਉਹਨੂੰ ਅਟੈਕ ਕਰਦੀ ਹੈ। ਉਹਨੂੰ ਕਹਿੰਦੇ ਆਟੋਮਿਊਨ ਪ੍ਰੋਸੈਸ, ਕਿ ਤੁਹਾਡੀ ਬਾਡੀ ਉਸ ਪ੍ਰੋਟੀਨ 'ਤੇ ਆਪਣੇ ਪ੍ਰੋਟੀਨ 'ਚ ਡਿਫਰੈਂਸ਼ੀਏਟ ਨਹੀਂ ਕਰ ਪਾਈ, ਉਹਨੂੰ ਅਟੈਕ ਕਰਨਾ ਸੀਗਾ, ਉਹ ਵਿੱਚ ਤੁਹਾਡਾ ਵੀ ਅਟੈਕ ਹੋ ਗਿਆ ਬਾਡੀ ਦਾ, ਉਹਨੂੰ ਕਹਿੰਦੇ ਆਟੋਮਿਊਨ ਡਿਸਆਰਡਰ। ਸੋ ਆਟੋਮਿਊਨ ਡਿਸਆਰਡਰ ਨੂੰ ਤੋਂ ਬਚਣ ਲਈ ਆਟੋਮਿਊਨ ਡਿਸਆਰਡਰ ਕਿਉਂ ਹੁੰਦੇ ਆ? ਇੱਕ ਤਾਂ ਲੀਕੀ ਗਟ ਹੁੰਦੀ ਹੈ। ਲੀਕੀ ਗਟ ਦਾ ਮਤਲਬ ਹੈ ਕਿ ਸਾਡੀ ਐਂਟਰੀਆਂ ਦਾ ਫਿਲਟਰ ਖਰਾਬ ਹੋ ਗਿਆ, ਉਹਦੇ 'ਚ ਉਹ ਚੀਜ਼ ਵੀ ਲੰਘੀ ਜਾ ਰਹੀ ਹੈ ਜਿਹੜੀ ਕੁਦਰਤ ਨੇ ਜਿਹਦੇ ਲਈ ਉਹਨੂੰ ਬਣਾਇਆ ਸੀ ਕਿ ਇਹਨੂੰ ਨਹੀਂ ਲੰਘਣ ਦੇਣਾ। ਜਿਹੜੀ ਅਸਲੀ ਰਚਨਾ ਸੀ ਉਹਦੀ ਫਿਲਟਰ ਦੀ, ਉਹ ਇੱਦਾਂ ਦੀ ਸੀ ਕਿ ਉਹਨੂੰ ਨਹੀਂ ਸੀ ਲੰਘਣ ਦੇਣਾ, ਪਰ ਉਹ ਤੁਹਾਡੀ ਲੀਕੀ ਹੋ ਗਈ, ਜਿਹਦੇ ਨਾਲ ਕਿ ਇਹਦਾ ਫਿਲਟਰ ਖਰਾਬ ਹੋ ਜਾਂਦਾ, ਰੇਤਾ ਹੋਣ ਲੱਗ ਜਾਂਦਾ, ਸੇਮ ਉੱਦਾਂ ਖੂਨ 'ਚ ਜਾਣ ਲੱਗ ਜਾਂਦੀ ਹੈ। ਤਾਂ ਉਹ ਲੀਕੀ ਗਟ ਜਿਹੜੀ ਆ ਉਹ ਸਾਡਾ ਜੋ ਅਸੀਂ ਸੁਆਹ ਕੇ ਕਰ ਰਹੇ ਹਾਂ, ਜਿਹੜੀ ਆਪਾਂ ਪਹਿਲਾਂ ਬੋਲੀ ਹੈ ਕਿ ਹਵਾ 'ਚ ਵੀ ਪ੍ਰਦੂਸ਼ਣ ਹੈ, ਪਾਣੀ 'ਚ ਵੀ ਪ੍ਰਦੂਸ਼ਣ ਹੈ, ਤੁਹਾਡਾ ਖੇਤੀ 'ਚ ਤੁਸੀਂ ਸੁਆਹ ਕੇ ਪਾਉਣਾ ਸ਼ੁਰੂ ਕਰਤਾ ਬੇਵਕੂਫਾਂ ਵਾਂਗੂ। ਅਸੀਂ 1 ਨਹੀਂ 2 ਨਹੀਂ 4 ਨਹੀਂ 10 ਨਹੀਂ 20 ਜ਼ਹਿਰ ਇੱਕ ਫਸਲ 'ਚ ਪਾਈ ਜਾਂਦੇ ਆ, ਆਹ ਵੀ ਪਾ ਦਿਓ ਤੂੰ, ਆਹ ਵੀ ਪਾ ਦਿਓ ਤੂੰ, ਆਹ ਵੀ ਪਾ ਦੇ, 4 ਪੈਸੇ ਵੱਧ ਕਮਾਉਣ ਲਈ। ਉਹ ਜਿਹੜਾ ਬੇਵਕੂਫਾਨਾ ਜਿਹੜਾ ਸਾਡੀਆਂ ਹਰਕਤਾਂ ਨੇ ਜਿਹੜੀਆਂ, ਉਹ ਕਿਤੇ ਨਾ ਕਿਤੇ ਉਹ ਸਾਰਾ ਉਹ ਇੰਟੈਸਟਾਈਨ ਦੇ ਫਿਲਟਰ ਨੂੰ ਖਰਾਬ ਕਰ ਦਿੰਦੀਆਂ ਨੇ। ਦੂਜਾ ਹੈ ਕਿ ਜਿਹੜੇ ਸਾਡੇ ਪ੍ਰੋਟੀਨ ਨੂੰ ਖਾ ਰਹੇ ਹਾਂ ਅਸੀਂ, ਉਹ ਕੁਦਰਤੀ ਪ੍ਰੋਟੀਨ ਨਹੀਂ ਹੈਗੇ, ਉਹ ਗੈਰ ਕੁਦਰਤੀ ਪ੍ਰੋਟੀਨ ਹੋ ਗਏ ਆ। ਉਹਦੇ ਜਾਂ ਤਾਂ ਜੈਨੇਟਿਕਲੀ ਮੋਡੀਫਾਈ ਕਰਤਾ, ਜਾਂ ਉਹਨੂੰ ਹਾਈਬ੍ਰਿਡ ਕਰਤਾ, ਜਾਂ ਉਹਦੇ ਕੈਮੀਕਲ ਪਾ ਕੇ ਉਹਦਾ ਪ੍ਰੋਟੀਨ ਦਾ ਨੇਚਰ ਬਦਲਤੀ। ਹੁਣ ਜਿੰਨੇ ਪ੍ਰੋਟੀਨ ਨੇ ਤੋੜਨਾ ਸੀ ਉਹਨੂੰ ਅੰਤੜੀਆਂ 'ਚ, ਜਿੰਨਾ ਰਸਾਂ ਨੇ, ਉਹ ਰਸ ਤਾਂ ਬਣਿਆ ਇੱਕ ਰਵਾਇਤੀ ਪ੍ਰੋਟੀਨ ਲਈ। ਮਤਲਬ ਮੇਰੇ ਪੁਰਖੇ, ਮੰਨ ਲਓ ਮੈਂ ਕਣਕ ਖਾ ਰਿਹਾ 1000 ਸਾਲ ਤੋਂ 2000 ਸਾਲ ਤੋਂ ਮੇਰੇ ਪੁਰਖੇ ਖਾ ਰਹੇ ਸੀ, ਮੇਰੇ ਰਸ ਤਾਂ ਜਿਹੜੇ ਉਸ ਹਿਸਾਬ ਨਾਲ ਬਣੇ ਹੋਏ ਆ ਕਿ ਆਹ ਪ੍ਰੋਟੀਨ ਆਏਗਾ, ਤੈਨੂੰ ਇੱਦਾਂ ਤੋੜ ਕੇ ਅਮਾਈਨੋ ਐਸਿਡ 'ਚ ਕਨਵਰਟ ਕਰਨਾ। ਪਰ ਜਿਹੜਾ ਨਵਾਂ ਜਿਹਾ ਪ੍ਰੋਟੀਨ ਆ ਗਿਆ, ਉਹ ਰਸ ਉਹਦੇ ਲਈ ਕਾਫੀ ਨਹੀਂ ਹੈਗੇ। ਉਹ ਰਸ ਜਿਹੜੇ ਉਹ ਰਸਾਂ ਨੂੰ ਸਮਝ ਨਹੀਂ ਆਉਂਦੀ ਵੀ ਇਹਨੂੰ ਕਿਵੇਂ ਤੋੜੀਏ ਅਸੀਂ, ਉਹ ਟੁੱਟਦੇ ਨਹੀਂ ਹੈ, ਨਹੀਂ ਟੁੱਟਦੇ ਤਾਂ ਅੱਧ ਟੁੱਟੇ ਫਿਰ ਉਹ ਖੂਨ 'ਚ ਲੰਘ ਜਾਂਦੇ ਆ। ਜੇ ਲੀਕੀ ਗਟ ਵਾਲੀ ਗੱਲ ਜਿਹੜੀ ਆਪਾਂ ਗੱਲ ਕਰ ਰਹੇ ਸੀ, ਉਹ 'ਚ ਆ ਵੀ ਇੱਕ ਫੈਕਟਰ ਹੈ ਕਿ ਜਿਹੜੇ ਪ੍ਰੋਟੀਨ ਆ ਰਹੇ ਆ ਉਹਨਾਂ ਨੂੰ ਤੋੜਨ ਵਾਲੇ ਰਸ ਜਿਹੜੇ ਨੇ ਉਹ ਵੀ ਕਨਫਿਊਜ਼ ਹੋ ਰਹੇ ਆ, ਕਿ ਕਿਉਂਕਿ ਰਸ ਤੁਸੀਂ 10-20 ਸਾਲਾਂ 'ਚ 15 ਸਾਲਾਂ 'ਚ ਉਹਨੂੰ ਚੱਕ ਕੇ ਚੇਂਜ ਕਰਤਾ ਫਸਲ ਨੂੰ, ਬਿਲਕੁਲ ਇਹਦੇ ਬੀਜ ਚੇਂਜ ਕਰਤੇ, ਕਿਸੇ ਨੂੰ ਹਾਈਬ੍ਰਿਡ ਕਰਤਾ, ਕਿਸੇ 'ਤੇ ਪੈਸਟੀਸਾਈਡ ਪਾ ਕੇ ਕੁਛ ਹੋਰ ਹੀ ਕਰਤਾ, ਕਿਸੇ ਨੂੰ ਜੈਨੇਟਿਕਲੀ ਮੋਡੀਫਾਈ ਕਰਤਾ। ਹੁਣ ਤੁਸੀਂ ਦੇਖ ਲਓ ਜਿਹੜਾ ਬਣਾ ਲਿਆ, ਬਰਾਇਲਰ ਬਣਾ ਲਿਆ, ਹਾਂ ਅੱਛਾ ਉਹ ਆ ਗਏ, ਉਹ ਦੂਜੇ ਅੰਡੇ ਆ ਗਏ ਜਿਹ 'ਚ ਬੱਚਾ ਹੀ ਨਹੀਂ ਪੈਦਾ ਹੁੰਦਾ, ਫਸਲਾਂ ਆ ਗਈਆਂ ਜਿਹ 'ਚ ਅੱਗਾਂ ਬੀਜ ਹੀ ਪੈਦਾ ਨਹੀਂ ਹੁੰਦੇ। ਤਾਂ ਉਹ ਕਿਤੇ ਨਾ ਕਿਤੇ ਅਸੀਂ ਆਪਣੇ ਵਪਾਰ ਲਈ, ਆਪਣੇ ਲਾਲਚ ਲਈ ਉਹਨਾਂ 'ਚ ਇੰਨੀ ਤਬਦੀਲੀ ਕਰ ਰਹੇ ਹਾਂ ਕਿ ਸਾਡੇ ਫੂਡ ਦਾ ਕਰੈਕਟਰ ਹੀ ਚੇਂਜ ਹੋ ਗਿਆ। ਆਂਡੇ ਮੇਲਾਂ ਦੇ ਲੱਗਣ ਲੱਗ ਗਏ। ਹਾਂ, ਸੋ ਇਹ ਜਿਹੜਾ ਵਰਤਾਰਾ ਹੈ ਨਾ, ਜਿਹੜਾ ਇਹ ਪਾਗਲਪਨ ਹੈ ਕਿ ਪ੍ਰੋਫਿਟ ਕਮਾਉਣ ਲਈ ਤੁਸੀਂ ਨੇਚਰ ਨਾਲ ਖਿਲਵਾੜ ਕਰੋ। ਉਹਦਾ ਖਿਲਵਾੜ ਅਸੀਂ ਕਰ ਰਹੇ ਹਾਂ, ਉਹ ਨੇਚਰ ਨਾਲ ਨਹੀਂ ਕਰ ਰਹੇ, ਸਾਡੇ ਆਪਣੇ ਨਾਲ ਹੋ ਰਿਹਾ। ਅਸੀਂ ਆਪਣੇ ਪੈਰ 'ਤੇ ਆਪ ਹੀ ਘੋੜਾ ਮਾਰ ਰਹੇ ਹਾਂ। 4 ਪੈਸੇ ਦਾ ਵੱਧ ਇੱਕ ਵਾਰੀ ਆ ਜਾਂਦੇ ਆ, ਤੁਸੀਂ ਕਾਰ ਵੱਡੀ ਲੈ ਲਓਗੇ, ਕੋਠੀ ਵੱਡੀ ਪਾ ਲਓਗੇ, ਜਾਂ ਕੋਈ ਹੋਰ ਕਰ ਲਓਗੇ, ਲੇਕਿਨ ਅਲਟੀਮੇਟਲੀ ਉਹ ਬਹੁਤ ਵੱਡਾ ਇੱਕ ਨੁਕਸਾਨ ਕਰ ਰਹੇ ਅਸੀਂ ਆਪਣਾ ਨੇਚਰ ਨਾਲ ਖਿਲਵਾੜ ਕਰਕੇ, ਕਿਉਂਕਿ ਅਸੀਂ ਨੇਚਰ ਦੇ ਬੱਚੇ ਹਾਂ। ਨੇਚਰ ਨਾਲ ਹਰ ਵੇਲੇ ਸਾਡਾ ਲੈਣ ਦੇਣ ਹੋਣਾ, ਹਵਾ ਨਾਲ ਵੀ ਹੋਣਾ, ਪਾਣੀ ਨਾਲ ਵੀ ਹੋਣਾ, ਮਿੱਟੀ ਨਾਲ ਵੀ ਹੋਣਾ, ਫੂਡ ਨਾਲ ਵੀ ਹੋਣਾ। ਤਾਂ ਜਦੋਂ ਨੇਚਰ ਹੀ ਬਦਲ ਰਹੇ ਹੋ, ਤੁਸੀਂ ਨੇਚਰ ਨੂੰ ਡਿਸਟਰਬ ਕਰ ਰਹੇ ਹੋ, ਤਾਂ ਆਪ ਤੁਸੀਂ ਵੀ ਡਿਸਟਰਬ ਹੋਵੋਗੇ। ਤਾਂ ਉਹ ਸਾਰੀ ਡਿਸਟਰਬੈਂਸ ਕੀ ਹੋਗੀ? ਲੀਕੀ ਗਟ ਹੋ ਗਈ। ਜਿਹੜੇ ਪ੍ਰੋਟੀਨ ਅੰਤੜੀਆਂ ਜਾ ਰਹੇ ਆ, ਉਹਨੂੰ ਤੋੜਨ ਵਾਲੇ ਰਸਾਂ ਨੂੰ ਸਮਝ ਨਹੀਂ ਆ ਰਹੀ ਵੀ ਉਹਨੂੰ ਕਿਵੇਂ ਤੋੜੀਏ, ਕਿਉਂਕਿ ਨਵੇਂ ਜਿਹੇ ਆ ਗਏ ਉਹ, ਠੀਕ ਹੈ ਨਾ। ਅਤੇ ਤੀਜੀ ਗੱਲ ਆ ਗਈ ਕਿ ਜਿਹੜੇ ਅਸੀਂ ਫਾਲਤੂ ਦੇ ਕਈ ਵਾਰੀ ਇਹੋ ਜਿਹੇ ਫੂਡ ਖਾਂਦੇ ਆ ਜਿਹੜੇ ਸੈਮੀ ਡਾਈਜੈਸਟਡ ਨੇ, ਜਿਵੇਂ ਜਿਹੜੀ ਜਿੰਮਾਂ ਵਾਲੇ ਨੇ, ਜਿੰਮਾਂ ਵਾਲੇ ਨੂੰ ਸੈਮੀ ਡਾਈਜੈਸਟਡ ਪ੍ਰੋਟੀਨ ਦੇਈ ਜਾ ਰਹੇ ਆ। ਕੁਦਰਤ ਨੇ ਇਹਨੂੰ ਆਪਣੇ ਢੰਗ ਨਾਲ ਤੋੜਨਾ ਸੀ ਉਸ ਪ੍ਰੋਟੀਨ ਨੂੰ, ਤੁਸੀਂ ਕੁਛ ਹੋਰ ਹੀ ਕਰਕੇ ਉਹਨੂੰ ਭੇਜ ਰਹੇ ਹੋ ਬੰਦੇ ਨੂੰ ਦੇ ਕੇ ਵੀ ਤੈਨੂੰ ਪ੍ਰੋਟੀਨ ਖਵਾਉਣੇ, ਤੈਨੂੰ ਇਹਦਾ ਮਸਲ ਬਣਾਉਣੇ ਇਹਦੇ। ਤਾਂ ਐਸਾ ਜਿਹੜੇ ਖਿਲਵਾੜ ਅਸੀਂ ਕਰ ਰਹੇ ਹਾਂ ਕੁਦਰਤ ਨਾਲ ਜਾਂ ਮਨੁੱਖ ਨਾਲ, ਮਨੁੱਖ ਦੀ ਸਿਹਤ ਨਾਲ, ਉਹਦਾ ਨੈਟ ਰਿਜ਼ਲਟ ਕੀ ਨਿਕਲ ਰਿਹਾ? ਆਟੋਇਮਿਊਨਿਟੀ ਵੱਧ ਰਹੀ ਹੈ ਡੇ ਬਾਈ ਡੇ। ਇੰਨਾ ਨੋਰੋ ਆਟੋਇਮਿਊਨ ਡਿਸਆਰਡਰ ਦਾ ਹੜ ਆਇਆ ਪਿਆ। ਉਹ 'ਚ ਇੱਕ ਹੜ ਵੀ ਹੈ ਥਾਇਰਾਇਡ ਦਾ। ਜਿਹੜਾ ਥਾਇਰਾਇਡ ਹੈ ਇਹ ਵੀ ਇੱਕ ਆਟੋਇਮਿਊਨ ਡਿਸਆਰਡਰ ਹੈ। ਅਤੇ ਆਟੋਇਮਿਊਨ ਡਿਸਆਰਡਰ ਜਿਹੜਾ ਇਸ ਕਰਕੇ ਵੱਧ ਰਹੇ ਹਾਂ ਕਿ ਆਹ ਜਿਹੜੀਆਂ ਆਪਾਂ ਸਾਰੀਆਂ ਗੱਲਾਂ ਕੀਤੀਆਂ ਨੇ, ਲੀਕੀ ਗਟ, ਪ੍ਰੋਟੀਨ ਦੀ ਨੇਚਰ ਬਦਲ ਦੇਣਾ, ਖੇਤੀ ਕੈਮੀਕਲ, ਜਿਹੜੀ ਸਨਅਤੀ ਖੇਤੀ ਕਰਕੇ, ਇੰਡਸਟਰੀਅਲ ਫਾਰਮਿੰਗ ਕਰਕੇ, ਕੈਮੀਕਲ ਬੇਸਡ ਖੇਤੀ ਕਰਕੇ, ਜਾਂ ਜੈਨੇਟਿਕਲੀ ਮੋਡੀਫਾਈਡ ਖੇਤੀ ਕਰਕੇ, ਜਾਂ ਇੰਡਸਟਰੀਲਾਈਜੇਸ਼ਨ ਦੇ ਨਾਲ ਫੂਡ ਨੂੰ ਪ੍ਰੋਸੈਸ ਕਰ ਦੇਣਾ ਬਹੁਤ ਜ਼ਿਆਦਾ। ਬਾਡੀ ਨੇ ਸਾਡੀ, ਮਤਲਬ ਮੈਂ ਸੇਬ ਖਾਵਾਂ
ਤੇ ਸੇਬ ਦਾ ਅੱਗੇ ਕੋਈ ਪ੍ਰੋਸੈਸ ਚੀਜ਼ ਖਾਵਾਂ ਤੇ ਬਹੁਤ ਜ਼ਮੀਨ ਅਸਮਾਨ ਦਾ ਫਰਕ ਹੈ। ਮੇਰੀ ਬਾਡੀ ਸੇਬ ਨੂੰ ਡਾਈਜੈਸਟ ਕਰਨ ਦੀ ਲਈ ਟ੍ਰੇਨਡ ਹੈ, ਕਿਉਂਕਿ ਮੇਰੇ ਪੁਰਖੇ ਹਜ਼ਾਰਾਂ ਲੱਖਾਂ ਸਾਲਾਂ ਤੋਂ ਸੇਬ ਖਾਂਦੇ ਰਹੇ, ਤਾਂ ਮੇਰੀ ਬਾਡੀ ਨੂੰ ਪਤਾ ਕਿ ਸੇਬ ਨੂੰ ਡਾਈਜੈਸਟ ਕਿੱਦਾਂ ਕਰਨਾ। ਪਰ ਉਹਨੂੰ ਮੋਟਰ ਨੂੰ ਪਤਾ ਨਹੀਂ, ਮਸ਼ੀਨ ਨੂੰ ਪਤਾ ਨਹੀਂ ਕਿੱਦਾਂ ਡਾਈਜੈਸਟ ਕਰਨਾ। ਉਹਨੂੰ ਉਸ ਚੀਜ਼ ਨੂੰ ਡਾਈਜੈਸਟ ਕਰ ਦੇਗੀ ਜਿਹਨੂੰ ਨਹੀਂ ਕਰਨਾ। ਤਾਂ ਇਸ ਕਰਕੇ ਉਹਦਾ ਸਾਰਾ, ਕਿਉਂਕਿ ਇੱਕ ਇੱਕ ਫੂਡ ਦੇ ਵਿੱਚ ਕੁਲਵੰਤ ਜੀ ਸੈਂਕੜੇ ਨਹੀਂ ਹਜ਼ਾਰਾਂ ਕੈਮੀਕਲਸ ਹੁੰਦੇ ਆ, ਸੈਂਕੜੇ ਹਜ਼ਾਰਾਂ। ਇੱਕੋ ਹੀ ਫੂਡ ਆਪਾਂ ਤਾਂ ਕਹਿੰਦੇ ਨੇ ਜੀ ਇਹ ਫਲਾਣੇ ਫੂਡ 'ਚ ਸੰਤਰੇ 'ਚ ਵਿਟਾਮਿਨ ਸੀ ਹੈ, ਪਰ ਤਾਂ ਇਕੱਲਾ ਵਿਟਾਮਿਨ ਸੀ ਥੋੜ੍ਹਾ ਹੁੰਦਾ। ਉਹਦੇ ਅੰਦਰ ਸੈਂਕੜੇ ਹਜ਼ਾਰਾਂ ਨਿਊਟਰੀਐਂਟਸ ਹੁੰਦੇ ਆ ਜਿਹੜੇ ਕਿ ਨੈਚੁਰਲ ਫਾਰਮ 'ਚ ਹੁੰਦੇ ਆ, ਤਾਂ ਇੱਕ ਦੂਜੇ ਨੂੰ ਸਪੋਰਟ ਕਰਦੇ ਆ, ਉਹ ਰਲ ਕੇ ਫੂਡ ਬਣਦੇ ਆ। ਅਤੇ ਉਹਦੇ ਜਦੋਂ ਤੁਸੀਂ ਪ੍ਰੋਸੈਸ ਕਰਦੇ ਹੋ, ਇੱਕ ਕੱਢਤਾ, ਇੱਕ ਪਾਤਾ, ਦੂਜਾ ਕੱਢਤਾ, ਤੀਜਾ ਪਾਤਾ, ਤਾਂ ਉਹ ਕਰਾ ਕੇ ਇੱਕ ਐਸਾ ਬਿਲਗੋਬਾ ਜਿਹਾ ਬਣਾ ਦਿੰਦੇ ਆ ਕਿ ਜਾ ਕੇ ਕੁਦਰਤ ਨੂੰ ਜਦੋਂ ਹਜਮ ਹੋਣ ਲਈ ਜਾਂਦੇ, ਅੰਤਰੀਆਂ ਜਾਂਦੇ, ਅੰਤਰੀਆਂ ਸਮਝ ਨਹੀਂ ਆਉਂਦੀ ਵੀ ਇਹ ਕੀ ਆ ਗਿਆ, ਨਵੀਂ ਚੀਜ਼ ਆ ਗਈ। ਇਸ ਕਰਕੇ ਇਹ ਸਾਰਾ ਜਿਹੜਾ ਐਂਟੀ ਨੇਚਰ ਆ ਇਹਨੂੰ ਬੰਦ ਕਰਨਾ ਚਾਹੀਦਾ, ਤਾਂ ਹੀ ਆਟੋਮਿਊਨਿਟੀ ਬੰਦ ਹੋਏਗੀ। ਅਤੇ ਇਸ ਕਰਕੇ ਅਸੀਂ ਜਿਹੜਾ ਉਹਦੇ 'ਚ ਕਰਦੇ ਹਾਂ, ਸ਼ੱਕੀ ਪ੍ਰੋਟੀਨ ਜਿਹੜੇ ਮਾਈਨਸ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਜਿਵੇਂ ਇੰਡਸਟਰੀਅਲ ਮਿਲਕ ਹੈ, ਹੁਣ ਮਿਲਕ ਹੈ ਇੰਡਸਟਰੀਅਲ ਹੋ ਗਿਆ ਬਿਲਕੁਲ ਹੀ, ਜਿਹੜੀ ਕਣਕ ਹੈ ਇੰਡਸਟਰੀਅਲ ਹੋ ਗਈ, ਠੀਕ ਹੈ। ਅਤੇ ਜਿੰਨੇ ਨੋਨ ਵੈਜ ਹੈ ਸਾਰਾ, ਉਹਨੂੰ ਅਸੀਂ ਮਨਾ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਉਹ ਇੰਡਸਟਰੀਅਲ ਹੋ ਗਏ। ਚੌਲਾਂ ਦੀ ਰੀਜ਼ਨ ਥੋੜ੍ਹਾ ਡਿਫਰੈਂਟ, ਇੰਡਸਟਰੀਅਲ ਵੀ ਹੋ ਗਏ ਉਹ। ਦੂਜੀ ਗੱਲ, ਉਹਦੇ ਅੰਦਰ ਫੂਡ ਵੈਲਿਊ ਬਹੁਤ ਘੱਟ ਹੈ, ਸਟਾਰਚ ਬਹੁਤ ਜ਼ਿਆਦਾ, ਉਹ ਸ਼ੂਗਰ ਬਹੁਤ ਜ਼ਿਆਦਾ ਪ੍ਰੋਡਿਊਸ ਕਰਦੇ ਹਨ ਅਤੇ ਉਹ ਡਿਸਟਰਬ ਕਰਦੇ ਆ। ਤਾਂ ਕਿਤੇ ਨਾ ਕਿਤੇ ਜਿਹੜਾ ਬੈਲੈਂਸਡ ਫੂਡ ਹੈ, ਜਿਹਨੂੰ ਸੰਤੁਲਿਤ ਭੋਜਨ ਕਹਿੰਦੇ ਸੀ ਆਪਾਂ, ਸੰਤੁਲਿਤ ਭੋਜਨ ਨਾ ਰਹਿ ਕੇ ਹੁਣ ਭੋਜਨ ਜਿਹੜਾ ਬਹੁਤ ਹੀ ਡਿਸਟਾਰਟਡ ਔਰ ਇੰਡਸਟਰੀਅਲ ਫੂਡ ਹੈ। ਸੋ ਇੰਡਸਟਰੀਅਲ ਫੂਡ ਜਿਹੜਾ ਉਹਨੂੰ ਆਪਾਂ ਨੂੰ ਬੈਕ ਆਉਣਾ ਪਏਗਾ ਨੈਚੁਰਲ ਫੂਡ ਦੇ ਉੱਪਰ, ਤਾਂ ਹੀ ਅਸੀਂ ਸਿਹਤਮੰਦ ਰਹਿ ਸਕਾਂਗੇ। ਅਸੀਂ ਜਿਹੜਾ ਇਲਾਜ ਕਰ ਰਹੇ ਹਾਂ, ਜਿਹਦੀ ਆਪਾਂ ਖੁਸ਼ਖਬਰੀ ਦੀ ਗੱਲ ਕਰ ਰਹੇ ਸੀਗੇ ਕਿ ਆਪਾਂ ਥਾਇਰਾਇਡ ਦੀ ਜਿਹੜਾ ਸਾਡਾ ਐਕਸਪੀਰੀਅੰਸ ਹੈ, ਪਿਛਲੇ ਜਿਹੜੇ ਲੋਕ ਕੰਮ ਕਰ ਰਹੇ ਆ ਪਿਛਲੇ 8-10 ਸਾਲ ਤੋਂ, ਤਾਂ ਉਹਦੇ ਅੰਦਰ ਐਕਸਪੀਰੀਅੰਸ ਇਹ ਹੈ ਕਿ ਥਾਇਰਾਇਡ ਠੀਕ ਹੋ ਜਾਂਦਾ। ਥਾਇਰਾਇਡ ਠੀਕ ਕਾਹਦੇ ਨਾਲ ਹੋ ਜਾਂਦਾ? ਨੈਚੁਰਲ ਫੂਡ ਨਾਲ। ਨੈਚੁਰਲ ਫੂਡ, ਫਿਰ ਨੈਚੁਰਲ ਮੈਡੀਕਲ ਪਲਾਂਟਸ, ਅਤੇ ਕੁਛ ਜਿਹੜੀ ਬਾਡੀ ਜਿਹੜੀ ਆਰਟ ਆਫ ਲਿਵਿੰਗ ਹੈ, ਥੋੜ੍ਹਾ ਜਿਹੜਾ ਜੀਵਨ ਜਾਂਚ ਹੈ ਤੁਹਾਨੂੰ, ਕਿ ਤੁਸੀਂ ਐਕਸਰਸਾਈਜ਼ ਨਹੀਂ ਕਰ ਰਹੇ, ਇੱਕ ਭਾਈ ਐਕਸਰਸਾਈਜ਼ ਕਰੋ, ਯੋਗਾ ਕਰੋ, ਤੁਸੀਂ ਜਿਹੜੀ ਹੈਗੀ ਹੈ ਕੋਈ ਐਸਾ ਖੁਸ਼ ਰਹੋ। ਅੱਛਾ, ਇਹਨਾਂ ਵਾਸਤੇ ਕੁਝ ਸਪੈਸ਼ਲ ਐਕਸਰਸਾਈਜ਼ ਵੀ ਹੋਏਗੀ ਥਾਇਰਾਇਡ ਦੇ ਪੇਸ਼ੈਂਟਸ ਵਾਸਤੇ? ਹਾਂ, ਸਪੈਸ਼ਲ ਐਕਸਰਸਾਈਜ਼ ਹੈਗੀ। ਉਹ ਜੇਈ ਆਹ ਗਰਦਨ 'ਤੇ ਇੱਥੇ ਹੈ ਨਾ, ਇਹਨੂੰ ਸਟੀਮੂਲੇਟ ਕਰਨ ਲਈ ਆਪਾਂ ਕਈ ਐਕਸਰਸਾਈਜ਼ ਕਰ ਸਕਦੇ ਹਾਂ। ਜਿੱਦਾਂ ਉਹ ਜੇਈ ਬਰੀਦਿੰਗ ਹੈ, ਉਹ ਜੇਈ ਬਰੀਦਿੰਗ ਉਹ ਬਾਬਾ ਰਾਮਦੇਵ ਕਰਕੇ ਹੋਇਆ ਕਰਕੇ ਦਾ ਸਾਹ ਅੰਦਰ ਖਿੱਚ ਕੇ, ਹਮਿੰਗ ਸਾਊਂਡਸ ਨੇ, ਉਦਗੀਤ ਪ੍ਰਾਣਾਯਾਮ ਹੈ, ਭ੍ਰਾਮਰੀ ਪ੍ਰਾਣਾਯਾਮ ਹੈ, ਸਟਰੈਚਿੰਗ ਹੈ ਗਰਦਨ ਦੀ, ਗਰਦਨ ਨੂੰ ਸਟਰੈਚ ਕਰਾਂਗੇ ਤਾਂ ਉਹਦੀ ਬਲੱਡ ਸਪਲਾਈ ਵਧੇਗੀ। ਟੈਪਿੰਗ ਹੈ, ਐਸੇ ਲਈ ਟੈਪਿੰਗ ਹੈ, ਟੈਪਿੰਗ ਕਰਾਂਗੇ ਤਾਂ ਉਹ ਗਲੈਂਡ ਸਟਿਮੂਲੇਟ ਹੋ ਜਾਏਗਾ, ਉਹਦੀ ਬਲੱਡ ਸਪਲਾਈ ਵਧੇਗੀ, ਤਾਂ ਫਿਰ ਉਹਦੀ ਫੰਕਸ਼ਨਿੰਗ ਠੀਕ ਹੋ ਸਕਦੀ ਹੈ। ਸੋ ਇੱਦਾਂ ਦੀ ਲੋਕਲ ਵੀ ਹੋ ਸਕਦੀਆਂ ਨੇ, ਲੇਕਿਨ ਜਨਰਲੀ ਬਾਡੀ ਦੇ ਜਨਰਲ ਐਕਸਰਸਾਈਜ਼ਸ ਅਤੇ ਉਸ ਤੋਂ ਬਾਅਦ ਜਿਹੜੀਆਂ ਸਟਰੈਚਿੰਗ ਐਕਸਰਸਾਈਜ਼ਸ ਕੁਛ, ਅਤੇ ਉਹਦੇ ਨਾਲ ਓਵਰਆਲ ਹੈਲਥ ਜਿਹੜੀ ਹੈ, ਕਿਉਂਕਿ ਅਗਰ ਓਵਰਆਲ ਹੈਲਥ ਠੀਕ ਹੋਵੇ ਨਾ ਬਾਡੀ ਦੀ, ਤਾਂ ਫਿਰ ਬਾਕੀ ਇੰਡੀਵਿਜੂਅਲ ਔਰਗਨ ਨੂੰ ਬਾਡੀ ਆਪਣੇ ਆਪ ਦੇਖ ਲੈਂਦੀ ਹੈ। ਸੋ ਓਵਰਆਲ ਜਿਹੜੀ ਅਸੀਂ ਐਕਸਰਸਾਈਜ਼ ਕਰਨੇ ਆ, ਸੋ ਗੁੱਡ ਫੂਡ ਹੋ ਗਿਆ, ਨੈਚੁਰਲ ਫੂਡ ਹੋ ਗਿਆ। ਨੈਚੁਰਲ ਫੂਡ ਦੇ ਅੰਦਰ ਉਹੀ ਹੋ ਗਿਆ ਕਿ ਤੁਸੀਂ 50% ਰॉ ਖਾਓ, ਜਿਹੜੀ ਕਣਕ ਦੁੱਧ ਅਤੇ ਜਿਹੜੀ ਚੌਲ ਹੈ, ਇਹ ਇੰਡਸਟਰੀਅਲ ਫੂਡਸ ਨੇ, ਇਹਨੂੰ ਮਿਨੀਮਾਈਜ਼ ਕਰੋ ਜਾਂ ਬੰਦ ਕਰੋ। ਅਤੇ ਆਟੋਇਮਿਊਨ ਡਿਸਆਰਡਰ ਤਾਂ ਅਸੀਂ ਬਿਲਕੁਲ ਬੰਦ ਕਰਾਉਣੇ ਆ, ਕਣਕ ਔਰ ਜਿਹੜੀ ਖਾਸ ਕਰਕੇ ਦੁੱਧ ਹੈ ਔਰ ਨੋਨ ਵੈਜ ਹੈ। ਐਨੀਮਲ ਫੂਡ ਜਿਹੜੇ ਨੇ, ਐਨੀਮਲ ਫੂਡਸ ਬਾਈ ਐਂਡ ਲਾਰਜ ਜਿਹੜੇ ਇੰਡਸਟਰੀਅਲ ਐਨੀਮਲ ਫੂਡਸ ਨੇ, ਬਹੁਤ ਡਿਸਟਰਬ ਕਰਦੇ ਆ, ਕਿਉਂਕਿ ਇੰਡਸਟਰੀਅਲ ਐਨੀਮਲ ਫੂਡ ਜਿਹੜੇ ਹੁੰਦੇ ਨੇ, ਇਹ ਜ਼ਿਆਦਾ ਡਿਸਟਰਬਡ ਹੋ ਜਾਂਦੇ ਆ, ਕਿਉਂਕਿ ਡਬਲ ਹੋ ਗਿਆ ਨਾ। ਕਿ ਜਿਹੜਾ ਮੰਨ ਲਓ ਬਰਾਇਲਰ ਨੂੰ ਤੁਸੀਂ ਲਗਾਤਾਰ ਕੈਮੀਕਲ ਦੇ ਰਹੇ ਹੋ, ਉਹਨੂੰ ਐਂਟੀਬਾਇਓਟਿਕ ਵੀ ਦੇ ਰਹੇ ਹੋ, ਉਹਨੂੰ ਕੈਮੀਕਲੀ ਗਰੋਨ ਫੂਡ ਵੀ ਦੇ ਰਹੇ ਹੋ, ਅਤੇ ਜਿਹੜਾ ਉਹਦਾ ਮੀਟ ਬਣ ਰਿਹਾ ਉਹ ਉਸ ਤੋਂ ਵੀ ਜ਼ਿਆਦਾ ਡਿਸਟਰਬਡ ਹੈ, ਕਿਉਂਕਿ ਅੰਦਰ ਜਾ ਕੇ ਉਹ ਕੁਮੂਲੇਟ ਹੋ ਜਾਂਦਾ, ਬਾਇਓ ਕਮੂਲੇਸ਼ਨ, ਬਾਇਓ ਮੈਗਨੀਫਿਕੇਸ਼ਨ, ਜਿੰਨੇ ਟੌਕਸਿਨਸ ਨੇ ਉਹਦੇ ਅੰਦਰ ਜਾ ਕੇ ਕੁਮੂਲੇਟ ਹੋ ਜਾਂਦੇ ਆ। ਜੋ ਕੁਝ ਉਹਦੇ ਅੰਦਰ ਪਾਇਆ ਉਹ ਮੈਂ ਜਿਹੜਾ ਖਾਊਗਾ ਉਹਦੇ ਅੰਦਰ ਨਿਕਲ ਜਾਏਗਾ। ਬਿਲਕੁਲ ਉਹ ਤਾਂ ਹੈ ਹੀ, ਉਹ ਤਾਂ ਜੋ ਤੁਸੀਂ ਖਾਂਦੇ ਹੋ ਤੁਹਾਡੀ ਬਾਡੀ ਦਾ ਪਾਰਟ ਬਣਦਾ ਨਾ, ਤੁਹਾਡੀ ਬਾਡੀ ਦਾ ਪਾਰਟ ਬਣ ਜਾਂਦਾ। ਸੋ ਇਸ ਕਰਕੇ ਜਿਹੜੇ ਇੰਡਸਟਰੀਅਲ ਐਨੀਮਲ ਫੂਡਸ ਨੇ, ਦੁੱਧ ਹੈ, ਤੁਹਾਡਾ ਅੰਡੇ ਹੈ, ਮੀਟ ਹੈ, ਮਛਲੀ ਹੈ, ਇਹ ਚੀਜ਼ਾਂ ਜਿਹੜੀਆਂ ਨੇ ਅਸੀਂ ਮਨਾ ਕਰ ਦਿੰਦੇ ਹਾਂ। ਆਟੋਇਮਿਊਨ ਡਿਸਆਰਡਰ ਤਾਂ ਸਖਤੀ ਨਾਲ ਮਨਾ ਕਰਦੇ ਹੋਈ ਹੈ, ਕਿਉਂਕਿ ਆਟੋਇਮਿਊਨ ਡਿਸਆਰਡਰ ਦਾ ਮਤਲਬ ਇਹ ਹੁੰਦਾ ਕਿ ਤੁਸੀਂ ਸ਼ੱਕੀ ਪ੍ਰੋਟੀਨ ਨੂੰ ਮਾਈਨਸ ਕਰਨਾ। ਅਤੇ ਸ਼ੱਕੀ ਪ੍ਰੋਟੀਨ ਦੇ ਅੰਦਰ ਜਿਹੜਾ ਦੁੱਧ ਦਾ ਪ੍ਰੋਟੀਨ ਸਭ ਤੋਂ ਜ਼ਿਆਦਾ ਸ਼ੱਕੀ ਹੈ, ਅਤੇ ਵੀਟ ਪ੍ਰੋਟੀਨ ਸਭ ਤੋਂ ਸ਼ੱਕੀ ਹੈ, ਉਸ ਤੋਂ ਬਾਅਦ ਐਨੀਮਲ ਪ੍ਰੋਟੀਨਸ ਨੇ, ਤਾਂ ਇਹ ਮਾਈਨਸ ਕਰ ਦਿੰਦੇ ਹਾਂ। ਅਤੇ ਬਾਕੀ ਜਿਹੜਾ ਹੈਗਾ ਕੁਛ ਮੈਡੀਸਨਲ ਪਲਾਂਟਸ ਨੇ,
ਜਿਹੜੇ ਕਾੜੇ ਵਗੈਰਾ ਨੇ, ਕਾੜੇ ਜਿਹੜੇ ਅਸੀਂ ਦਿੰਦੇ ਹਾਂ ਉਹਦੇ 'ਚ ਥਾਇਰਾਇਡ ਦੇ ਅੰਦਰ, ਉਹਦੇ ਚਾੜ ਮੈਂ ਤੁਹਾਨੂੰ ਲਿਸਟ ਦੇਖ ਕੇ ਆਪਾਂ। ਸੋ ਦੇਖੋ ਇਹਦੇ 'ਚ ਥਾਇਰਾਇਡ ਦੇ ਅੰਦਰ ਕਾੜਾ ਅਸੀਂ ਦਿੰਦੇ ਹਾਂ ਮੇਥੀ ਦਾ, ਪੁਦੀਨਾ, ਹਲਦੀ, ਗਲੋ ਅਤੇ ਸੁਹਾਂਜਣਾ, ਪਾਨ ਪੱਤਾ, ਨਿੰਮ, ਪਿੱਪਲ, ਇਹਨਾਂ ਦੇ ਕਾੜੇ ਸੁਬਹ ਹਾਈਪਰ ਦੋਨਾਂ ਦੇ ਵਿੱਚ ਦੋਨਾਂ ਸੇਮ। ਸਾਡੀ ਟ੍ਰੀਟਮੈਂਟ ਦੋਨਾਂ 'ਚ ਸੇਮ ਹੈ। ਦੋਨਾਂ 'ਚ ਹਾਈਪੋ ਨਹੀਂ, ਥਾਇਰਾਇਡ ਦੇ ਫੰਕਸ਼ਨ ਨੂੰ ਠੀਕ ਕਰਨਾ ਹੈ। ਇਹ ਕੋਈ ਕੈਮੀਕਲ ਟ੍ਰੀਟਮੈਂਟ ਤਾਂ ਹੈ ਨਹੀਂ ਗੀ, ਇਹ ਤਾਂ ਫੰਕਸ਼ਨਿੰਗ ਠੀਕ ਕਰਨੀ ਹੈ। ਤਾਂ ਉਹਦੇ 'ਚ ਹਾਈਪੋ ਅਤੇ ਹਾਈਪਰ ਦੀ ਜਿਹੜੀ ਟ੍ਰੀਟਮੈਂਟ ਉਹ ਲਗਭਗ ਸੇਮ ਹੈ। ਅਤੇ ਉਹਦੇ ਇਹ ਕਾੜੇ ਸੁਬਹ ਅਤੇ ਸ਼ਾਮ 2 ਟਾਈਮ ਕਾੜੇ ਦਿੰਦੇ ਹਾਂ। ਫਿਰ ਗ੍ਰੀਨ ਜੂਸ ਦਿੰਦੇ ਹਾਂ, ਰੈੱਡ ਜੂਸ ਦਿੰਦੇ ਹਾਂ, ਫਲ ਅਤੇ ਸਬਜ਼ੀਆਂ ਜਿਹੜੀਆਂ ਰॉ ਖਾਣ ਨੂੰ ਕਹਿੰਦੇ ਹਾਂ, ਪੱਤੇ ਰॉ ਖਾਣ ਨੂੰ ਕਹਿੰਦੇ ਹਾਂ। ਤਾਂ ਯਾਨੀ ਕਿ ਨੈਚੁਰਲ ਫੂਡਸ। ਰਸੋਈ ਵਾਲਾ ਕੋਈ ਚੀਜ਼ ਹੋਵੇ ਜਿਹਦੇ ਨਾਲ ਆਪਾਂ ਬੋਡੀ ਨੂੰ ਅਸਰ ਪੈਂਦਾ। ਆਹ ਦੇਖੋ ਰਸੋਈ ਵਾਲੇ ਸਾਰੇ ਮਸਾਲੇ ਆ ਗਏ, ਹਲਦੀ ਆ ਗਈ, ਵਿੱਚ ਹਲਦੀ ਆ ਗਈ, ਮੇਥੀ ਆ ਗਈ, ਇਹ ਸਾਰੇ ਰਸੋਈ ਵਾਲੇ ਨੇ। ਹਲਦੀ ਵਿੱਚ ਕਾਲੀ ਮਿਰਚ ਵੀ ਪਾ ਲੈਣੀ ਹੈ। ਹਲਦੀ ਦਾ ਜਨਰਲ ਫੰਡਾ ਰੱਖਣਾ ਕਿ ਹਲਦੀ ਜਦੋਂ ਵੀ ਲੈਣੀ ਹੈ ਉਹਦੇ ਅੰਦਰ ਕਾਲੀ ਮਿਰਚ ਜ਼ਰੂਰ ਚਾਹੀਦੀ ਹੈ, ਅਤੇ ਉਹਦੇ ਨਾਲ ਥੋੜ੍ਹਾ ਬਹੁਤਾ ਫੈਟ ਚਾਹੀਦਾ। ਜਾਂ ਤਾਂ ਰੋਟੀ ਦੇ ਬਾਅਦ ਲਓ ਹਲਦੀ ਵਾਲਾ ਅਤੇ ਕਾਲੀ ਮਿਰਚ ਵਾਲਾ ਕਾੜਾ ਜਾਂ ਪਾਣੀ। ਹਲਦੀ ਦਾ ਕਾੜਾ ਬਣਾਉਣ ਦੀ ਵੀ ਲੋੜ ਨਹੀਂ ਹੁੰਦੀ। ਹਲਦੀ ਦਾ ਤੁਸੀਂ ਗਰਮ ਪਾਣੀ 'ਚ ਹਲਦੀ ਦਾ ਅੱਧਾ ਚਮਚਾ ਘੋਲੋ, ਨਾਲ ਕਾਲੀ ਮਿਰਚ ਘੋਲੋ ਅਤੇ ਪੀ ਲਓ। ਘਿਓ ਪਾਉਣਾ ਵਿੱਚ? ਘਿਓ ਜੇ ਖਾਣਾ ਖਾ ਚੁੱਕੇ ਹੋ ਤਾਂ ਫਿਰ ਤਾਂ ਘਿਓ ਪਾਉਣ ਦੀ ਲੋੜ ਨਹੀਂ ਹੈ, ਕਿਉਂਕਿ ਤੁਹਾਡੀ ਆਲਰੇਡੀ ਡਾਈਟ 'ਚ ਘਿਓ ਹੈਗਾ, ਤਾਂ ਉਹ ਅੰਦਰ ਜਾ ਕੇ ਤੁਹਾਡਾ ਘਿਓ ਨਾਲ ਰਲ ਜਾਏਗਾ। ਅਤੇ ਜੇ ਖਾਲੀ ਪੇਟ ਲੈ ਰਹੇ ਹੋ ਤਾਂ ਫਿਰ ਥੋੜ੍ਹਾ ਜਿਹਾ ਅੱਧਾ ਚਮਚਾ ਘੀ ਜਾਂ ਆਇਲ, ਕੋਈ ਕੋਕੋਨਟ ਆਇਲ ਪਾ ਲਓ। ਕਿਉਂਕਿ ਉਹਦੇ 'ਚ ਕੀ ਹੁੰਦਾ ਕਿ ਇਹ ਗੱਲ ਨੋਨ ਸਿੱਧ ਹੋਈ ਵੀ ਹੈ ਕਿ ਹਲਦੀ ਦੇ ਅੰਦਰ ਜਿਹੜੇ ਐਕਟਿਵ ਇੰਗਰੀਡੀਐਂਟਸ ਨੇ ਉਹ ਘੀ ਦੀ ਪ੍ਰੈਜ਼ੈਂਸ 'ਚ, ਫੈਟਸ ਦੀ ਪ੍ਰੈਜ਼ੈਂਸ 'ਤੇ ਕਾਲੀ ਮਿਰਚ ਦੀ ਪ੍ਰੈਜ਼ੈਂਸ 'ਚ ਬਹੁਤ ਜ਼ਿਆਦਾ ਉਹਨਾਂ ਦੇ ਵੈਲਿਊ ਕਈ ਗੁਣਾ ਵੱਧ ਜਾਂਦੀ ਹੈ। 10 ਤੋਂ 20 ਗੁਣਾ ਜਿਹੜੀ ਹੈ ਉਹਦੀ ਹਲਦੀ ਦੇ ਗੁਣ ਜਿਹੜੇ ਨੇ ਉਹ ਵੱਧ ਜਾਂਦੇ ਆ ਜੇ ਤੁਸੀਂ ਕਾਲੀ ਮਿਰਚ ਅਤੇ ਫੈਟ ਦੇ ਨਾਲ ਲਓਗੇ ਤਾਂ। ਥਾਇਰਾਇਡ ਨੂੰ ਬਹੁਤ ਬੈਨੀਫਿਟ ਦਿੰਦਾ। ਹਾਂ, ਥਾਇਰਾਇਡ ਬਸ ਹਲਦੀ ਇੱਕ ਇਹੋ ਜਿਹਾ ਹਰਬ ਹੈ ਜਿਹੜੀ ਕਿ ਮੇਰੇ ਖਿਆਲ 'ਚ ਸਰੀਰ ਦੇ ਕਿਸੇ ਕੋਈ ਅੰਗ ਨਹੀਂ ਜਿਹੜਾ ਤੋਂ ਬੈਨੀਫਿਟ ਨਹੀਂ ਕਰਦਾ। ਸੋ ਪੂਰੇ ਦਾ ਪੂਰਾ ਸਰੀਰ ਤੋਂ ਬੈਨੀਫਿਟ ਕਰਦਾ ਹਲਦੀ ਤੋਂ। ਕੁਛ ਸਾਡੀ ਇਹੋ ਜਿਹੀ ਚੀਜ਼ਾਂ ਨੇ ਜਦੋਂ ਸਾਰੇ ਦਾ ਸਾਰਾ ਸਰੀਰ ਬੈਨੀਫਿਟ ਕਰਦਾ। ਉਹ ਹਲਦੀ ਇੱਕ ਉਹ ਹੈ ਸਾਡੀ ਹਰਬ ਹੈ ਜਿਹੜੀ ਕਿ ਐਵਰਗ੍ਰੀਨ ਹੈ। ਜਿਹੜੇ ਮਰਜ਼ੀ ਸਰੀਰ ਵਾਸਤੇ, ਜਿਹੜੇ ਮਰਜ਼ੀ ਸਰੀਰ ਦਾ ਨੁਕਸ ਹੈ, ਅੰਗ ਦਾ ਨੁਕਸ ਹੈ, ਉਹ ਜਿਹੜੀ ਹਲਦੀ ਹੈ ਉਹਦੇ ਲਈ ਬਹੁਤ ਕਮਾਲ ਦੀ ਚੀਜ਼ ਹੈ। ਇਹ ਤੰਦਰੁਸਤ ਬੰਦਾ ਵੀ ਲੈ ਸਕਦਾ? ਬਿਲਕੁਲ, ਤੰਦਰੁਸਤ ਬੰਦੇ ਨੂੰ ਹੀ ਲੈਣੀ ਚਾਹੀਦੀ ਹੈ, ਕਿਉਂਕਿ ਪ੍ਰੀਵੈਂਸ਼ਨ ਵਾਸਤੇ ਤਾਂ 100% ਇਫੈਕਟਿਵ ਨੇ ਨਾ ਇਹ। ਜਿਹੜਾ ਬੰਦਾ ਨੂੰ ਹਲਦੀ ਲੈ ਰਿਹਾ ਉਹਨੂੰ ਤਾਂ ਕੈਂਸਰ ਵੀ ਨਹੀਂ ਹੋ ਸਕਦਾ। ਜਿਹੜਾ ਹਲਦੀ ਐਕਸਟਰਾ ਲੈਣੀ ਹੈ ਥੋੜ੍ਹੀ ਜਿਹੀ। ਦਿਨ ਦੇ ਵਿੱਚ ਇੱਕ ਵਾਰੀ ਲੈਣੀ ਕਿ 2 ਵਾਰੀ ਸਵੇਰੇ ਸ਼ਾਮ? ਉਹ ਅੰਗਰੇਜ਼ ਕਹਿੰਦੇ ਆ, ਇਹ ਤਾਂ ਇੱਕ ਸਟੱਡੀ ਦੇ ਅੰਦਰ ਕੋਟਡ ਹੈ ਕਿ ਏਸ਼ੀਆ ਦੇ ਵਿੱਚ ਜਿਨ੍ਹਾਂ ਕੰਟਰੀ ਦੇ ਅੰਦਰ ਇਹ ਮਸਾਲੇ ਜ਼ਿਆਦਾ ਯੂਜ਼ ਹੋ ਰਹੇ ਹੈ ਉਹਨਾਂ ਕੰਟਰੀ 'ਚ ਕੈਂਸਰ ਅਜੇ ਵੀ ਘੱਟ ਹੈ ਵੈਸਟਰਨ ਕੰਟਰੀ ਨਾਲੋਂ। ਕਿਉਂ? ਕਿਉਂਕਿ ਵੈਸਟਰਨ ਕੰਟਰੀ 'ਚ ਮਸਾਲਿਆਂ ਦਾ ਯੂਜ਼ ਹੈ ਨਹੀਂ ਗਾ। ਉਹਨਾਂ ਨੂੰ ਪਤਾ ਨਹੀਂ ਮਸਾਲੇ ਕਿਵੇਂ ਵਰਤੀਦੇ ਆ, ਉਹ ਤਾਂ ਬਸ ਨਮਕ ਵਰਤਣਾ ਜਾਣਦੇ ਆ ਬਸ ਜ਼ਿਆਦਾ। ਸਵੇਰੇ ਸ਼ਾਮ 2 ਵਾਰੀ ਤੰਦਰੁਸਤ ਬੰਦਾ ਵੀ ਲੈ ਸਕਦਾ? ਕੋਈ ਵੀ ਕਾੜਾ ਜਿਹੜਾ ਲੈਣਾ 2 ਵਾਰੀ ਤੋਂ ਵੱਧ ਨਹੀਂ ਲੈਣਾ। ਜੇ ਵੱਧ ਵਾਰੀ ਲੈਣਾ ਤਾਂ ਫਿਰ ਅਲੱਗ ਤਰ੍ਹਾਂ ਦਾ ਕਾੜਾ ਲਓ। ਜਿਹੜਾ ਇੱਕੋ ਤਰ੍ਹਾਂ ਦਾ ਕਾੜਾ 2 ਵਾਰੀ ਤੋਂ ਵੱਧ ਨਹੀਂ ਲੈਣਾ, ਔਰ ਹਫ਼ਤੇ ਤੋਂ ਵੱਧ ਫਿਰ ਉਹਨੂੰ ਬਦਲ ਲੈਣਾ। ਹਫ਼ਤਾ ਥਾਇਰਾਇਡ ਬੰਦਾ ਇੱਕ ਹਫ਼ਤਾ ਹਲਦੀ ਲੈ ਰਿਹਾ, ਅਗਲਾ ਹਫ਼ਤਾ ਗਲੋ ਲੈ ਲੇ, ਪਿੱਪਲ ਲੈ ਲੇ, ਮੇਥੀ ਪਿੱਪਲ। ਮੇਥੀ ਦੇ ਪੱਤੇ ਕਿ ਮੇਥੀ ਦੇ ਪੱਤੇ ਮਿਲ ਜਾਣ ਤਾਂ ਬਹੁਤ ਵਧੀਆ ਕਾੜੇ ਵਾਸਤੇ। ਜੇ ਨਾ ਮਿਲਣ ਤਾਂ ਫਿਰ ਦਾਣੇ ਠੀਕ ਨੇ। ਦਾਣੇ ਲੈਣੇ ਹੁਣ ਤਾਂ ਫਿਰ ਰਾਤ ਨੂੰ ਭਿਉਂ ਕੇ ਰੱਖ ਦਿਓ, ਸਵੇਰੇ ਇਹਨੂੰ ਉਬਾਲ ਲਓ, ਜਾਂ ਰਾਤ ਨੂੰ ਗਰਮ ਪਾਣੀ 'ਚ ਭਿਉਂ ਦਿਓ, ਕਾੜਾ ਆਪਣੇ ਆਪ ਬਣ ਜਾਂਦਾ। ਮੇਥੀ ਕਿਹੋ ਜਿਹੀ ਚੀਜ਼ ਹੈ, ਮੇਥੀ ਨੂੰ ਤੁਸੀਂ ਰਾਤੀ ਤੇਜ਼ ਗਰਮ ਪਾਣੀ 'ਚ 1 ਚਮਚਾ ਭਿਉਂ ਕੇ ਰੱਖ ਦਿਓ, ਉਹ ਸਵੇਰ ਤੱਕ ਉਹਦਾ ਸਾਰਾ ਜਿਹੜੇ ਐਕਟਿਵ ਇੰਗਰੀਡੀਐਂਟ ਨੇ ਪਾਣੀ 'ਚ ਆ ਜਾਂਦੇ ਆ। ਤੁਸੀਂ ਉੱਠ ਕੇ ਪਾਣੀ ਪੀ ਲਓ। ਅੱਛਾ, ਇਹਦੇ ਨਾਲ ਲੱਤਾਂ ਵੀ ਦਰਦ ਕਰਨ ਲੱਗ ਜਾਂਦੀਆਂ? ਜੇ ਥਾਇਰਾਇਡ ਹੈਗਾ ਤਾਂ ਲੱਤਾਂ 'ਚ ਵੀ ਦਰਦ ਹੋਣ ਲੱਗ ਜਾਂਦਾ? ਬਿਲਕੁਲ, ਤਾਂ ਉਹੀ ਨਾ, ਲੱਤਾਂ ਦਰਦ ਇਸ ਕਰਕੇ ਕਰਨਗੀਆਂ ਕਿ ਤੁਹਾਡਾ ਸਟੈਮਿਨਾ ਘਟ ਗਿਆ ਨਾ। ਤੁਹਾਡਾ ਸਟੈਮਿਨਾ ਘਟ ਗਿਆ ਕਿ ਜਿਹੜਾ ਸਟੈਮਿਨਾ ਤੁਹਾਡੇ ਕੋਲ 10 ਘੰਟੇ 12 ਘੰਟੇ ਕੰਮ ਕਰਨ ਦਾ ਸੀਗਾ, ਉਹ ਤੁਹਾਡਾ ਘਟ ਕੇ 2 ਘੰਟੇ 3 ਘੰਟੇ 'ਤੇ ਆ ਗਿਆ। 2-3 ਘੰਟੇ ਬਾਅਦ ਲੱਤਾਂ ਦੁਖਣ ਲੱਗ ਜਾਣਗੀਆਂ। ਲੱਤਾਂ ਦੁਖਣ ਦਾ ਮਤਲਬ ਕੀ ਹੈ? ਲੱਤਾਂ ਦੁਖਣ ਦਾ ਮਤਲਬ ਇਹ ਹੈ ਕਿ ਤੁਹਾਡੀਆਂ ਲੱਤਾਂ ਹੁਣ ਜਵਾਬ ਦੇ ਰਹੀਆਂ ਨੇ, ਕੰਮ ਨਹੀਂ ਕਰਨਾ ਚਾਹੁੰਦੀਆਂ, ਕਿਉਂਕਿ ਉਹਦੇ ਅੰਦਰ ਜਿਹੜਾ ਮਸਲ ਜਦੋਂ ਕੰਮ ਕਰਦੇ ਆ ਤਾਂ ਸਾਡੇ ਲੈਕਟਿਕ ਐਸਿਡ ਪੈਦਾ ਹੁੰਦਾ। ਹਾਂ, ਸੋ ਇਹ ਜਿਹੜਾ ਵਰਤਾਰਾ ਕਿਤੇ ਨਾ ਕਿਤੇ ਜਿਹੜਾ ਟ੍ਰੀਟੇਬਲ ਹੈ, ਇਹ ਜਿਹੜੀ ਬਹੁਤ ਵੱਡੀ ਖੁਸ਼ਖਬਰੀ ਹੈ ਕਿ ਦਵਾਈ ਛੁੱਟ ਜਾਂਦੀ ਹੈ। ਔਰ ਦਵਾਈ ਛੱਡਣ ਦਾ ਤਰੀਕਾ ਕੀ ਕਰਨਾ ਕਿ ਜਿਹੜਾ ਥਾਇਰਾਇਡ ਸਟਿਮੂਲੇਟਿੰਗ ਹਾਰਮੋਨ ਹੈ, TSH ਹੈ, ਉਹਦੀ ਰਿਪੋਰਟ ਹੁੰਦੀ ਹੈ 0.35 ਸਮਥਿੰਗ ਤੋਂ ਲੈ ਕੇ 5 ਦੇ ਰਾਊਂਡ ਅਬਾਊਟ। ਅਸੀਂ ਉਹਦਾ ਲੈਵਲ ਰੱਖ ਲਿਆ 6 ਵੀ ਜੇ 6 ਜਾਂ ਉਸ ਤੋਂ ਉੱਪਰ ਹੈ ਤਾਂ ਗੋਲੀ ਨਹੀਂ ਘਟਾਣੀ। ਜੇ 6 'ਤੇ ਆ ਗਿਆ ਜਾਂ 6 ਤੋਂ ਥੱਲੇ ਚਲਾ ਗਿਆ ਤਾਂ ਗੋਲੀ 25 ਮਾਈਕਰੋਗ੍ਰਾਮ ਘਟਾਈ ਜਾਣੀ ਹੈ। ਪੂਰੇ ਤਾਂ ਚਲੋ ਆਪਣਾ ਇੱਦਾਂ ਦਾ ਹੈਗਾ,
ਫੋਰਨ ਕੰਟਰੀਜ਼ ਦੇ ਵਿੱਚ ਉਹ ਮਾਪਣ ਦਾ ਕੋਈ ਤਰੀਕਾ ਹੋਰ ਹੀ ਹੁੰਦਾ ਇਹਨਾਂ ਨੂੰ, ਉਹ ਵੀ ਥੋੜਾ ਉਹ ਮਿਲੀ ਮੋਲੀਕਿਊਲਸ ਹੁੰਦਾ, ਉਹ ਟੇਬਲ ਹੈਗੇ ਸਾਰੇ, ਹਰ ਟੈਸਟ ਦਾ ਆਪਣਾ ਇੱਕ ਟੇਬਲ ਬਣਿਆ ਹੋਇਆ। ਮਿਲੀ ਮੋਲੀਕਿਊਲ ਤੇ ਜਿਹੜੀ ਸਾਡੇ ਵਾਲੀ ਤਰੀਕਾ ਵਰਤਣ ਦਾ ਪਰ ਡੈਸੀਲੀਟਰ ਵਾਲਾ, ਉਹਦਾ ਇੱਕ ਟੇਬਲ ਬਣੇ ਹੋਏ ਆ। ਉਹ ਜਿਹਨੂੰ ਜਿੱਦਾਂ ਦੀ ਪ੍ਰੋਬਲਮ ਹੋਵੇ ਤਾਂ ਟੇਬਲ ਕੱਢ ਲਓ ਉਸ ਟੈਸਟ ਦਾ। ਹਾਂ, ਗੂਗਲ ਦੇ ਟੇਬਲ ਹੈਗੇ ਅਵੇਲੇਬਲ, ਉਹ ਟੇਬਲ ਹੈਗੇ ਆ। ਉਹਨੂੰ ਮਿਲੀ ਮੋਲੀਕਿਊਲ ਲਿਖਿਆ ਹੁੰਦਾ। ਉਹ ਟੈਸਟਾਂ ਦੀ ਰਿਪੋਰਟਾਂ ਡਿਫਰੈਂਟ ਹੁੰਦੀਆਂ, ਜੇ ਤੁਸੀਂ ਉਹ ਪੜ੍ਹੋਗੇ ਤਾਂ ਤੁਹਾਨੂੰ ਸਮਝ ਨਹੀਂ ਆਉਣੀ। ਕਿ ਜਿਵੇਂ ਅਸੀਂ ਸ਼ੂਗਰ ਦੇ ਅਸੀਂ ਆਦੀ ਹਾਂ ਵੀ 120 130 140 150 ਇੱਦਾਂ ਆਦੀ ਹਾਂ, ਉੱਥੇ ਨਹੀਂ, ਉੱਦਾਂ ਮਿਲੀ ਮੋਲਸ ਨੇ। ਮਤਲਬ ਸਾਡਾ ਸਾਡੀ ਜਿਹੜੀ 100 ਹੈ, ਉਹਨਾਂ ਦੇ ਮਿਲੀ ਮੋਲ ਦੇ ਹਿਸਾਬ ਨਾਲ ਬਣੂਗੀ ਸਾਰੀ 7 6 7। ਹਾਂ, ਉਹਦਾ ਟੇਬਲ ਹੈਗਾ, ਉਹ ਟੇਬਲ ਹੈਗਾ। ਜਿਵੇਂ ਸ਼ੂਗਰ ਵਾਲਾ, ਜਿਵੇਂ 18 ਨਾਲ ਮਲਟੀਪਲਾਈ ਕਰਨਾ, ਤੁਸੀਂ 18 ਨਾਲ ਮਲਟੀਪਲਾਈ ਕਰ ਦੋਗੇ ਤਾਂ ਸਾਡੀ ਰੀਡਿੰਗ ਆ ਜਾਏਗੀ। ਉਹਨਾਂ ਦੇ ਮਿਲੀ ਮੋਲ ਨੂੰ 18 ਨਾਲ ਮਲਟੀਪਲਾਈ ਕਰ ਦੋਗੇ ਤਾਂ ਸਾਡੀ ਰੀਡਿੰਗ ਆ ਜਾਏਗੀ। ਹਰ ਟੈਸਟ ਦਾ ਅਲੱਗ-ਅਲੱਗ ਹੈਗਾ, ਤਾਂ ਉਹ ਅਸੀਂ ਕਰ ਲੈਂਦੇ ਹਾਂ। ਤਾਂ ਇਹ ਹੋ ਗਿਆ ਤੁਹਾਡਾ ਜਿਹੜਾ ਹੈਗਾ ਕਿ ਕਿੱਦਾਂ ਅਸੀਂ ਜਿਹੜਾ ਉਹਦਾ ਦਵਾਈ ਕਿਵੇਂ ਘਟਾਉਣੀ ਹੈ। ਹਰ ਮਹੀਨੇ ਟੈਸਟ ਕਰਾਉਣਾ, TSH 6 ਜਾਂ 6 ਤੋਂ ਘੱਟ ਹੋਵੇ ਤਾਂ ਦਵਾਈ 25 ਮਾਈਕਰੋਗ੍ਰਾਮ ਘਟਾਈ ਜਾਣੀ ਹੈ। ਤਕਰੀਬਨ ਸਾਡੀ ਅਬਜ਼ਰਵੇਸ਼ਨ ਇਹ ਹੈ ਕਿ ਹਰ ਮਹੀਨੇ ਹੀ ਉਹ ਘਟ ਜਾਂਦੀ ਹੈ, ਹਰ ਮਹੀਨੇ ਘਟ ਜਾਂਦੀ ਹੈ। ਤਾਂ ਉਸ ਹਿਸਾਬ ਨਾਲ ਵੀ ਜੇ 100 ਮਾਈਕਰੋਗ੍ਰਾਮ ਬੰਦਾ ਖਾ ਰਿਹਾ ਤਾਂ 4 ਮਹੀਨੇ ਛੁੱਟ ਜਾਏਗੀ ਗੋਲੀ। ਜੇ 150 ਖਾ ਰਿਹਾ ਤਾਂ 6 ਮਹੀਨੇ ਛੁੱਟ ਜਾਏਗੀ। ਅਸੀਂ ਇੱਕਦਮ ਛੁਡਾਉਣ ਦੀ ਕੋਸ਼ਿਸ਼ ਵੀ ਨਹੀਂ ਕਰਦੇ। ਵੈਸੇ ਬਹੁਤ ਸਾਰੇ ਪੇਸ਼ੈਂਟ ਜਿਹੜੇ ਸਡਨਲੀ ਵੀ ਛੱਡ ਦਿੰਦੇ ਕਈ ਵਾਰੀ, ਉਹ ਵੀ ਠੀਕ ਹੀ ਰਹਿੰਦੇ ਆ, ਲੇਕਿਨ ਅਸੀਂ ਐਡਵਾਈਜ਼ ਨਹੀਂ ਕਰਦੇ ਕਿਉਂਕਿ ਪੇਸ਼ੈਂਟ ਘਬਰਾ ਜਾਂਦਾ, ਫਿਰ ਉਹ ਸਾਡੀ ਟਰੀਟਮੈਂਟ ਵੀ ਛੱਡ ਜਾਂਦਾ। ਤਾਂ ਸਾਡਾ ਇਹ ਹੈ ਕਿ ਅਸੀਂ ਸਲੋ ਘਟਾਉਂਦੇ ਹਾਂ, ਅਤੇ ਉਹਦੇ ਹਿਸਾਬ ਨਾਲ ਫਿਰ ਆਪਾਂ ਉੱਦਾਂ ਦੇ ਮੈਥਡ ਜਿਹੜੇ ਤਰੀਕੇ ਇਵਾਲਵ ਕਰ ਲਏ ਹੋਏ ਆ। ਔਰ ਇਹਦੇ ਨਾਲ ਜੇ ਹੋਰ ਇਸ ਤੋਂ ਇਲਾਵਾ ਉਹ ਦੇਣਾ ਹੋਵੇ ਇਹਨਾਂ ਪਲਾਂਟਸ ਤੋਂ ਇਲਾਵਾ, ਤਾਂ ਸਾਡੇ ਕੋਲ ਹਰਬਲ ਦੇ ਵਿੱਚ ਥਾਇਰਾਇਡ ਹਰਬਲ ਆਯੁਰਵੈਦਿਕ ਟੈਬਲੇਟ ਵੀ ਹੈਗੀਆਂ ਨੇ। ਉਹ 2 ਟੈਬਲੇਟ ਅਸੀਂ ਯੂਜ਼ ਕਰ ਰਹੇ ਹਾਂ। ਇਹਦੇ 'ਚ ਇੱਕ ਥਾਇਰੀਨ ਟੈਬਲੇਟ ਹੈ, ਇਹ ਬਣੀ ਹੋਈ ਲਾਲ ਮਿਰਚ, ਬੇਸਿਕਲੀ ਹੋਰ ਵੀ ਚੀਜ਼ਾਂ ਹੈਗੀਆਂ ਨੇ ਲੇਕਿਨ ਲਾਲ ਮਿਰਚ ਐਕਸਟਰੈਕਟ ਤੋਂ ਬਣੀ ਹੋਈ ਹੈ। ਥਾਇਰੀਨ ਟੈਬਲੇਟ ਹੈ ਇਹ, ਥਾਇਰੀਨ THYRIN ਥਾਇਰੀਨ, ਉਹ ਡਾਕਟਰ ਵਸ਼ਿਸ਼ਟ ਦੀ ਹੈ। ਅਤੇ ਦੂਜੀ ਹੈਗੀ ਤੁਹਾਡੀ ਕਚਨਾਰ ਗੂਗਲ। ਕਿਸੇ ਵੀ ਥਾਂ 'ਤੇ ਜਿਹੜਾ ਜਿੱਥੇ ਗਲੈਂਡ ਵੱਡਾ ਹੋ ਗਿਆ, ਗੂਗਲਟੀ ਬਣ ਗਈ, ਤਾਂ ਜਿਹੜੀ ਕਚਨਾਰ ਗੂਗਲ ਦਾ ਗੁਣ ਹੈ ਕਿ ਉਹ ਘਟਾ ਦਿੰਦੀ ਹੈ। ਸੋ ਇਹ ਦੋਨੋਂ ਗੋਲੀਆਂ ਨਾਲ ਯੂਜ਼ ਕਰ ਲੈਣੇ ਸੀ, ਕਚਨਾਰ ਗੂਗਲ ਅਤੇ ਥਾਇਰੀਨ। ਤਾਂ ਉਹਦੇ ਨਾਲ ਹੋਰ ਵੀ ਤੇਜ਼ੀ ਨਾਲ ਜਿਹੜਾ ਤੁਹਾਡਾ ਜਿਹੜਾ ਥਾਇਰਾਇਡ ਆ ਉਹ ਟਰੀਟ ਹੋ ਜਾਂਦਾ ਅਤੇ ਬੰਦ ਕਰ ਦੇਣ ਨੂੰ ਠੀਕ ਹੋ ਜਾਂਦਾ। ਦੋਨਾਂ ਯੂਜ਼ ਕਰ ਲੈਂਦੇ ਸੀ। ਤਾਂ ਇਹ ਮੋਟਾ ਜਿਹੜਾ ਹੈਗਾ ਉਹਦਾ ਜਿਹੜਾ ਟਰੀਟਮੈਂਟ ਦਾ ਤਰੀਕਾ ਸਾਡਾ, ਕਿ ਅਸੀਂ ਜਿਹੜੀਆਂ 5 ਚੀਜ਼ਾਂ ਹੋ ਗਈਆਂ ਨੇ, 5 ਚੀਜ਼ਾਂ ਵਰਤ ਲਈਆਂ ਅਸੀਂ। ਪਹਿਲਾ ਹੋ ਗਿਆ ਡਾਈਟ, ਨੰਬਰ 2 ਹੋ ਗਿਆ ਕਾੜਿਆਂ ਦੀ ਸ਼ਕਲ 'ਚ ਮੈਡੀਸਨਲ ਪਲਾਂਟਸ, ਜਾਂ ਤੀਜਾ ਹੋ ਗਿਆ ਤੁਹਾਡਾ ਐਕਸਰਸਾਈਜ਼, ਫਿਜ਼ੀਕਲ ਐਕਸਰਸਾਈਜ਼। ਚੌਥਾ ਹੋ ਗਿਆ ਮਾਈਂਡ ਮੈਨੇਜਮੈਂਟ ਵੀ ਬਹੁਤ ਜ਼ਰੂਰੀ ਹੈ, ਕਿਉਂਕਿ ਅਗਰ ਸਟਰੈਸ ਹੈ ਬਹੁਤ ਜ਼ਿਆਦਾ ਤਾਂ ਸਟਰੈਸ ਕਦੀ ਵੀ ਤੁਹਾਨੂੰ ਠੀਕ ਨਹੀਂ ਹੋਣ ਦਿੰਦਾ। ਅਸੀਂ ਸਟਰੈਸ ਨੂੰ ਬਹੁਤ ਘੱਟ ਇੰਪੋਰਟੈਂਸ ਦੇ ਰਹੇ ਹਾਂ, ਲੇਕਿਨ ਬਹੁਤ ਜ਼ਿਆਦਾ ਇੰਪੋਰਟੈਂਸ ਇਹਦੀ, ਮੈਂ ਕਹਿੰਦਾ ਫੂਡ ਦੇ ਬਰਾਬਰ ਦੀ ਇੰਪੋਰਟੈਂਸ ਹੈ ਇਹਦੀ। ਫੂਡ ਦੇ ਬਰਾਬਰ ਦੀ ਇੰਪੋਰਟੈਂਸ ਹੈ, ਕਿਉਂਕਿ ਇਹ ਵੀ ਇੱਕ ਕਿਸਮ ਦਾ ਸਾਡਾ ਫੂਡ ਹੈ। ਖੁਸ਼ੀ ਜਿਹੜੀ ਹੈ, ਖੁਸ਼ ਰਹਿਣਾ ਅਤੇ ਤਣਾਅ ਨੂੰ ਆਪਣੇ ਇੰਨਾ ਕੁ ਤਣਾਅ ਤੁਹਾਨੂੰ ਹੋਵੇ ਕਿ ਤੁਹਾਨੂੰ ਤਣਾਅ ਫਾਇਦਾ ਕਰ ਦੇਵੇ, ਨੁਕਸਾਨ ਨਾ ਕਰ ਸਕੇ। ਯਾਨੀ ਕਿ ਤਣਾਅ ਤੁਹਾਡੇ 'ਤੇ ਭਾਰੂ ਨਹੀਂ ਹੋਣਾ ਚਾਹੀਦਾ, ਤਣਾਅ ਤੁਹਾਨੂੰ ਤੋੜ ਨਾ ਸਕੇ। ਬਿਲਕੁਲ, ਉਹਦੇ ਲਈ ਅਸੀਂ ਹੈਪੀਨੈਸ ਪ੍ਰੋਟੋਕੋਲ ਕਹਿੰਦੇ ਅਸੀਂ ਉਹਨੂੰ। ਹੈਪੀਨੈਸ ਪ੍ਰੋਟੋਕੋਲ ਦੇ ਅੰਦਰ ਅਸੀਂ ਜਿਹੜੀਆਂ 5-6 ਚੀਜ਼ਾਂ ਕਹਿੰਦੇ ਹਾਂ। ਇੱਕ ਤਾਂ ਅਸੀਂ ਕਹਿੰਦੇ ਲਾਫਟਰ, ਲਾਊਡ ਲਾਫਟਰ। ਆਪਣਾ ਪੰਜਾਬੀਆਂ ਦਾ ਤਾਂ ਲਾਊਡ ਲਾਫਟਰ ਮਸ਼ਹੂਰ ਜਾਣਿਆ ਪਛਾਣਿਆ। ਹਾਂ, ਤਾਂ ਉਹ ਲਾਊਡ ਲਾਫਟਰ ਜਿਹੜਾ ਹੈ, ਲਾਊਡ ਲਾਫਟਰ ਬਹੁਤ ਵਧੀਆ ਚੀਜ਼ ਹੈ। ਅਤੇ ਲਾਊਡ ਲਾਫਟਰ ਵਿੱਚ ਜੀ ਐਡੀ ਵਧੀਆ ਚੀਜ਼ ਹੈ ਕਿ ਤੁਸੀਂ ਕਦੀ ਹੱਸ ਕੇ ਦੇਖਿਓ ਨਕਲੀ, 1 ਮਿੰਟ ਬਾਅਦ ਤੁਸੀਂ ਅਸਲੀ ਹੱਸਣ ਲੱਗ ਜਾਓਗੇ। 1 ਮਿੰਟ ਬਾਅਦ, ਸਿਰਫ 1 ਮਿੰਟ ਬਾਅਦ। ਦੂਜਾ ਅਸੀਂ ਕਹਿੰਦੇ ਹਾਂ ਡਾਂਸਿੰਗ, ਉਹ ਪੰਜਾਬੀ ਡਾਂਸਿੰਗ ਲਈ ਵੀ ਬੜੇ ਮਸ਼ਹੂਰ ਨੇ। ਅਤੇ ਡਾਂਸਿੰਗ ਜਿਹੜੀ ਹੈ, ਇਹ ਡਾਂਸਿੰਗ ਇੱਕ ਇਹੋ ਜਿਹੀ ਚੀਜ਼ ਹੈ ਕਿ ਡਾਂਸ ਤੁਸੀਂ ਖੁਸ਼ ਆਪਣਾ ਕਰ ਹੀ ਨਹੀਂ ਸਕਦੇ। ਮਤਲਬ ਜਿਹੜਾ ਉਦਾਸ ਬੰਦਾ ਉਹ ਡਾਂਸ ਨਹੀਂ ਕਰ ਸਕਦਾ, ਅਤੇ ਜੇ ਡਾਂਸ ਕਰਨ ਲੱਗ ਜਾਏ ਤਾਂ ਉਦਾਸ ਨਹੀਂ ਰਹਿ ਸਕਦਾ। ਸੋ ਦੋਨੋਂ ਗੱਲਾਂ ਇਕੱਠੀਆਂ ਨਹੀਂ ਚੱਲਦੀਆਂ। ਸੋ ਉਦਾਸੀ ਅਤੇ ਡਾਂਸ ਇਹ ਇਕੱਠੇ ਨਹੀਂ ਚੱਲਦੇ। ਅਤੇ ਇਸ ਕਰਕੇ ਡਾਂਸ ਕਰੋ, ਉਦਾਸੀ ਜਾਊਗੀ। ਠੀਕ ਹੈ। ਸੋ ਇਸ ਕਰਕੇ ਡਾਂਸਿੰਗ ਜਿਹੜੀ ਅਸੀਂ ਕਹਿੰਦੇ ਵੀ ਤੁਸੀਂ ਜੇ ਕਿਸੇ ਦੇ ਸਾਹਮਣੇ ਡਾਂਸ ਨਹੀਂ ਕਰਦੇ ਤਾਂ ਗਰੁੱਪ 'ਚ ਕਰ ਲਓ ਡਾਂਸ, ਤਾਂ ਬਹੁਤ ਹੀ ਵਧੀਆ। ਗਰੁੱਪ ਡਾਂਸ ਹਮੇਸ਼ਾ ਹੀ ਵਧੀਆ ਹੁੰਦਾ। ਗਰੁੱਪ ਲਾਫਟਰ ਵੀ ਵਧੀਆ ਹੁੰਦਾ। ਜੇ ਤੁਸੀਂ ਆਰਟੀਫਿਸ਼ਲ ਵੀ ਵਸਣਾ ਤਾਂ ਗਰੁੱਪ 'ਚ ਬੈਠ ਕੇ ਕਰੋਗੇ, 4 ਦੋਸਤਾਂ 'ਚ ਬੈਠ ਕੇ, ਹਾਂ, ਉਹ ਜ਼ਿਆਦਾ ਤੁਸੀਂ ਉਹਦੇ 'ਚ ਬੈਨੀਫਿਟ ਲਓਗੇ, ਕਿਉਂਕਿ ਸੌਖਾ ਕੰਮ। ਇਸ ਤਰ੍ਹਾਂ ਗਰੁੱਪ ਡਾਂਸ ਬਹੁਤ ਵਧੀਆ। ਡਾਂਸ ਕਰੋਗੇ ਤਾਂ ਨਾਲੇ ਤੁਹਾਡੀ ਰੂਹ ਦੀ ਖੁਰਾਕ ਹੈ। ਅਤੇ ਤੀਜੀ ਗੱਲ ਹੋ ਗਈ ਜਿਹੜੀ ਹੈ, ਉਹ ਅਸੀਂ ਕਹਿੰਦੇ ਹਾਂ ਵੀ ਲਾਊਡ ਸਿੰਗਿੰਗ, ਉੱਚੀ ਆਵਾਜ਼ 'ਚ ਗਾਓ, ਉੱਚੀ ਆਵਾਜ਼ 'ਚ ਗਾਓ। ਔਰ ਗਾਓ ਕੀ, ਸੈਡ ਸੌਂਗ ਹੀ ਨਾ ਗਾਓ,
ਸੈਡ ਸੌਂਗ ਨਾ ਗਾਓ, ਸੈਡ ਸੌਂਗਸ ਗਾਉਂਦੇ ਹੋਏ ਤੁਸੀਂ ਸੈਡ ਹੋ ਸਕਦੇ ਹੋ। ਸੌਂਗਸ ਗਾਓ ਜਾਂ ਤਾਂ ਖੁਸ਼ੀ ਵਾਲੇ, ਜਾਂ ਪਿਆਰ ਵਾਲੇ, ਜਾਂ ਡਿਵੋਸ਼ਨਲ ਸੌਂਗਸ ਜਿਹੜੇ ਪ੍ਰਮਾਤਮਾ ਦੀ ਉਤਸਸ 'ਚ ਜਾਂ ਕੁਦਰਤ ਦੀ ਉਤਸਸ ਕਰਦੇ ਹੋਏ, ਉਸਤਤ ਕਰਦੇ ਹੋਏ, ਜਾਂ ਕੋਈ ਮਨੁੱਖੀ ਰਿਸ਼ਤਿਆਂ ਦੀ ਉਸਤਤ ਕਰਦੇ ਹੋਏ। ਸੋ ਜਿਹੜੀ ਪੋਜ਼ੀਟਿਵ, ਹਾਂ ਪੋਜ਼ੀਟਿਵ ਜਿਹੜੇ ਪੋਜ਼ੀਟਿਵ ਥੋਟ ਨਾਲ ਜੁੜੇ ਹੋਏ ਜਿਹੜੇ ਗੀਤ ਨੇ, ਉਹ ਤੁਸੀਂ ਲਾਊਡ ਸਾਊਂਡ 'ਚ ਗਾਓਗੇ ਤਾਂ ਅਸੀਂ ਭਜਨ ਗਾਉਂਦੇ ਨਾ, ਅਸੀਂ ਕਹਿੰਦੇ ਸਤਸੰਗ 'ਚ ਜਾਓ। ਸਤਸੰਗ ਜਾਣ ਨਾਲ ਕੀ ਹੁੰਦਾ ਕਿ ਜਦੋਂ ਅਸੀਂ ਜਾਂਦੇ ਹਾਂ, ਕੀਰਤਨ ਸੁਣਦੇ ਹਾਂ, ਭਜਨ ਸੁਣਦੇ ਹਾਂ, ਤਾਂ ਨਾਲ ਅਸੀਂ ਗਾਉਂਦੇ ਹਾਂ, ਨਾਲ ਬੋਲਦੇ ਹਾਂ। ਜਦੋਂ ਅਰਦਾਸ ਨਹੀਂ ਸਾਰਿਆਂ ਨੂੰ ਬੋਲਣ ਨੂੰ ਕਹਿੰਦੇ ਨਾ, ਭਾਈ ਜੀ ਬੋਲੋ ਜੀ ਵਾਹਿਗੁਰੂ, ਤਾਂ ਉਹਦਾ ਆਪਣਾ ਇੱਕ ਬੈਨੀਫਿਟ ਹੁੰਦਾ। ਤਾਂ ਉਹਦੇ ਨਾਲ ਕੀ ਹੁੰਦਾ, ਮਾਈਂਡ ਮੈਨੇਜਮੈਂਟ ਦੇ ਵਿੱਚ ਉਹ ਦੂਜੀ ਮੈਡੀਟੇਸ਼ਨ ਹੈ। ਮੈਡੀਟੇਸ਼ਨ ਇੱਕ ਵੰਡਰਫੁਲ ਟੂਲ ਹੈ ਜਿਹਨੂੰ ਸਭ ਨੂੰ ਸਿੱਖਣਾ ਚਾਹੀਦਾ। ਬੜੀ ਸੌਖਾ ਹੁੰਦਾ ਹੈ ਮੈਡੀਟੇਸ਼ਨ ਤੋਂ। ਕਈ ਵਾਰੀ ਬੰਦੇ ਘਬਰਾ ਜਾਂਦੇ ਵੀ ਮੈਡੀਟੇਸ਼ਨ ਸੁਣਦੇ ਜਿਵੇਂ ਕਿਤੇ ਸਾਧ ਰਿਸ਼ੀਆਂ ਮੁਨੀਆਂ ਦਾ ਕੰਮ ਹੈ ਅਤੇ ਸਾਧਾਂ ਦਾ ਕੰਮ ਹੈ। ਮੈਡੀਟੇਸ਼ਨ ਬੱਚਾ ਵੀ ਕਰ ਸਕਦਾ ਹੈ। ਬੱਚੇ ਨੂੰ ਮੈਡੀਟੇਸ਼ਨ ਸਿਖਾ ਸਕਦੇ ਹੋ ਤੁਸੀਂ। ਮੈਡੀਟੇਸ਼ਨ ਬਹੁਤ ਹੀ ਬਿਊਟੀਫੁਲ ਇੱਕ ਜਿਹੜੀ ਉਹਦੀ ਅੰਦਰ ਜਾਣ ਦੀ ਪ੍ਰਕਿਰਿਆ ਹੈ, ਅੰਤਰਮੁਖੀ ਹੋਣ ਦੀ, ਕਿ ਜਿਹੜੀ ਤੁਹਾਨੂੰ ਹਮੇਸ਼ਾ ਕਿਹਨੂੰ ਕਹਿੰਦੇ ਤੁਹਾਡੇ ਅੰਦਰ ਦੀ ਸਫਾਈ ਕਰਦੀ ਹੈ। ਜਿਵੇਂ ਬੰਦਾ ਬਾਹਰ ਕੱਪੜੇ ਧੋਂਦਾ, ਨਹਾਉਂਦਾ, ਮੂੰਹ ਹੱਥ ਧੋਂਦਾ, ਸਰੀਰ ਨੂੰ ਸਾਫ਼ ਰੱਖਦਾ, ਅੰਦਰ ਦੀ ਸਫਾਈ ਵਾਸਤੇ ਮੈਡੀਟੇਸ਼ਨ ਬਹੁਤ ਜ਼ਰੂਰੀ ਹੁੰਦੀ ਹੈ। ਮੈਡੀਟੇਸ਼ਨ ਬੜੀ ਸਾਇੰਟੀਫਿਕ ਪ੍ਰਕਿਰਿਆ ਦਾ, ਧਰਮ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਇਟ ਹੈਜ਼ ਨਥਿੰਗ ਟੂ ਡੂ ਵਿਦ ਰਿਲੀਜਨ ਕਿ ਹਿੰਦੂ ਦੀ ਮੈਡੀਟੇਸ਼ਨ ਹੋ ਰਿਹਾ ਅਤੇ ਸਿੱਖ ਦੀ ਹੋ ਰਿਹਾ ਅਤੇ ਹੋਰ ਕੀ, ਉਹਦਾ ਤਰੀਕਾ ਵੱਖਰਾ ਹੋ ਸਕਦਾ। ਲੇਕਿਨ ਮੈਡੀਟੇਸ਼ਨ ਐਜ਼ ਏ ਸਾਇੰਸ ਜਿਹੜੀ ਹੈ ਉਹ ਕੋਈ ਵੀ ਬੰਦਾ ਕਰ ਸਕਦਾ, ਨਾਸਤਿਕ ਵੀ ਕਰ ਸਕਦਾ। ਤਾਂ ਉਹ ਮੈਡੀਟੇਸ਼ਨ ਜਿਹੜੀ ਹੈ ਉਹ ਬਹੁਤ ਵੰਡਰਫੁਲ ਟੂਲ ਹੈ। ਡਾਕਟਰ ਸਾਹਿਬ ਜਾਂਦੇ ਹੁਣ ਇਹ ਚੀਜ਼ ਦੱਸੋ ਵੀ ਬੱਚਿਆਂ ਦੀ ਆਪਾਂ ਨੇ ਗੱਲ ਛੇੜੀ ਆ ਵੀ ਕਿਹੜੀ ਉਮਰ ਦੇ ਜਿਹੜੇ ਲੋਕਾਂ ਨੂੰ ਇਹ ਥਾਇਰਾਇਡ ਦੀ ਪ੍ਰੋਬਲਮ ਵੱਧ ਆ ਰਹੀ ਹੈ, ਅਤੇ ਕਿਹੜੀ ਉਮਰ ਦੇ ਲੋਕਾਂ ਨੂੰ ਥਾਇਰਾਇਡ ਜਿਹੜਾ ਉਹ ਜਲਦੀ ਕਾਬੂ 'ਚ ਕੀਤਾ ਜਾ ਸਕਦਾ? ਕੁਲਵੰਤ ਜੀ, ਸਭ ਤੋਂ ਵੱਧ ਖਤਰਨਾਕ ਹੁੰਦਾ ਥਾਇਰਾਇਡ ਦੀ ਪ੍ਰੋਬਲਮ ਬੱਚਿਆਂ ਦੀ। ਕਿਉਂਕਿ ਜੇ ਬੱਚੇ ਨੂੰ ਹੋ ਗਈ ਥਾਇਰਾਇਡ ਦੀ ਪ੍ਰੋਬਲਮ ਤਾਂ ਬੱਚੇ ਦੀ ਡਿਵੈਲਪਮੈਂਟ ਰੁਕ ਜਾਂਦੀ ਹੈ। ਉਹਦੀ ਫਿਜ਼ੀਕਲ ਡਿਵੈਲਪਮੈਂਟ ਵੀ ਰੁਕੇਗੀ, ਹਿੰਡਰ ਹੋਏਗੀ, ਅਤੇ ਔਰ ਮੈਂਟਲ ਡਿਵੈਲਪਮੈਂਟ ਵੀ। ਕੋਈ ਬੱਚੇ ਨੇ ਪੜ੍ਹਨਾ, ਬੱਚਾ ਬਹੁਤ ਤੇਜ਼ੀ ਨਾਲ ਉਹਦਾ ਸਰੀਰ ਵੀ ਗਰੋ ਕਰ ਰਿਹਾ ਅਤੇ ਉਹਦਾ ਵਿਕਾਸ ਵੀ ਹੋ ਰਿਹਾ, ਮਾਨਸਿਕ ਵਿਕਾਸ ਹੋ ਰਿਹਾ। ਯਾਨੀ ਜਿਨ੍ਹਾਂ ਬੱਚਿਆਂ ਦੇ ਕੱਦ ਛੋਟੇ ਰਹਿ ਰਹੇ ਨੇ ਉਹਨਾਂ ਦੇ ਪਿੱਛੇ ਥਾਇਰਾਇਡ ਗਲੈਂਡ ਦਾ ਵੀ ਇੱਕ ਵੱਡਾ ਰੋਲ ਹੈਗਾ। ਬਿਲਕੁਲ ਰੋਲ ਹੋ ਸਕਦਾ। ਲੇਕਿਨ ਇੱਕ ਜਿਹੜੀ ਅਬਜ਼ਰਵੇਸ਼ਨ ਹੁਣ ਤੱਕ ਦੇਖੀ ਹੈ ਕਿ ਜਿਹੜੀਆਂ ਬੱਚੀਆਂ ਨੇ ਸਕੂਲਾਂ 'ਚ ਅਡੋਲੈਸੈਂਟ ਏਜ ਦੀਆਂ, 10 ਸਾਲ ਤੋਂ ਔਨਵਰਡ, 10-11 ਸਾਲ ਦੀਆਂ, ਉਹਨਾਂ ਦੇ ਅੰਦਰ ਥਾਇਰਾਇਡ ਬਹੁਤ ਜ਼ਿਆਦਾ ਪਾਇਆ ਜਾ ਰਿਹਾ। ਲੋ ਲੈਵਲ ਦਾ ਹਾਈਪੋਥਾਇਰਾਇਡਿਜ਼ਮ ਬਹੁਤ ਜ਼ਿਆਦਾ ਹੈ। ਔਰ ਉਹ ਬੱਚੀਆਂ ਦੀ ਜਿਹੜੀ ਫਿਜ਼ੀਕਲ ਗਰੋਥ ਨਹੀਂ ਹੋ ਰਹੀ, ਜਾਂ ਬੱਚੀਆਂ ਪੜ੍ਹਨ 'ਚ ਮੈਨੂੰ ਦਿੱਕਤ ਆ ਰਹੀ ਹੈ, ਤਾਂ ਉਹਦੇ 'ਚ ਕਿਤੇ ਨਾ ਕਿਤੇ ਥਾਇਰਾਇਡ ਦਾ ਰੋਲ ਹੋ ਸਕਦਾ। ਇਸ ਕਰਕੇ ਬਹੁਤ ਧਿਆਨ ਰੱਖਣ ਦੀ ਲੋੜ ਹੈ ਸਕੂਲਾਂ ਦੇ ਬੱਚੀਆਂ ਦਾ, ਕਿ ਉਹਨਾਂ 'ਚ ਆਪਾਂ ਕੋਈ ਸੈਂਪਲ ਲੈ ਕੇ ਟੈਸਟ ਕਰ ਲਈਏ ਕਲਾਸ 'ਚ। ਮੰਨ ਲਓ 2, 4, 5, 10, 20 ਬੰਦਿਆਂ ਦਾ, ਬੱਚਿਆਂ ਦਾ ਟੈਸਟ ਕਰੀਏ, ਆਪਾਂ ਨੂੰ ਆਈਡੀਆ ਹੋ ਜਾਏਗਾ ਕਿ ਇਹਨਾਂ ਦੇ ਅੰਦਰ ਹਾਈਪੋਥਾਇਰਾਇਡਿਜ਼ਮ ਹੈਗਾ। ਅਤੇ ਫਿਰ ਉਹਨਾਂ ਬੱਚਿਆਂ ਨੂੰ ਆਪਾਂ ਗੁੱਡ ਫੂਡ ਵਾਲਾ ਜਿਹੜਾ ਰਸਤਾ ਹੈ, ਕਿਉਂਕਿ ਆਪਾਂ ਕਿਹੜਾ ਕੋਈ ਦਵਾਈ ਦੇਣੀ ਹੈ, ਆਪਾਂ ਤਾਂ ਫੂਡ ਹੀ ਦੱਸਣਾ ਨਾ। ਅਤੇ ਜੇ ਆਪਾਂ ਫੂਡ ਚੰਗਾ ਦੱਸ ਦਾਂਗੇ ਉਹਨਾਂ ਨੂੰ, ਅਤੇ ਫੂਡ ਨਾਲ ਹੀ ਉਹ ਸਾਰੇ ਬੱਚੇ ਠੀਕ ਹੋਣੇ ਸ਼ੁਰੂ ਹੋ ਜਾਣਗੇ। ਇਸ ਕਰਕੇ ਥਾਇਰਾਇਡ ਪ੍ਰਤੀ ਚੇਤਨ ਹੋਣਾ ਬਹੁਤ ਜ਼ਰੂਰੀ ਹੈ। ਸਕੂਲਾਂ 'ਚ ਖਾਸ ਕਰਕੇ ਮੈਂ ਟੀਚਰ, ਅਧਿਆਪਕ ਦੋਸਤਾਂ ਨੂੰ ਕਹੂੰਗਾ ਕਿ ਉਹ ਖਾਸ ਖਿਆਲ ਰੱਖਣ ਕਿ ਜਿਹੜੇ ਟੀਨਏਜ ਬੱਚੇ ਨੇ, ਜਿੱਥੇ ਕਿ ਫਾਸਟ ਗਰੋਥ ਹੁੰਦੀ ਹੈ, 10, 11, 12 ਸਾਲ ਤੋਂ ਕੁੜੀਆਂ ਅਤੇ 14, 15 ਸਾਲ ਤੋਂ ਮੁੰਡੇ ਇੱਕਦਮ ਗਰੋ ਕਰਦੇ ਆ ਜਦੋਂ, ਤਾਂ ਉਦੋਂ ਉਹ ਜਿਹੜਾ ਥਾਇਰਾਇਡ ਥੋੜ੍ਹਾ ਜਿਹਾ ਵੀ ਅਗਰ ਘੱਟ ਹੋਇਆ ਤਾਂ ਉਹਨਾਂ ਦੀ ਗਰੋਥ ਇਫੈਕਟ ਹੋ ਜਾਏਗੀ। ਅਤੇ ਜਿਹੜਾ ਮੈਂਟਲ ਵਿਕਾਸ ਹੈ, ਉਹਦਾ ਮਾਨਸਿਕ ਵਿਕਾਸ ਹੈ, ਉਹ ਤਾਂ ਰੁਕੇਗਾ ਹੀ ਰੁਕੇਗਾ। ਗੇਮਾਂ ਦੇ ਅੰਦਰ ਉਹਦੀ ਪਰਫਾਰਮੈਂਸ ਘੱਟ ਜਾਏਗੀ, ਉਹ ਹੋਰ ਕੰਪੀਟੀਸ਼ਨ ਦੇ ਅੰਦਰ ਪਰਫਾਰਮੈਂਸ ਘੱਟ ਜਾਏਗੀ। ਅਤੇ ਇਸ ਕਰਕੇ ਥਾਇਰਾਇਡ ਬਾਰੇ ਅੱਜ ਕੱਲ੍ਹ ਚੇਤਨ ਹੋਣਾ ਬਹੁਤ ਜ਼ਰੂਰੀ ਹੈ। ਜਿਹੜੀਆਂ ਵਿਦਿਅਕ ਸੰਸਥਾਵਾਂ ਨੇ, ਸਕੂਲਾਂ ਦੇ ਅੰਦਰ ਵੀ ਔਰ ਪਰਿਵਾਰਾਂ ਦੇ ਅੰਦਰ ਵੀ ਇੱਕ ਬਹੁਤ ਚੇਤਨਾ ਹੋਣੀ ਚਾਹੀਦੀ ਹੈ ਕਿ ਕਿਤੇ ਮੇਰੇ ਬੱਚੇ ਨੂੰ ਜਾਂ ਮੈਨੂੰ ਹਾਈਪੋਥਾਇਰਾਇਡਿਜ਼ਮ ਤਾਂ ਨਹੀਂ ਹੈ। ਉਹ ਓਪਨ ਟੈਸਟ ਕਰਾਓ, ਸਿੰਪਲ ਜਿਹੇ ਟੈਸਟ ਨੇ, ਬੜੇ ਸਸਤੇ ਨੇ। ਅੱਜ ਕੱਲ੍ਹ ਹਰ ਸ਼ਹਿਰ ਦੇ ਅੰਦਰ ਜਿਹੜੀਆਂ ਨੇ ਉਹ ਅੱਜ ਕੱਲ੍ਹ NGOs ਨੇ, ਜਿਹੜੀ ਸਮਾਜ ਸੇਵੀ ਸੰਸਥਾਵਾਂ ਨੇ, ਲੈਬਸ ਖੋਲ੍ਹ ਰਹੀਆਂ ਨੇ। ਅਤੇ ਮੈਨੂੰ ਲੱਗਦਾ ਹੁਣ ਪਹਿਲਾਂ ਮਹਿੰਗਾ ਹੁੰਦਾ ਸੀਗਾ, ਅੱਜ ਕੱਲ੍ਹ ਤਾਂ 100-150 ਰੁਪਏ ਦਾ ਥਾਇਰਾਇਡ ਕਰਨ ਲੱਗ ਗਏ ਆ। ਤਾਂ ਥਾਇਰਾਇਡ ਜ਼ਰੂਰ ਟੈਸਟ ਕਰਵਾਓ, ਤਾਂ ਕਿ ਥਾਇਰਾਇਡ ਟੈਸਟ ਕਰਿਆ ਜਾਏਗਾ, ਤੁਹਾਨੂੰ ਪਤਾ ਲੱਗਦਾ ਕਿ ਮੇਰਾ ਹਾਈਪੋਥਾਇਰਾਇਡਿਜ਼ਮ ਪੈ ਪਿਆ, ਅਲਰਟ ਹੋ ਜਾਓ। ਫਿਰ ਆਪਾਂ ਕਿਹੜਾ ਕੋਈ ਦਵਾਈ ਖਵਾਉਣੀ ਹੈ, ਤਾਂ ਫੂਡ ਠੀਕ ਕਰ ਲਓ। ਫੂਡ ਠੀਕ ਕਰੋਗੇ ਤਾਂ ਨਾਲ ਦੀ ਥਾਇਰਾਇਡ ਠੀਕ ਹੋ ਜਾਂਦਾ। ਤਾਂ ਇਸ ਕਰਕੇ ਥਾਇਰਾਇਡ ਦੇ ਤੋਂ ਡਰਨ ਦੀ ਲੋੜ ਨਹੀਂ ਹੈ, ਲੇਕਿਨ ਸਾਵਧਾਨ ਹੋਣ ਦੀ ਲੋੜ ਹੈ, ਕਿਉਂਕਿ ਥਾਇਰਾਇਡ ਬਹੁਤ ਵੱਡੇ ਪੱਧਰ 'ਤੇ ਡਿਸਟਰਬ ਹੋ ਰਿਹਾ। ਸਾਨੂੰ ਸਭ ਨੂੰ, ਸਮਾਜ ਨੂੰ, ਪੂਰੇ ਦੇ ਪੂਰੇ ਸਮਾਜ ਨੂੰ ਥਾਇਰਾਇਡ ਪ੍ਰਤੀ ਚੇਤਨ ਹੋਣ ਦੀ ਲੋੜ ਹੈ ਕਿ ਸਮਾਜ ਦੇ ਵਿੱਚ ਜਿਹੜਾ ਥਾਇਰਾਇਡ ਹੈ ਸਾਨੂੰ ਕੋਈ ਨੁਕਸਾਨ ਨਾ ਕਰ ਸਕੇ। ਇਸ ਕਰਕੇ ਬੱਚਿਆਂ ਤੋਂ ਲੈ ਕੇ ਸਾਰਿਆਂ ਨੂੰ ਆਪਾਂ ਆਪਣਾ ਥਾਇਰਾਇਡ 'ਤੇ ਨਿਗਾਹ ਰੱਖਣੀ ਚਾਹੀਦੀ ਹੈ। ਅਤੇ ਨਿਗਾਹ ਰੱਖ ਕੇ ਆਪਣੀ, ਜੇਕਰ ਤੁਹਾਡੇ ਥਾਇਰਾਇਡ ਘੱਟ ਆਉਂਦਾ ਤਾਂ ਫਿਰ ਆਪਣਾ ਜਿਹੜਾ ਡਾਈਟ ਹੈ, ਜਾਂ ਜਿਹੜੇ 4-5 ਚੀਜ਼ਾਂ ਦੱਸੀਆਂ ਨੇ, ਇਹਨੂੰ ਅਗਰ ਸੁਧਾਰ ਲਾਂਗੇ ਆਪਾਂ, ਤਾਂ ਆਪਣਾ ਜਿਹੜਾ ਥਾਇਰਾਇਡ ਹੈ ਬਿਲਕੁਲ ਠੀਕ ਠਾਕ ਰਹੇਗਾ। ਬਹੁਤ ਧੰਨਵਾਦ ਡਾਕਟਰ ਸਾਹਿਬ, ਤੁਸੀਂ ਪੂਰੀ ਕਮਾਲ ਦੀ ਜਾਣਕਾਰੀ ਦਿੱਤੀ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ।
ਇਸ ਵਿੱਚ ਸਨ ਡਾਕਟਰ ਅਮਰ ਸਿੰਘ ਆਜ਼ਾਦ, ਜਿਨ੍ਹਾਂ ਨੇ ਸਾਨੂੰ ਥਾਇਰਾਇਡ, ਹਾਈਪੋਥਾਇਰਾਇਡ ਤੇ ਹਾਈਪਰਥਾਇਰਾਇਡ ਦੇ ਵਿੱਚ ਪੂਰੀ ਇੱਕ ਚੀਜ਼ ਵਿਸਥਾਰ ਦੇ ਨਾਲ ਸਮਝਾ ਕੇ ਸਾਹਮਣੇ ਰੱਖਦੀ ਹੈ। ਕਿਹੜੇ ਤਰੀਕੇ ਨਾਲ ਅਸੀਂ ਆਪਣਾ ਥਾਇਰਾਇਡ ਵੱਧ ਜਾਂਦਾ ਹੈ, ਕਿਹੜੇ ਤਰੀਕੇ ਨਾਲ ਅਸੀਂ ਆਪਣਾ ਥਾਇਰਾਇਡ ਘਰ ਬੈਠੇ ਹੀ ਠੀਕ ਕਰ ਸਕਦੇ ਹਾਂ। ਉਮੀਦ ਕਰਦੇ ਹਾਂ ਕਿ ਇਹ ਗੱਲਬਾਤ ਤੁਹਾਨੂੰ ਪਸੰਦ ਆਈ ਹੋਵੇਗੀ, ਤੇ ਜੇ ਪਸੰਦ ਆਈ ਹੈ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਕਿਉਂਕਿ ਲੋੜ ਹੈ ਅੱਜ ਇੱਕ ਮਹਾਮਾਰੀ ਦੀ ਸ਼ਕਲ ਰਹਿ ਰਹੀ ਇਸ ਬਿਮਾਰੀ ਤੋਂ ਘਰ ਬੈਠੇ ਹੀ ਨਿਜਾਤ ਦਿਵਾਉਣ ਦੀ। ਕਿਉਂਕਿ ਮਾਡਰਨ ਮੈਡੀਕਲ ਸਾਇੰਸ ਦੇ ਵਿੱਚ ਸਾਰੀ ਉਮਰ ਦਵਾਈ ਖਾਣ ਲਈ ਕਿਹਾ ਜਾਂਦਾ ਹੈ, ਤੇ ਡਾਕਟਰ ਅਮਰ ਸਿੰਘ ਆਜ਼ਾਦ ਨੇ ਜਿਹੜੇ ਤਰੀਕੇ ਦੱਸੇ ਨੇ ਉਹਦੇ ਵਿੱਚ ਨਾ ਸਿਰਫ ਥਾਇਰਾਇਡ ਜਿਹੜੀ ਹੈ ਉਹ ਦਵਾਈ ਬੰਦ ਹੋਏਗੀ, ਬਲਕਿ ਉਹ ਘਰ ਬੈਠੇ ਹੀ ਥਾਇਰਾਇਡ ਜਿਹੜਾ ਰਿਵਰਸ ਹੋ ਜਾਏਗਾ, ਯਾਨੀ ਕਿ ਜਿੱਦੋਂ ਬਿਮਾਰੀ ਆਈ ਹੈ ਉੱਥੇ ਹੀ ਵਾਪਸ ਚਲੀ ਜਾਏਗੀ ਤੇ ਇਨਸਾਨ ਤੰਦਰੁਸਤ ਹੋ ਸਕਦਾ। ਤੇ ਜੇਕਰ ਇਹ ਵੀਡੀਓ ਪਸੰਦ ਆਈ ਹੈ, ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਤਾਂ ਜੇਕਰ ਘਰ ਬੈਠਾ ਕੋਈ ਇੱਕ ਇਨਸਾਨ ਵੀ ਇਸ ਵੀਡੀਓ ਨੂੰ ਦੇਖ ਕੇ ਠੀਕ ਹੁੰਦਾ ਤਾਂ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਕਾਮਯਾਬ ਰਿਹਾ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।